ਮੁਕਤੀ ਜਿਹੜੀ ਹੁੰਦੀ ਆ ਉਹ ਮੁਕਤੀ ਉਹਨਾਂ ਚਿਰ ਤੱਕ ਨਹੀਂ ਮਿਲਣੀ ਜਿੰਨਾ ਚਿਰ ਤੱਕ ਸਾਡੇ ਜੀਵਨ ਦੇ ਵਿੱਚ ਸੰਜਮ ਨਹੀਂ ਆਉਂਦਾ। ਜਦ ਤੱਕ ਸਾਨੂੰ ਜੀਵਨ ਨੂੰ ਬਤੀਤ ਕਿੱਦਾਂ ਕਰਨਾ ਹੈ ਉਹ ਕਲਾ ਨਹੀਂ ਪਤਾ ਲੱਗਦੀ। ਇੱਕ ਕਲਾ ਵਾ ਕਿ ਪ੍ਰਮਾਤਮਾ ਖੁਦ ਬਹੁਤ ਸਮਾਰਟ ਆ ਔਰ ਉਹਨੇ ਬੜੇ ਹੀ ਸਮਾਰਟ ਤਰੀਕੇ ਨਾਲ ਇਹ ਪ੍ਰਕਿਰਤੀ ਦੀ ਰਚਨਾ ਕੀਤੀ ਹੈ। ਔਰ ਇਸੇ ਲਈ ਕਹਿੰਦੇ ਆ ਕਿ ਗਿਆਨ ਵੀ ਜਿਹੜਾ ਹੈ ਨਾ, ਗਿਆਨ ਵੀ ਪ੍ਰਾਪਤ ਕਰਨਾ ਜ਼ਰੂਰੀ ਹੈ। ਗਿਆਨ ਤੋਂ ਬਿਨਾਂ ਅਗਿਆਨ ਨਸ਼ਟ ਨਹੀਂ ਹੋਣਾ। ਤੁਹਾਨੂੰ ਕਿੱਦਾਂ ਪਤਾ ਲੱਗੂ ਸਹੀ ਕੀ ਹੈ ਗਲਤ ਕੀ ਹੈ? ਹੁਣ ਗੁਰੂ ਜੀ ਜਿਹੜਾ ਆਪਾਂ ਨੂੰ ਮੂਰਤੀ ਪੂਜਾ ਬਾਰੇ ਸਮਝਾ ਰਹੇ ਨੇ, ਕਿਉਂ ਸਮਝਾ ਰਹੇ ਨੇ? ਕਿਉਂਕਿ ਉਹਨਾਂ ਨੇ ਆਤਮਾ ਨੂੰ ਸਾਕਸ਼ਾਤ ਦੇਖ ਲਿਆ। ਔਰ ਜਦ ਤੱਕ ਤੁਸੀਂ ਆਤਮਾ ਦੇ ਦਰਸ਼ਨ ਨਹੀਂ ਕਰਦੇ ਤਦ ਤੱਕ ਤੁਹਾਨੂੰ ਪਤਾ ਨਹੀਂ ਲੱਗਣਾ ਸਹੀ ਕੀ ਹੈ ਗਲਤ ਕੀ ਹੈ। ਕਿਉਂਕਿ ਉਹ ਲੋਕਾਂ ਨੇ ਕਹਿ ਦੇਣਾ ਤੁਹਾਨੂੰ ਇਹਨੂੰ ਤੁਰ ਜਾਓ, ਇਹਨੂੰ ਤੁਰ ਜਾਓ, ਉਹ ਚੱਲ ਜਾਓ, ਇੱਥੇ ਆ ਜਾਓ। ਤੁਸੀਂ ਉਹੀ ਕੰਮ ਕਰਨੇ ਨੇ, ਪਰ ਉਹਦੇ ਨਾਲ ਤੁਹਾਨੂੰ ਨਾ ਤੇ ਸ਼ਾਂਤੀ ਮਿਲਣੀ ਹੈ, ਨਾ ਆਨੰਦ ਮਿਲਣਾ, ਨਾ ਹੀ ਸਬਰ ਤੇ ਸੰਤੋਖ ਤੁਹਾਡੇ ਜੀਵਨ ਚ ਆਉਣਾ। ਦੇਖੋ, ਕਿਸੇ ਦੀ ਨਿਰਦੇਸ਼ ਜਿਹੜਾ ਹੈ ਨਾ ਉਹ ਤਾਂ ਹੀ ਸਾਡੀ ਸਹਾਇਤਾ ਕਰ ਸਕਦਾ ਹੈ ਜੇਕਰ ਸਾਨੂੰ ਉਹਦੇ ਉੱਪਰ ਚੱਲਣ ਨਾਲ ਤਿੰਨ ਚੀਜ਼ਾਂ ਮਿਲ ਰਹੀਆਂ ਨੇ। ਜੇਕਰ ਆਨੰਦ ਮਿਲ ਰਿਹਾ, ਸ਼ਾਂਤੀ ਮਿਲ ਰਹੀ ਹੈ ਔਰ ਜੀਵਨ 'ਚ ਥੋੜਾ ਸੰਤੋਖ ਆ ਰਿਹਾ ਤੇ ਇਹਦਾ ਮਤਲਬ ਕੋਈ ਬੰਦਾ ਤੁਹਾਨੂੰ ਸਹੀ ਗਾਈਡ ਵੀ ਕਰ ਰਿਹਾ। ਜੇਕਰ ਇਹ ਤਿੰਨ ਚੀਜ਼ਾਂ ਸਾਡੇ ਕੋਲ ਨਹੀਂ ਆ ਰਹੀਆਂ ਇਹਦਾ ਮਤਲਬ ਕਿਸੇ ਜਗ੍ਹਾ 'ਚ ਕੁਛ ਤੇ ਗੜਬੜ ਹੈ। ਕਿਉਂਕਿ ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਇਹ 5-7 ਦਿਨਾਂ 'ਚ ਤੁਹਾਡੇ ਜੀਵਨ 'ਚ ਆਉਣ ਡੈ ਪੈਣੀਆਂ ਨੇ। ਜ਼ਿਆਦਾ ਔਖਾ ਕੰਮ ਨਹੀਂ ਜੇ। ਸੋ ਆਪਾਂ ਕੋਈ ਵੀ ਕੰਮ ਕਰਦੇ ਹਾਂ ਨਾ ਤੇ ਇਸ ਚੀਜ਼ ਨੂੰ ਪਹਿਲਾਂ ਵਿਚਾਰ ਕਰਨਾ ਬੜਾ ਜ਼ਰੂਰੀ ਹੈ। ਸੋ ਜੀਵਨ ਜਾਣਨ ਦਾ ਵਿਸ਼ਾ ਹੈ, ਸਮਝਣ ਦਾ ਵਿਸ਼ਾ ਹੈ, ਨਾ ਕਿ ਅੰਧ ਵਿਸ਼ਵਾਸ ਵਾਸਤੇ। ਤੇ ਗੁਰੂ ਜੀ ਇਸ ਬਾਣੀ ਵਿੱਚ ਸਾਨੂੰ ਅੰਧ ਵਿਸ਼ਵਾਸ ਤੋਂ ਮੁਕਤ ਕਰਨਗੇ ਕਿ ਕਿੱਦਾਂ ਲੋਕੀ ਅੰਧ ਵਿਸ਼ਵਾਸ ਦੇ ਵਿੱਚ ਪੈ ਕੇ ਤੇ ਆਪਣਾ ਸਮਾਂ ਬਰਬਾਦ ਕਰ ਲੈਂਦੇ ਨੇ, ਹਾਸਲ ਕੁਛ ਵੀ ਨਹੀਂ ਹੁੰਦਾ। ਠੀਕ ਹੈ ਨਿੱਜਰ ਸਾਹਿਬ ਜੀ, ਆਪ ਚਲੋ ਜੀ। ਗੋਰਖੀ ਸਾਹਿਬ, ਮੈਂ ਨਾ ਭੁੱਲ ਗਿਆ ਸੀ ਰਿਕਾਰਡਿੰਗ, ਮੈਂ ਹੁਣ ਰਿਕਾਰਡਿੰਗ ਲਗਾਈ ਆ ਤੇ ਇੱਕ ਵਾਰੀ ਥੋੜਾ ਜਿਹਾ ਮੈਂ ਜਿਹੜਾ ਬਰੀਫ ਕਰ ਨਿੱਜਰ ਸਾਹਿਬ ਮਾਈਕ ਔਨ ਕਰ ਲਓ। ਹਾਂ, ਗੋਰਖੀ ਸਾਹਿਬ ਮੈਂ ਜਿਹੜਾ ਨਾ ਰਿਕਾਰਡਿੰਗ ਲਾਉਣੀ ਭੁੱਲ ਗਿਆ ਸੀ ਤੇ ਮੈਂ ਇੱਕ ਵਾਰੀ ਥੋੜਾ ਜਿਹਾ ਬਰੀਫ ਕਰੂੰਗਾ ਪਲੀਜ਼। ਹਾਂਜੀ, ਜਿਹੜੀ ਬਰੀਫ ਪਹਿਲਾਂ ਕੀਤਾ ਸੀਗਾ ਇੱਕ ਵਾਰੀ ਫਿਰ ਬਰੀਫ ਕਰੂੰਗਾ। ਤੇ ਸਾਧ ਸੰਗਤ ਜੀ ਪਲੀਜ਼, ਇਹ ਆਪਾਂ ਜਿਹੜੇ ਹੈਗੇ ਆ 1240 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਸਾਰੰਗ ਦੀ ਵਾਰ ਦਾ। ਤੇ ਇਸ ਤੋਂ ਪਹਿਲਾਂ ਜਿਹੜੀਆਂ ਹੈਗੀਆਂ 9 ਜਿਹੜੀਆਂ ਹੈਗੀਆਂ ਆਪਣੀਆਂ 8 ਪੌੜੀਆਂ ਹੋ ਗਈਆਂ ਤੇ 9ਵੀਂ ਪੌੜੀ ਲੈ ਰਹੇ ਹਾਂ ਆਪਾਂ। ਤੇ ਇਹਦੇ ਵਿੱਚ ਜਿਹੜੀਆਂ ਪਹਿਲਾਂ 4 ਪੌੜੀਆਂ ਹੋਈਆਂ ਆ ਵਾਰ ਦੀਆਂ, ਉਹਦੇ ਵਿੱਚ ਮਹਾਰਾਜ ਨੇ ਜਿਹੜੀ ਹੈਗੀ ਆ ਸੁਣਨ ਵਾਲੀ ਗੱਲ ਕੀਤੀ ਸੀਗੀ। ਉਹਦੇ 'ਚ ਆਇਆ ਸੀ ਨਾਏ ਸੁਣੇ ਸੁਚ ਸੰਜਮੋ ਜਮ ਨੇੜ ਨਾ ਆਵੇ, ਨਾਏ ਸੁਣੇ ਘਟ ਚਾਨਣਾ ਅਨੇਰ ਗਵਾਵੇ। ਇਸ ਤਰ੍ਹਾਂ ਜਿਹੜੀਆਂ ਸਾਰੀਆਂ ਨਾਮ ਦੇ ਸੁਣਨ ਦੀਆਂ ਸੀਗੀਆਂ। ਸੁਣਨ ਦੀਆਂ ਜਿਹੜੀਆਂ ਅੰਦਰ ਜਦ ਸੁਣਨ ਲੱਗ ਜਾਂਦਾ ਹੈ ਨਾਮ, ਉਹਦੇ ਵਾਸਤੇ ਮਹਾਰਾਜ ਨੇ 4 ਪੌੜੀਆਂ ਜਿਹੜੀਆਂ ਜਪ ਬਾਣੀ ਦੇ ਵਿੱਚ ਵੀ 4 ਆਉਂਦੀਆਂ ਆ। ਸੁਣੇ ਸਿੱਧ ਪੀਰ ਸੁਰਨਾਥ, ਉਹ ਸਾਰੀਆਂ ਜਿਹੜੀਆਂ ਹੈਗੀਆਂ ਜਪ ਬਾਣੀ ਵਾਲੀਆਂ ਵੀ ਇਹ ਇਸੇ ਸੁਣਨ ਦੀਆਂ, ਨਾਮ ਦੇ ਸੁਣਨ ਦੀਆਂ ਹੀ ਗੱਲ, ਉਹ ਵੀ 4 ਪੌੜੀਆਂ ਨਾਮ ਦੇ ਸੁਣਨ ਦੀਆਂ ਹੈਗੀਆਂ। ਹੁਣ ਇਸ ਤੋਂ ਅੱਗੇ ਜਿਹੜਾ ਹੈਗਾ ਮੰਨਣ ਦੀਆਂ ਪੌੜੀਆਂ ਆ ਰਹੀਆਂ ਹੈ। ਮਨ ਦੇ ਵਿੱਚ ਨਾਮ ਵਸ ਜਾਏ, ਹਿਰਦੇ ਦੇ ਵਿੱਚ ਨਾਮ ਚਲੇ ਜਾਏ, ਧਿਆਨ ਬਣ ਜਾਂਦਾ ਹੈ। ਉਹ ਧਿਆਨ ਲੱਗ ਗਿਆ ਤੇ ਉਹ ਫਿਰ ਜਿਹੜਾ ਹੈਗਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ ਅਵਸਥਾ ਹੈ, ਉਹ ਅਗਲੀ ਕਲਾਸ ਹੈਗੀ। ਉਹਦੇ ਬਾਰੇ ਹੁਣ ਜਿਹੜਾ ਹੈਗਾ ਇਹ ਗਿਆਨ ਉਹਦੇ ਬਾਰੇ ਹੈਗਾ। ਤੇ ਇਹਦੇ ਵਿੱਚ ਮਹਾਰਾਜ ਦੇ ਸ਼ਲੋਕ ਹੈਗੇ ਪਹਿਲੀ ਪਾਤਸ਼ਾਹੀ ਦੇ। ਸ਼ਲੋਕ ਮਹਲਾ ਪਹਿਲਾ, ਕਰ ਨਾਰਾਇਣ ਸਭਾ ਨਾਲ ਪੂਜ ਕਰੈ ਰੱਖੇ ਨਾ ਵਾਲ। ਇਹਦੇ ਵਿੱਚ ਜਿਹੜੇ ਹੈਗੇ ਮਹਾਰਾਜ ਜਿਹੜੇ ਹੈਗੇ ਆ ਇਹ ਬ੍ਰਾਹਮਣ ਜਿਹੜੇ ਹੈ ਮੂਰਤੀ ਪੂਜਾ ਕਰਦੇ ਆ, ਇਹ ਉਹਨਾਂ ਦੇ ਬਾਰੇ ਜਿਹੜਾ ਹੈਗਾ ਆਪਾਂ ਨੂੰ ਦੱਸ ਰਹੇ ਆ ਮਹਾਰਾਜ। ਤੇ ਇਹ ਕੱਲਾ ਜਿਹੜਾ ਹੈਗਾ ਉਹਨਾਂ ਦੀ ਬ੍ਰਾਹਮਣਾਂ ਦੀ ਨਹੀਂ ਗੱਲ ਹੈਗੀ, ਨਾ ਹਿੰਦੂਆਂ ਦੀ ਗੱਲ ਹੈਗੀ ਆ। ਇਹ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਸਾਰੇ ਜਿਹੜੇ ਹੈਗੇ ਮਹਾਂਪੁਰਖਾਂ ਦਾ ਜਿਹੜਾ ਹੈਗਾ ਬ੍ਰਹਮ ਗਿਆਨੀ ਜਿਹੜੇ ਹੈਗੇ ਕਿਸੇ ਨੂੰ ਉਪਦੇਸ਼ ਦੇਣਾ ਹੈ ਤੇ ਕੋਈ ਨਾ ਕੋਈ ਜਿਹੜਾ ਹੈਗਾ ਉਹਨਾਂ ਨੂੰ ਕੋਈ ਨਾ ਕੋਈ ਤਾਂ ਸਾਖੀ ਜਿਹੜੀ ਕੋਈ ਨਾ ਕੋਈ ਪੁਆਇੰਟ ਜਾਂ ਉਹਨਾਂ ਨੂੰ ਲੈ ਕੇ ਜਿਹੜਾ ਹੈਗਾ ਸਮਝਾਉਣਾ ਪਊਗਾ ਤੇ ਉਹਦੇ ਕੋਈ ਨਾ ਕੋਈ ਐਗਜ਼ਾਮਪਲ ਦੇਣਾ ਪਊਗਾ। ਇਹ ਸਿਰਫ ਜਿਹੜਾ ਹੈਗਾ ਐਗਜ਼ਾਮਪਲ ਹੈਗਾ।
ਤੇ ਇਹਦੇ ਵਾਸਤੇ ਇਹ ਨਾ ਸਮਝੀਏ ਆਪਾਂ ਕਿ ਬਈ ਉਹ ਸਮਝਣ ਜੀ ਸਾਨੂੰ ਪਿਨ ਪੁਆਇੰਟ ਕੀਤਾ ਤੇ ਅਸੀਂ ਜਿਹੜੇ ਹੈ ਬੜੇ ਚੌੜੇ ਹੋ ਕੇ ਕਹੀਏ ਦੇਖੋ ਸਾਨੂੰ ਨਹੀਂ ਕਹਿ ਰਹੇ, ਦੇਖੋ ਉਹਨਾਂ ਨੂੰ ਕਹਿ ਰਹੇ ਮਹਾਰਾਜ ਉਹਨਾਂ ਦਾ ਕੀਤਾ। ਨਾ 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 ਭਾਈ, ਆਪਾਂ ਜਿਹੜੇ ਹੈਗੇ ਆਪਣੇ ਕੋਲ ਕਰਮਕਾਂਡ ਉਹਨਾਂ ਨਾਲੋਂ ਜ਼ਿਆਦਾ ਹੈਗੇ ਆ। ਹਰੇਕ ਜਿਹੜਾ ਗਿਆਨ ਜਿਹੜਾ ਹੈ ਆਪਣੇ ਅੰਦਰ ਝਾਤੀ ਮਾਰੇ ਭਾਈ, ਆਪਣੇ ਅੰਦਰ ਆਪਣੀ ਯਾਤਰਾ ਆਪਣੀ ਹੈਗੀ ਆ। ਇਹ ਕਿਉਂ ਮਹਾਰਾਜ ਦੱਸ ਰਿਹਾ ਹੈ ਕਿ ਇਹ ਜਿਹੜੇ ਹੈਗੇ ਆ ਕਰਮਕਾਂਡ, ਕਿਉਂ ਇਹ ਜਿਹੜੇ ਹੈਗੇ ਮੂਰਤੀ ਪੂਜਾ ਜਾਂ ਇਸ ਤਰ੍ਹਾਂ ਜਿਹੜੇ ਹੈਗੇ ਬਾਹਰੀ ਪੂਜਾ, ਇਹਦਾ ਖੰਡਨ ਕਿਉਂ ਕਰ ਰਿਹਾ? ਕਿਉਂਕਿ ਮਹਾਰਾਜ ਕਹਿੰਦੇ ਭਾਈ ਅਗਿਆਨਤਾ ਦੇ ਵਿੱਚ ਹੈਗਾ ਬੰਦਾ, ਤੂੰ ਅਗਿਆਨਤਾ ਦੇ ਵਿੱਚ ਹੈਗਾ, ਗਿਆਨ ਨਹੀਂ ਹੈਗਾ ਤੈਨੂੰ ਜਿਹੜਾ ਹੈਗੇ ਜਿਹੜੇ ਰਸਤੇ ਹੈਗੇ ਇਹ ਜਿਹੜੇ ਕਰਮਕਾਂਡਾਂ ਦੇ ਰਸਤੇ ਹੈਗੇ ਇਹਨਾਂ ਦੀ ਮੰਜ਼ਿਲ ਨਹੀਂ ਹੈਗੀ ਕਿਤੇ। ਇਹ ਰਸਤੇ ਹੈਗੇ ਸਿਰਫ ਰਸਤੇ ਤੇ ਚੱਲ ਕੇ ਜਿਹੜਾ ਜੇ ਮੰਜ਼ਿਲ ਵੱਲ ਨੂੰ ਜਿਸ ਮੰਜ਼ਿਲ ਜਿੱਥੇ ਜਾਣਾ ਚਾਹੁੰਦੇ ਹੋ ਉਧਰ ਨੂੰ ਇਹ ਰਾਹ ਜਾਂਦਾ ਹੀ ਨਹੀਂ ਤੇ ਆਪਾਂ ਕਿਸ ਤਰ੍ਹਾਂ ਪਹੁੰਚਾਂਗੇ ਦੱਸੋ? ਇਸ ਕਰਕੇ ਭਾਈ ਮਾਲਕ ਨੂੰ ਰਸਤਾ ਜਿਹੜਾ ਜਾਂਦਾ ਹੈ ਉਹ ਮਾਲਕ ਦਾ ਰਸਤਾ ਪਰਮਾਤਮਾ ਨੇ ਡਿਜ਼ਾਈਨ ਹੀ ਐਸਾ ਕੀਤਾ ਹੈ ਦੁਨੀਆ ਦੇ ਵਿੱਚ। ਆਪਣਾ ਹਿਊਮਨ ਬਾਡੀ, ਇਨਸਾਨ ਦਾ ਸਰੀਰ ਐਸਾ ਡਿਜ਼ਾਈਨ ਕੀਤਾ ਹੈ ਉਹਨੇ ਕਿ ਇਹ ਜਿਹੜਾ ਹੈਗਾ ਇਹਦਾ ਨਿਕਲਣ ਦਾ ਇਸ ਰਸਤੇ ਤੋਂ, ਇਹ ਦੁਨੀਆ ਦੇ ਵਿੱਚੋਂ ਇਸ ਤੋਂ ਜਿਹੜਾ ਹੈਗਾ ਇਹ ਜੂਨਾਂ ਦੇ ਵਿੱਚੋਂ ਜਿਹੜਾ ਹੈਗਾ ਨਿਕਲਣਾ ਜੇ ਹੈ ਤੇ ਉਹ ਆਪਣੇ ਅੰਦਰ ਵੜਨਾ ਪਊਗਾ, ਧਿਆਨ ਸਿਮਰਨ ਕਰਨਾ ਪਊਗਾ। ਅੰਦਰ ਪਰਮਾਤਮਾ ਆਲਰੇਡੀ ਬਿਰਾਜਮਾਨ ਹੈਗਾ, ਇਹ ਬਾਹਰੀ ਹੈਗਾ। ਅੰਦਰ ਤਾਂ ਮਾਲਕ ਪਰਮਾਤਮਾ ਆਪਣੇ ਹਿਰਦੇ ਦੇ ਵਿੱਚ ਬਿਰਾਜਮਾਨ ਆ। ਉਹ ਆਤਮਾ ਆਪਣੀ, ਉਹਨੂੰ ਆਪਾਂ ਨੇ ਪ੍ਰਗਟ ਕਰਨਾ ਹੈ। ਇਹੀ ਯਾਤਰਾ ਹੈਗੀ। ਕਰ ਨਾਰਾਇਣ ਸਭਾ ਨਾਲ ਪੂਜ ਕਰੇ ਰੱਖੇ ਨਾ ਵਾੜ। ਕਹਿੰਦੇ ਉਸ ਮੂਰਤੀ ਦੀ ਪੂਜਾ ਕਰਦਾ ਹੈ ਕੋਈ ਵੀ ਜਿਹੜਾ ਹੈਗਾ ਜਿਸ ਤੇ ਸ਼ਰਧਾ ਹੈਗੀ, ਭਾਵੇਂ ਜਿਹੜਾ ਹੈਗਾ ਸ਼੍ਰੀ ਰਾਮਚੰਦਰ ਜੀ ਦੀ, ਭਾਵੇਂ ਕ੍ਰਿਸ਼ਨ ਜੀ ਦੀ ਮੂਰਤੀ, ਔਰ ਨਾਲ ਉਹਨਾਂ ਦੇ ਹੋਰ ਜਿਹੜੇ ਦੇਵੀ ਦੇਵਤਾ ਵੀ, ਉਹਨਾਂ ਦੀ ਵੀ ਸਭਾ ਬਣਾਈ ਹੋਈ ਆ। ਤੇ ਪੂਜ ਕਰੇ ਰੱਖੇ ਨਵਾਲ, ਉਹਨਾਂ ਨੂੰ ਜਿਹੜਾ ਹੈਗਾ ਪੂਜਾ ਕਰਦਾ ਹੈ ਔਰ ਨਲਾਉਂਦਾ ਹੈ ਤੇ ਆਪ ਵੀ ਨਹਾਉਂਦਾ ਹੈ, 2 ਤੋਤੀਆਂ ਆਪ ਵੀ ਪਾਉਂਦਾ ਹੈ। ਕੁੰਗੂ ਚੰਨਣ ਫੁੱਲ ਚੜਾਏ, ਪੈਰੀ ਪੈ ਬਹੁਤ ਮਨਾਏ। ਔਰ ਕੇਸਰ ਤੇ ਚੰਨਣ ਦੀ ਲੱਕੜ ਘਸਾ ਕੇ ਤੇ ਅਗਰਬੱਤੀਆਂ ਫੁੱਲ ਇਹ ਬਹੁਤ ਚੜਾਉਂਦਾ ਆ ਤੇ ਪੈਰੀ ਪੈ ਕੇ, ਔਰ ਬਹੁਤ ਮੂਰਤੀ ਦੀ ਜਿਹੜੀ ਹੈਗੀ ਆ ਮੂਰਤੀ ਦੀ ਪੂਜਾ ਕਰਦਾ ਆ ਪੈਰੀ ਪੈ ਕੇ। ਬਹੁਤ ਜਿਹੜੇ ਹਾੜੇ ਕੱਢ ਕੇ ਜਿਹੜੀ ਹੈਗੀਆਂ ਮੂਰਤੀ ਪੂਜਾ ਕਰਦਾ ਉਹ। ਹਾਂਜੀ ਗੋਰਖ ਸਾਹਿਬ ਜੀ, ਬਿਲਕੁਲ ਠੀਕ ਹੈ ਜੀ। ਔਰ ਸਾਧ ਸੰਗਤ ਜੀ, ਫਿਰ ਉਹੀ ਗੱਲ ਮੈਂ ਕਹਿ ਰਿਹਾ ਕਿ ਧਰਮ ਜਿਹੜਾ ਹੈ ਨਾ ਉਹ ਆਪਾਂ ਨੂੰ ਉਹ ਸਿਖਾਉਂਦਾ ਹੈ ਕਿ ਜੀਵਨ ਨੂੰ ਜੀਣਾ ਕਿੱਦਾਂ ਹੈ। ਜੀਵਨ ਜੀਉਣਾ ਇੱਕ ਕਲਾ ਹੈ। ਔਰ ਜੇਕਰ ਆਪਾਂ ਮੂਰਤੀਆਂ ਦੀ ਪੂਜਾ ਕਰਦੇ ਹਾਂ, ਉਹ ਤਾਂ ਮੈਂ ਫੋਟੋ ਦੀ ਪੂਜਾ ਕਰਦਾ ਹਾਂ, ਔਰ ਮੇਰਾ ਘਰੇ ਕੋਈ ਚੰਗਾ ਬਿਹੇਵੀਅਰ ਨਹੀਂ ਆ, ਮੈਂ ਆਪਣੇ ਮਾਂ-ਬਾਪ ਦੀ ਰਿਸਪੈਕਟ ਨਹੀਂ ਕਰਦਾ, ਮੈਂ ਬੱਚਿਆਂ ਨੂੰ ਸਹੀ ਤਰ੍ਹਾਂ ਸੰਸਕਾਰ ਨਹੀਂ ਦੇ ਰਿਹਾ, ਮੈਂ ਆਪਣੀ ਵਾਈਫ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰ ਰਿਹਾ, ਕਿ ਇੱਕ ਕੰਮ ਕਰਕੇ ਔਰ ਬਾਕੀ ਸਾਰੇ ਫਾਲਤੂ ਕੰਮ ਕਰਕੇ ਮੈਂ ਪ੍ਰਮਾਤਮਾ ਨੂੰ ਖੁਸ਼ ਕਰ ਸਕਦਾ? ਜਸਟ ਸੋਚ ਲਓ। ਆਪਾਂ ਪ੍ਰੈਕਟੀਕਲੀ ਗੱਲ ਕਰਦੇ ਹਾਂ ਕਿ ਆਪਾਂ ਦੁਨੀਆ ਦੇ ਨਾਲ ਆਪਾਂ ਕਿੱਦਾਂ ਦਾ ਵਰਤਾਓ ਕਰਦੇ ਹਾਂ। ਔਰ ਬਾਅਦ ਦੇ ਵਿੱਚ ਮੈਂ ਇੱਕ ਕਾਮਨ ਸੈਂਸ ਆ, ਔਰ ਮੈਂ ਮਾੜੇ ਪੈਸੇ ਦੇ ਨਾਲ ਕੁਝ ਧਾਰਮਿਕ ਕੰਮ ਵੀ ਕਰਦਾ ਹੈ, ਕਿ ਉਹ ਕੁਛ ਕੰਮ ਬਣ ਸਕਦਾ? ਕਿ ਪ੍ਰਮਾਤਮਾ ਨੂੰ ਨਹੀਂ ਪਤਾ ਲੱਗਦਾ ਕਿ ਚਰਨਜੀਤ ਕਿੱਥੋਂ ਪੈਸੇ ਲੈ ਕੇ ਆ ਰਿਹਾ? ਸੋ ਬਾਣੀ ਸਾਨੂੰ ਇਹ ਗਿਆਨ ਕਰਾ ਰਹੀ ਆ ਕਿ ਜਿਹੜੇ ਕਰਮ ਅਸੀਂ ਕਰ ਰਹੇ ਹਾਂ ਉਹ ਨਾ ਕੀਤੇ ਜਾਣ। ਇਹ ਗੁਰੂਆਂ ਨੇ ਇਸੇ ਲਈ ਬਾਣੀ ਦਾ ਉਚਾਰਨ ਕੀਤਾ ਸੀ, ਸਾਨੂੰ ਅਗਿਆਨ ਤੋਂ ਮੁਕਤ ਕੀਤਾ ਗਿਆ। ਹੁਣ ਦੇਖੋ ਬਾਹਰ ਜਿਹੜਾ ਆਪਾਂ, ਮੈਂ ਥੋੜੀ ਜਿਹੀ ਇੱਕ ਸੈਕਿੰਡ ਲਾਉਣਾ, ਥੋੜਾ ਜਿਹਾ ਆਪ ਅੰਡਰਸਟੈਂਡ ਕਰੋ ਤੇ ਥੋੜਾ ਜਿਹਾ ਤੁਹਾਨੂੰ ਫਿਰ ਫਾਇਦਾ ਹੋ ਜਾਏ। ਸਭ ਤੋਂ ਪਹਿਲਾਂ ਹੈਗਾ ਜੇ ਪੁਰਸ਼ ਤੋਂ ਭਾਵ ਆਤਮਾ। ਆਤਮਾ ਨੇ ਕੀ ਕੀਤਾ? ਜਿਹੜਾ ਪੁਰਸ਼ ਹੈ ਚੇਤਨ ਆ, ਤੇ ਪੁਰਸ਼ ਨੇ ਪ੍ਰਕਿਰਤੀ ਦੀ ਰਚਨਾ ਕੀਤੀ ਹੈ। ਪ੍ਰਕਿਰਤੀ ਦੇ ਵਿੱਚ ਕੀ ਆਉਂਦਾ? ਇਹਦੇ ਵਿੱਚ ਬੁੱਧੀ ਆ ਜਾਂਦੀ ਹੈ, ਔਰ ਬੁੱਧੀ ਦੇ ਵਿੱਚ ਫਿਰ ਅੱਗੇ ਆ ਜਾਂਦਾ ਮੈਂ ਭਾਵ। ਮੈਂ ਦਾ ਮਤਲਬ ਅਹੰਕਾਰ। ਤੇ ਜਦੋਂ ਮੈਂ ਭਾਵ ਆ ਗਿਆ, ਫਿਰ ਚੇਤਾ ਆ ਜਾਣਾ ਵਾ, ਫਿਰ ਮਨ ਆ ਜਾਣਾ, ਤੇ ਫਿਰ ਇਹ ਸਾਰੇ ਇਕੱਠੇ ਹੋ ਜਾਣੇ ਆ। ਹੁਣ ਇੱਥੇ ਕੀ ਹੁੰਦਾ ਕਿ ਇਹਦੇ ਗਾੜੀ ਇਰਕ ਹੋ ਗਈਆਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ। ਹੁਣ ਆਪਾਂ ਕੋਈ ਵੀ ਕੰਮ ਕਰਦੇ ਹਾਂ, ਫਿਰ ਮਨ 'ਚ ਪਹਿਲਾਂ ਫੁਰਨਾ ਆਉਂਦਾ ਤੇ ਫਿਰ ਹੀ ਤੇ ਗਿਆਨ ਇੰਦਰੀਆਂ ਦੇ ਨਾਲ ਆਪਾਂ ਕੰਮ ਕਰਦੇ ਹਾਂ। ਕਮਾਂਡ ਤੇ ਸਰੀਰ ਨੂੰ ਤਾਂ ਹੀ ਮਿਲਦੀ। ਔਰ ਜਦੋਂ ਕਰਮ ਇੰਦਰੀਆਂ ਕੋਲ ਕਮਾਂਡ ਜਾਂਦੀ ਹੈ ਤੇ ਕਰਮ ਇੰਦਰੀਆਂ ਕੀ ਕਰਦੀਆਂ? ਉਹ ਕਰਮ ਕਰ ਜਾਂਦੀਆਂ।
ਹੁਣ ਸਾਡੇ ਸਰੀਰ 'ਚ ਮੈਂ ਆਪ ਜੀ ਇਹ ਦੱਸਣਾ ਚਾਹੁੰਦਾ, ਜਿਹੜਾ ਈੜਾ ਪਿੰਗਲਾ ਸੁਖਮਣਾ ਦੀ ਗੱਲ ਕਰਦੇ ਆ ਨਾ ਆਪਾਂ, ਅਸਲ ਦੇ ਵਿੱਚ ਕੀ ਆ ਕਿ ਸਾਡੇ ਸਰੀਰ 'ਚ ਨਾ ਪ੍ਰਾਣ ਊਰਜਾ ਚੱਲਦੀ ਹੈ। ਤੇ ਜਦੋਂ ਆਪਾਂ ਗਲਤ ਤਰੀਕੇ ਨਾਲ ਜੀਵਨ ਨੂੰ ਬਤੀਤ ਕਰਦੇ ਆ, ਆਪ ਇੱਕ ਚੀਜ਼ ਨੂੰ ਅੰਡਰਸਟੈਂਡ ਕਰੋ, ਇੱਕ ਪਾਈਪ ਆ ਬੜਾ ਸੋਹਣਾ ਕੰਮ ਕਰਦੀ, ਉਹ 'ਚ ਪਾਣੀ ਆਪਾਂ ਭੇਜ ਰਹੇ ਹਾਂ, ਅਗਲੇ ਬੰਨੇ ਪਹੁੰਚ ਰਿਹਾ, ਪਰ ਆਪਾਂ ਰੋਜ਼ ਹੀ ਉਸੇ ਪਾਈਪ 'ਚ ਕੋਈ ਕਿੱਲ ਮਾਰੀਏ, ਕੋਈ ਘੋੜਾ ਮਾਰੀਏ, ਕੋਈ ਕਈ ਮਾਰ ਦਈਏ, ਕੀ ਹੋਊਗਾ? ਭਾਵੇਂ ਜਿੱਡੀ ਮਰਜ਼ੀ ਮਜ਼ਬੂਤ ਪਾਈਪ ਆ, ਹੌਲੀ ਹੌਲੀ ਕਰਕੇ ਉਹ ਛੇਕ ਹੋ ਜਾਣੇ। ਜਦੋਂ ਅਸੀਂ ਆਪਣੀ ਮੱਤ ਦੇ ਨਾਲ, ਬੁੱਧੀ ਦੇ ਨਾਲ ਅਸੀਂ ਉਲਟੇ ਪੁਲਟੇ ਕੰਮ ਕਰਦੇ ਆ ਔਰ ਮਨ ਕੋ ਕਰਾਉਂਦੇ ਆ, ਤੇ ਫਿਰ ਕੀ ਹੁੰਦਾ ਹੈ, ਉਹ ਜਿਹੜੀ ਸਾਡੇ ਅੰਦਰ ਜਿਹੜੀ ਪ੍ਰਾਣ ਊਰਜਾ ਹੈ ਨਾ, ਉਹਦਾ ਬੈਲੈਂਸ ਟੁੱਟ ਜਾਂਦਾ, ਉਹਦਾ ਖੇੜਾ ਹੌਲੀ ਹੌਲੀ ਕਰਕੇ ਸਾਡੇ ਤੋਂ ਦੂਰ ਹੋ ਜਾਂਦਾ। ਤੁਸੀਂ ਦੇਖਿਆ ਨਹੀਂ, ਕਈਆਂ ਦੇ ਚਿਹਰੇ ਵੇਖੋ ਇੱਕਦਮ ਉਹ ਬਿਲਕੁਲ ਇੰਝ ਲੱਗਦਾ ਕਿ ਮਰ ਚੁੱਕੇ ਨੇ, ਉਹ ਕੁਛ ਰੌਣਕ ਨਹੀਂ ਹੈਗੀ, ਬੁੱਝ ਗਏ ਨੇ ਕਿ ਦੀਵੇ ਨੂੰ, ਅੰਦਰ ਕੁਛ ਨਹੀਂ ਹੈਗਾ। ਉਸ ਬੰਦੇ ਨੇ ਕੀ ਕੀਤਾ ਕਿ ਜਿਹੜੀ ਆਪਣੀ ਜਿਹੜਾ ਉਹਦਾ ਪ੍ਰਾਣ ਊਰਜਾ ਨਾ, ਉਹਦੀ ਪ੍ਰਵਾਹ ਨੂੰ ਬਲੌਕ ਕਰਤਾ, ਕਿ ਤਾਂ ਕੀ ਮਾੜਾ ਸੋਚ ਰਿਹਾ ਜਾਂ ਕੁਛ ਕਰ ਰਿਹਾ, ਜਿਹਦੇ ਕਰਕੇ ਉਹਨੇ ਕੀ ਕੀਤਾ ਕਿ ਉਹ એનર્ਜੀ ਦਾ ਫਲੋ ਬੰਦ ਕਰਤਾ। ਔਰ ਜਦੋਂ એનર્ਜੀ ਦਾ ਫਲੋ ਬੰਦ ਹੋ ਗਿਆ, ਸਾਡੇ ਸਰੀਰ 'ਚ ਨੁਕਸ ਆਉਣ ਲੱਗ ਪੈਂਦੇ। ਤੇ ਇਹ ਆਪਾਂ ਜਿਹੜੀ ਵੀ ਚੀਜ਼ ਮਨ 'ਚ ਵਿਚਾਰ ਕਰਦੇ ਹਾਂ ਜਾਂ ਸੋਚਦੇ ਹਾਂ, ਉਹਦਾ ਸਾਡੇ ਸਰੀਰ ਤੇ ਪ੍ਰਭਾਵ ਪੈਂਦਾ ਵਾ। ਆਪ ਇੱਕ ਚੀਜ਼ ਨੂੰ ਅੰਡਰਸਟੈਂਡ ਕਰੋ। ਹੁਣ ਪ੍ਰੈਸ ਆ, ਤੁਹਾਡੇ ਘਰ ਪ੍ਰੈਸ ਆ, ਤੁਸੀਂ ਸਾਰਾ ਦਿਨ ਕੱਪੜੇ ਪ੍ਰੈਸ ਕਰੀ ਜਾਓ, ਕੋਈ ਪ੍ਰੋਬਲਮ ਨਹੀਂ ਆ, ਪਰ ਤੁਸੀਂ ਓਦਾਂ ਹੀ ਲਾ ਕੇ ਉਹਨੂੰ ਛੱਡ ਦਿਓ, ਕੋਈ ਪ੍ਰੈਸ ਨਾ ਕਰੋ ਕੱਪੜੇ, ਕੀ ਹੋਊਗਾ? ਉਹ ਛੇਤੀ ਖਰਾਬ ਹੋ ਜਾਣੀ ਆ। ਇਸੇ ਹੀ ਤਰ੍ਹਾਂ ਜਿਹੜਾ ਸਾਡਾ ਸਰੀਰ ਹੈ, ਕੰਮ ਕਰਨਾ ਕਿਤੇ ਨਹੀਂ ਕੋਈ ਨੁਕਸ ਪੈਂਦਾ। ਇਹਨੂੰ ਨੁਕਸ ਉਦੋਂ ਪੈਂਦਾ ਵਾ ਜਦੋਂ ਅਸੀਂ ਵਿਹਲੇ ਬੈਠੇ ਹੋਏ ਬਿਨਾਂ ਮਤਲਬ ਦੀਆਂ ਫਾਲਤੂ ਦੀਆਂ ਗੱਲਾਂ ਦੇ ਵਿੱਚ ਆਪਾਂ ਸੁਰਤੀ ਆਪਣੀ ਲੈ ਕੇ ਜਾਂਦੇ ਹਾਂ ਔਰ ਪੁਰਾਣੀਆਂ ਬੀਤ ਚੁੱਕੀਆਂ ਗੱਲਾਂ ਨੂੰ ਜਾਣ ਨਹੀਂ ਦਿੰਦੇ। ਧਿਆਨ ਸਿਮਰਨ 'ਚ ਕੀ ਹੈ ਕਿ ਅਸੀਂ ਕੇਵਲ ਉਸ ਪ੍ਰੋਸੈਸ ਨੂੰ ਰੋਕਣਾ ਹੈ। ਆਪਣੇ ਜੀਵਨ ਦੀ ਜਿਹੜੀ ਸਪੀਡ ਹੈ ਨਾ, ਜਿਹੜੇ ਆਪਾਂ ਗਲਤ ਗੱਡੀ ਭਜਾ ਲਈ ਆ। ਅਸਲ 'ਚ ਆਪਾਂ ਕੀ ਕੀਤਾ ਕਿ ਆਪਾਂ ਇੰਦਰੀਆਂ ਦੇ ਵੱਸ 'ਚ ਆ ਗਏ। ਹੁਣ ਇੰਦਰੀਆਂ ਜਿਹੜੀਆਂ ਆਪਾਂ ਨੂੰ ਬਾਹਰ ਮੁਕੀ ਲੈ ਕੇ ਜਾਂਦੀਆਂ ਨੇ, ਉਹ ਚਾਹੀਦਾ, ਉਹ ਚਾਹੀਦਾ, ਇਹ ਚਾਹੀਦਾ, ਏਦਾਂ ਹੋਣਾ ਚਾਹੀਦਾ, ਮੈਂ ਹਉਮੈ ਹੰਕਾਰ। ਹੁਣ ਜਦੋਂ ਓਦਾਂ ਨਹੀਂ ਹੁੰਦਾ ਤੇ ਸਾਡਾ ਜਿਹੜਾ ਅੰਦਰ ਆ, ਜਿਹੜਾ ਪੁਰਸ਼ ਆ, ਜਿਹੜਾ ਉੱਪਰ ਬੈਠਾ ਪ੍ਰਕਿਰਤੀ 'ਚ, ਅਸਲ 'ਚ ਅਸੀਂ ਅਗਿਆਨ ਕਰਕੇ ਹੀ ਦੁਖੀ ਆ। ਕਿਉਂਕਿ ਪੁਰਸ਼ ਜਿਹੜਾ ਹੈ, ਪੁਰਸ਼ ਨਾ ਤੇ ਜੰਮਦਾ ਨਾ ਮਰਦਾ। ਜਿਹੜਾ ਤੁਹਾਡੇ ਅੰਦਰ ਤੱਤ ਨਹੀਂ ਹੈਗਾ ਜੀ, ਉਹ ਨਹੀਂ ਜੰਮਦਾ ਮਰਦਾ, ਉਹ ਤੇ ਅਮਰ ਆ। ਪਰ ਆਪਾਂ ਅਗਿਆਨ ਦੇ ਵਕਤ 'ਚ ਹੀ ਆਪਣੇ ਆਪ ਨੂੰ ਉਲਝਾ ਲਿਆ। ਤੁਸੀਂ ਵੇਖੋ, ਆਪਾਂ ਰਾਤ ਨੂੰ ਸੌਂਦੇ ਹਾਂ, ਸੁਪਨਾ ਕੌਣ ਵੇਂਦਾ? ਮਨ ਵੇਂਦਾ ਹੈ। ਪਰ ਇਹ ਵੀ ਤੇ ਵੇਂਦਾ ਪਿਆ ਨਾ ਕਿ ਮਨ ਨੇ ਸੁਪਨਾ ਵੇਖਿਆ, ਦੱਸਣ ਵਾਲਾ ਲਾਗੇ ਬੈਠਾ ਹੈ। ਮੁझ ਤੇ ਗਹਿਰੀ ਨੀਂਦ ਚੱਲ ਜਾਂਦੇ ਜੋ, ਜਿੱਥੇ ਕੋਈ ਸੁਪਨਾ ਨਹੀਂ ਹੈਗਾ। ਫਿਰ ਤੁਹਾਨੂੰ ਉਹ ਵੀ ਦੱਸਦਾ ਵਾ ਕਿ ਅੱਜ ਨੀਂਦ ਬਹੁਤ ਵਧੀਆ ਆਈ ਆ, ਕੋਈ ਸੁਪਨਾ ਨਹੀਂ ਆਇਆ। ਇਹਦਾ ਮਤਲਬ ਕਿ ਗਹਿਰੀ ਨੀਂਦ 'ਚ ਵੀ ਉਹ ਸੁੱਤਾ ਨਹੀਂ ਸੀ, ਉਹ ਜਾਗਣ ਦਿਆ ਸੀ। ਉਹ ਬਹੁਤ ਵਧੀਆ, ਉਹ ਹੈ ਪੁਰਸ਼। ਉਹ ਤੁਹਾਡਾ ਸਾਖੀ ਹੈ, ਤੁਹਾਡੇ ਨਾਲ। ਤੁਸੀਂ ਉਹੀ ਜੋ, ਤੁਸੀਂ ਕੀ ਸਮਝ ਰਹੇ ਜੋ? ਤੁਸੀਂ ਆਪਣੇ ਆਪ ਨੂੰ ਸਮਝੋ ਕਿ ਮੇਰਾ ਪੈਰ, ਮੇਰੇ ਹੱਥ, ਮੇਰੀਆਂ ਅੱਖਾਂ, ਮੇਰਾ ਸਰੀਰ। ਤੁਸੀਂ ਦੁਖੀ ਕਿਉਂ ਜੋ? ਕਿਉਂਕਿ ਤੁਸੀਂ ਭਰਮ 'ਚ ਆ ਗਏ ਜੋ, ਮਾਇਆ ਪ੍ਰਕਿਰਤੀ 'ਚ ਆ ਗਏ। ਪੁਰਸ਼ ਹਾਂ ਆਪਾਂ ਸਾਰੇ। ਤੁਸੀਂ ਵੇਖਿਆ ਨਹੀਂ ਪੁਰਸ਼, ਇੱਧਰ ਵੀ ਪੁਰਸ਼, ਇੱਧਰ ਹੀ ਪੁਰਸ਼। ਬਟ ਇਹ ਕਿ ਪਰਮਾਤਮਾ ਨੇ ਏਦਾਂ ਹੀ ਪ੍ਰਕਿਰਤੀ ਦੀ ਰਚਨਾ ਕੀਤੀ ਹੈ। ਉਹ ਕਹਿੰਦਾ ਤੂੰ ਆਤਮਾ ਨੂੰ ਸਾਖਸ਼ਾਤ ਕਰਕੇ ਤੇ ਇੱਥੋਂ ਬਾਹਰ ਆ ਜਾ। ਉਹਦਾ ਤੁਸੀਂ ਨਾ ਤੁਹਾਨੂੰ ਆਨੰਦ ਮਿਲਣਾ, ਨਾ ਤੁਹਾਨੂੰ ਸੁੱਖ ਮਿਲਣਾ, ਨਾ ਤੁਹਾਨੂੰ ਸ਼ਾਂਤੀ ਮਿਲਣੀ। ਹਾਂਜੀ ਨਿਜਰ ਸਾਹਿਬ ਬੋਲੋ। ਬਹੁਤ ਵਧੀਆ ਜੀ, ਬਹੁਤ ਵਧੀਆ। ਹੁਣ ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਆਪਾਂ ਪ੍ਰੈਕਟੀਕਲ ਗੱਲ ਕਰਨੀ ਆ ਬਹੁਤ। ਆਪਾਂ ਕੋਈ ਐਵੇਂ ਨਹੀਂ ਕਿ ਭੇਡਾਂ ਨੂੰ ਤੁਰੇ ਜਾਓ। ਆਪਾਂ ਜੋ ਵੀ ਪੈਰ ਰੱਖਾਂਗੇ, ਇਕੱਠੇ ਰੱਖਾਂਗੇ, 80 ਸਰੀਰ ਆ, 60 ਸਰੀਰ ਆ, ਇੱਕ ਰਾਈਟ ਡਾਇਰੈਕਸ਼ਨ ਵੱਲ ਮੂਵ ਹੋਣਾ ਆਪਾਂ ਇਕੱਠੇ। ਕਿਉਂਕਿ ਕਾਫੀ ਜ਼ਿਆਦਾ એનર્ਜੀ ਕ੍ਰੀਏਟ ਹੋ ਚੁੱਕੀ ਹੈ ਇਸ ਧਰਤੀ ਤੇ। ਰੈਵੋਲੂਸ਼ਨ ਹੋਏਗਾ ਔਰ ਆਲਰੇਡੀ ਹੋ ਗਿਆ, ਔਰ ਤੁਸੀਂ ਉਸ ਚੀਜ਼ ਨੂੰ ਅਨੁਭਵ ਕਰ ਰਹੇ ਹੋ। ਹੁਣ ਇਹ ਆ ਕਿ ਇਹਨੂੰ, ਜ਼ਿੰਦਗੀ ਨੂੰ ਸਮਝਣਾ ਹੈ ਆਪਾਂ। ਇਹ ਜਿਹੜਾ ਪੁਰਸ਼ ਆ, ਪੁਰਸ਼ ਕੀ ਕਰਦਾ ਹੈ ਕਿ ਪੁਰਸ਼ ਜਦੋਂ ਇੰਦਰੀਆਂ ਦੇ ਵਿੱਚ ਆਉਂਦਾ ਹੈ, ਕਿਉਂਕਿ ਪੁਰਸ਼ ਇਕੱਲਾ ਹੀ ਸੀ। ਇਹ ਪਰਮਾਤਮਾ ਨੇ ਏਦਾਂ ਹੀ ਗੇਮ ਬਣਾਈ ਹੈ। ਤੁਸੀਂ ਪੁਰਾਣੇ ਸਾਰੇ ਗ੍ਰੰਥ ਕੱਢ ਕੇ ਵੇਖ ਲਓ, ਹਿੰਦੂਆਂ ਦੇ ਕੱਢ ਲਓ, ਆਪਣਾ ਵੀ ਗੁਰੂ ਗ੍ਰੰਥ ਸਾਹਿਬ ਤੁਸੀਂ ਵੇਖ ਲਓ ਕੀ ਕਹਿੰਦੇ। ਬਾਣੀ ਤਾਂ ਆਪਾਂ ਨੂੰ ਆਤਮ ਗਿਆਨ ਦੇ ਬਾਰੇ ਗੱਲ ਕਰ ਰਹੇ ਆ। ਉਹ ਕਹਿੰਦੇ ਕਿ ਤੂੰ ਆਪਣਾ ਨਿਜ ਘਰ ਜਾ। ਨਿਜ ਘਰ ਦਾ ਮਤਲਬ ਤੂੰ ਆਤਮਾ 'ਚ ਆ ਜਾ। ਜਿੰਨਾ ਚਿਰ ਤੱਕ ਸਾਡੀ ਸੁਰਤੀ ਆਤਮਾ 'ਚ ਨਹੀਂ ਜਾਂਦੀ, ਉਹਨਾਂ ਚਿਰ ਤੱਕ ਸਾਨੂੰ ਜਿਹੜਾ ਭੌਤਿਕ ਜਗਤ ਆ, ਇਹਨੇ ਪਰੇਸ਼ਾਨ ਕਰਨੋਂ ਬੰਦ ਨਹੀਂ ਹੋਣਾ, ਨਾ ਇਹਨੇ ਹਟਣਾ। ਅਸੀਂ ਆਪਣੇ ਆਪ ਨੂੰ
ਬਾਹਰ ਮੁਖੀ ਕਰਕੇ ਬੈਠੇ ਆ, ਸੰਸਾਰ ਨਾਲ ਜੋੜ ਕੇ ਬੈਠੇ ਆ, ਤਾਂ ਹੀ ਸਾਨੂੰ ਦੁੱਖ ਲੱਗਦਾ ਕਿ ਮੇਰੇ ਬੱਚੇ ਨੇ ਉਹ ਕੰਮ ਨਹੀਂ ਕੀਤਾ, ਮੇਰੇ ਮਾਪੇ ਨੇ ਉਹ ਕੰਮ ਨਹੀਂ ਕੀਤਾ, ਮੇਰੀ ਘਰ ਦੀ ਨੇ, ਮੇਰੇ ਘਰ ਦੇ ਨੇ ਉਹ ਕੰਮ ਨਹੀਂ ਕੀਤਾ। ਯਥਾਰਕ ਸੱਚ ਹੈ, ਸਾਰੇ ਜੀਵ ਹੈਗੇ ਆ, ਉਹ ਜੀਵ ਧਰਤੀ ਤੇ ਆਏ ਨੇ, ਪਰ ਜਦੋਂ ਆਪਾਂ ਭਾਵਨਾ ਦੇ ਤੌਰ ਤੇ ਜੁੜ ਜਾਂਦੇ ਆ ਤੇ ਫਿਰ ਅਸੀਂ ਪਰੇਸ਼ਾਨ ਹੁੰਦੇ ਹਾਂ। ਅਸਲ 'ਚ ਜਿਹੜੇ ਅਸੀਂ ਸਾਖਸ਼ੀ ਆ। ਧਿਆਨ ਸਿਮਰਨ ਕੀ ਹੈ? ਇੱਕ ਬ੍ਰੇਕ ਹੈ, ਕਿਉਂਕਿ ਕਾਫੀ ਟਾਈਮ ਤੋਂ ਗੱਡੀ ਭਜਾਈ ਆਪਾਂ, ਔਰ ਹੁਣ ਵੀ ਟਾਈਮ ਹੈਗਾ, ਆਪਾਂ ਬ੍ਰੇਕ ਮਾਰਨੇ ਆ ਹੌਲੀ ਹੌਲੀ। 2 ਸਾਲ ਦਾ ਟਾਈਮ ਤੁਹਾਨੂੰ ਕਿਹਾ, 5-6 ਮਹੀਨੇ ਤੇ ਬੜੀ ਗੱਡੀ ਰੁਕ ਜਾਂਦੀ ਹੈ। ਹੁਣ ਦੇਖੋ ਤੁਹਾਡੇ ਜੀਵਨ 'ਚ ਕਿੱਦਾਂ ਖੇੜਾ ਆਉਂਦਾ। ਖੇੜਾ ਕਾਹਦਾ ਵਾ? ਪੁਰਸ਼ ਕੋ ਜਾ ਰਹੇ ਆਪਾਂ, ਔਰ ਹੌਲੀ ਹੌਲੀ ਜਿਵੇਂ ਆਪਾਂ ਪੁਰਸ਼ ਤੇ ਲੀਨ ਹੁੰਦੇ ਗਏ ਤੇ ਉਹ ਵੇਖ ਨਹੀਂ ਰੱਤਿਆ ਗਿਆ, ਪਰਮਾਤਮਾ ਦੇ ਰੰਗ ਵਿੱਚ ਰੱਤਿਆ ਜਾਣਾ ਆਪਾਂ। ਉਹ ਜਿੱਦਾਂ ਦੀਵੇ ਦੀ ਵੱਟੀ ਤੇਲ 'ਚ ਰੱਤੀ ਜਾਂਦੀ ਹੈ, ਫਿਰ ਦੁੱਖ ਕਿਹਨੂੰ ਹੋਣਾ? ਸਾਖਸ਼ੀ ਨੂੰ ਦੁੱਖ ਕਿਤੇ ਨਹੀਂ ਹੋ ਸਕਦਾ। ਔਰ ਮੋਕਸ਼ ਇਹ ਕਿਹਨੂੰ ਚਾਹੀਦਾ? ਇਹ ਸ਼ੁਰੂਆਤ ਆਪਾਂ ਮੋਕਸ਼ ਲਈ ਕਰਦੇ ਹਾਂ, ਬਾਅਦ ਦੇ ਵਿੱਚ ਮੋਕਸ਼ ਵੀ ਕੋਈ ਇੰਨੀ ਵੱਡੀ ਗੱਲ ਨਹੀਂ ਰਹਿ ਜਾਂਦੀ, ਕਿਉਂਕਿ ਅਸੀਂ ਤੇ ਬ੍ਰਹਮ ਹੀ ਹੋ ਜਾਂਦੇ ਹਾਂ, ਪਰ ਪਰਮਾਤਮਾ ਵੀ ਉੱਥੇ ਨਹੀਂ ਹੈਗਾ, ਕਿਉਂਕਿ ਅਸੀਂ ਤੇ ਪਰਮਾਤਮਾ ਹੀ ਹਾਂ। ਪਰ ਜਿੰਨਾ ਚਿਰ ਤੱਕ ਇਹ ਕਹਿਣ ਦੀ ਗੱਲ ਨਹੀਂ ਹੈ, ਇਹ ਅਨੁਭਵ ਦੀ ਗੱਲ ਹੈ, ਆਪਾਂ ਨੂੰ ਅਨੁਭਵ ਕਰਨਾ ਪਊਗਾ, ਔਰ ਉਸ ਦੇ ਲਈ ਆਪਾਂ ਸਾਧਨਾ ਕਰ ਰਹੇ ਹਾਂ। ਤੇ ਹੁਣ ਆਪਾਂ ਅੱਜ ਦੀ ਵਿਚਾਰ ਸ਼ੁਰੂ ਕਰਦੇ ਹਾਂ। ਨਿਜਰ ਸਾਹਿਬ, ਹਾਂਜੀ ਆਪ ਸ਼ੁਰੂ ਕਰੋ ਜੀ। ਸ਼ਲੋਕ ਮਹਲਾ ਪਹਿਲਾ। ਘਰ ਨਾਰਾਇਣ ਸਭਾ ਨਾਲ, ਪੂਜ ਕਰੇ ਰੱਖੈ ਨਾਵਾਲ, ਕੁੰਗੂ ਚੰਨਣ ਫੁੱਲ ਚੜਾਏ, ਪੈਰੀ ਪੈ ਪੈ ਬਹੁਤ ਮਨਾਏ। ਕਹਿੰਦੇ ਮੂਰਤੀ ਸਥਾਪਿਤ ਕਰ ਲਈ ਤੇ ਬ੍ਰਾਹਮਣ ਕਹਿ ਲਓ ਜਾਂ ਹੋਰ ਵੀ ਜਿਹੜੇ ਹੈਗੇ, ਹਰੇਕ ਦੇ ਘਰ ਦੇ ਵਿੱਚ ਅੱਜ ਕੱਲ੍ਹ ਤਾਂ ਜਿਹੜੇ ਹੈਗੇ ਆ ਮੂਰਤੀ ਸਥਾਪਿਤ ਆ ਹਰੇਕ ਦੇ ਘਰ 'ਚ। ਛੋਟਾ ਜਿਹਾ ਜਿਹੜਾ ਨਹੀਂ ਕਮਰਾ ਹੈਗਾ ਤੇ ਉਹਨਾਂ ਨੇ ਛੋਟਾ ਜਿਹਾ ਲੱਕੜ ਦੀ ਉਹ ਲਿਆਉਂਦੇ ਆ, ਬਣਿਆ ਹੁੰਦਾ ਮੰਦਿਰ ਜਿਹਾ ਲੱਕੜ ਦਾ, ਉਹਦੇ ਵਿੱਚ ਮੂਰਤੀ ਸਥਾਪਿਤ ਕਰ ਲੈਂਦੇ ਆ। ਘਰ ਨਾਰਾਇਣ ਸਭਾ ਨਾਲ, ਕਹਿੰਦੇ ਉਹ ਮੂਰਤੀ ਜਿਹੜੀ ਹੈਗੀ ਇਸ਼ਟ ਦੀ ਮੂਰਤੀ ਸਥਾਪਿਤ ਕਰ ਲਈ, ਨਾਲ ਜਿਹੜੇ ਹੋਰ ਦੇਵੀ ਦੇਵਤਾਂ ਦੀ ਸਭਾ ਵੀ ਨਾਲ, ਉਹ ਵੀ ਛੋਟੀਆਂ ਉਹ ਵੀ ਬਣਾ ਲਈਆਂ, ਤੇ ਸਾਰਾ ਜਿਹੜਾ ਹੈਗਾ ਪੂਰੀ ਦੀ ਪੂਰੀ ਨਾਰਾਇਣ ਦੀ ਸਭਾ ਬਣਾ ਲਈ। ਪੂਜ ਕਰੇ ਰੱਖੈ ਨਾਵਾਲ, ਔਰ ਪੂਜਾ ਕਰਦਾ ਹੈ ਬਹੁਤ, ਜਿਹੜਾ ਹੈਗਾ ਉਹਨੂੰ ਪੂਰੀ ਤਰ੍ਹਾਂ ਸ਼ਰਧਾ ਦੇ ਨਾਲ ਜਿਹੜਾ ਹੈਗਾ ਪੂਜਾ ਕਰਦਾ ਹੈ। ਨਵਾਲ ਕੇ ਮੂਰਤੀ ਨੂੰ ਨਲਾਉਂਦਾ ਆ, ਮੂਰਤੀ ਨੂੰ ਚੰਨਣ ਜਿਹੜਾ ਹੈਗਾ ਸਾਰੇ ਕੁੰਗੂ ਚੰਨਣ ਫੁੱਲ ਚੜਾਏ, ਇਹ ਸਾਰੀਆਂ ਚੀਜ਼ਾਂ। ਕੁੰਗੂ ਕਹਿੰਦੇ ਕੇਸਰ ਨੂੰ, ਚੰਨਣ ਕਹਿੰਦੇ ਆ ਚੰਦਨ ਦੀ ਲੱਕੜੀ ਜਿਹੜੀ ਹੈਗੀ, ਉਹਦੀਆਂ ਅਗਰਬੱਤੀਆਂ ਜਾਂ ਊਂ ਚੰਨਣ ਨੂੰ ਘਸਾ ਕੇ ਆਪਣੇ ਮੱਥੇ ਤੇ ਵੀ ਲਾਉਂਦਾ ਹੈ, ਮੂਰਤੀ ਤੇ ਵੀ ਲਾਉਂਦਾ ਹੈ, ਫੁੱਲ ਪੱਤੀਆਂ ਵੀ ਬਹੁਤ ਚੜਾਉਂਦਾ ਹੈ। ਔਰ ਪੈਰੀ ਪੈ ਪੈ ਬਹੁਤ ਮਨਾਏ, ਬਹੁਤ ਮਨਾਉਂਦਾ ਹੈ, ਉਹਦੀ ਮੂਰਤੀ ਦੀ ਪੂਜਾ ਕਰਦਾ ਹੈ। ਔਰ ਮੂਰਤੀ ਨੂੰ ਜਿਹੜਾ ਹੈਗਾ ਪਰਮਾਤਮਾ ਸਮਝਦਾ ਹੈ ਵੀ ਮੈਨੂੰ ਇਹ ਮੂਰਤੀ ਜਿਹੜੀ ਹੈ ਸਾਰਾ ਕੁਛ ਦਊਗੀ, ਸਾਰਾ ਕੁਛ ਮੂਰਤੀ ਕੋਲੋਂ ਮੰਗਦਾ ਹੈ ਉਹ। ਪੈਰੀ ਪੈ ਪੈ ਬਹੁਤ ਮਨਾਏ। ਹਾਂਜੀ ਗੁਰਕੀ ਸਾਹਿਬ। ਬਿਲਕੁਲ ਠੀਕ ਹੈ ਜੀ। ਹੁਣ ਵੇਖੋ ਸਾਧ ਸੰਗਤ ਜੀ ਆਪਾਂ ਨੂੰ ਬਾਣੀ ਸਮਝਾ ਰਹੀ ਹੈ ਕਿ ਇਹਦੇ ਚ ਚਲੋ ਆਪਾਂ ਸਾਰਿਆਂ ਨੂੰ ਲੈਂਦੇ ਹਾਂ। ਹਾਂਜੀ ਹਾਂਜੀ। ਇਹ ਬਾਹਰ ਮੁਖੀ ਦੀ ਗੱਲ ਕਰ ਰਹੇ ਨੇ, ਕਹਿੰਦੇ ਘਰ ਨਾਰਾਇਣ ਸਭਾ ਨਾਲ ਤੇ ਪੂਜਾ ਕਰੇ ਰੱਖੇ ਨਵਾਲ। ਨਵਾਲ ਦਾ ਮਤਲਬ ਹੈਗਾ ਇਸ਼ਨਾਨ, ਠੀਕ ਹੈ। ਹਾਂਜੀ। ਤੇ ਵੇਖ ਲਓ ਹੁਣ ਲੋਕੀ ਆਮ ਹੀ ਪੱਥਰਾਂ ਦੀਆਂ ਮੂਰਤੀਆਂ ਬਣਾ ਲੈਂਦੇ ਨੇ, ਔਰ ਜੇ ਮੁਸਲਮਾਨ ਵੇਖੋ ਤੇ ਉਹ ਵੀ ਕਿਹੜੇ ਬੱਚੇ ਨੇ, ਉਹ ਵੀ ਤੇ ਪੱਥਰ ਦੀ ਪੂਜਾ ਕਰ ਰਹੇ। ਮੱਕੇ ਚ ਕੀ ਪੱਥਰ ਤੇ ਹੈਗਾ। ਹਾਂ, ਲੋਕਾਂ ਨੇ ਕਹਿੰਦੇ ਮੂਰਤੀ ਪੂਜਾ ਕਰਦੇ। ਇੰਡੀਆ ਚ ਆਏ ਸੀ, ਮੂਰਤੀਆਂ ਤੋੜਤੀਆਂ ਸੀ ਇਹਨਾਂ ਨੇ, ਪਰ ਖੁਦ ਵੀ ਮੂਰਤੀ ਪੂਜਾ ਕਰ ਰਹੇ ਨੇ। ਬੁੱਧ ਵਾਲੇ ਵੇਖੋ, ਬੁੱਧ ਧਰਮ, ਮਹਾਤਮਾ ਬੁੱਧ ਨੇ ਉਹ ਇਹ ਚੀਜ਼ ਦੀ ਮਨਾਹੀ ਕੀਤੀ ਸੀ। ਹੁਣ ਬੁੱਧ ਧਰਮ ਜਿਹੜਾ ਸਾਰਾ ਹੀ ਮੂਰਤੀ ਨੇ ਕਵਰ ਕਰ ਲਿਆ। ਉਹਨਾਂ ਕੋਲ ਰੱਬ ਨਹੀਂ ਹੈਗਾ ਤਾਂ ਉਹਨਾਂ ਮਹਾਤਮਾ ਬੁੱਧ ਦੀ ਮੂਰਤੀ ਬਣਾ ਕੇ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਜੈਨ ਧਰਮ ਵੇਖ ਲਓ, ਇਹ ਵੀ ਇਹਨਾਂ ਕੋਲ ਰੱਬ ਨਹੀਂ ਹੈਗਾ ਤੇ ਇਹਨਾਂ ਤੋਂ ਵੇਖ ਲਓ, ਇਹਨਾਂ ਨੇ ਆਪਣੀਆਂ ਜੈਨੀਆਂ ਨੇ ਆਪਣੇ ਜਿਹੜੇ ਹੈਗੇ ਨੇ ਇਹਨਾਂ ਦੇ ਮਹਾਵੀਰ ਦੀ ਮੂਰਤੀ ਸਥਾਪਿਤ, ਮਹਾਵੀਰ ਤੋਂ ਬਾਅਦ ਜਿਹੜੀ ਇਹਨਾਂ ਦੀਆਂ ਮੂਰਤੀਆਂ ਬਣਾ ਲਈਆਂ, ਉਹਨਾਂ ਦੀ ਪੂਜਾ ਸ਼ੁਰੂ ਕਰਤੀ। ਅਸਲ ਦੇ ਵਿੱਚ ਜਿਹੜੇ ਸਾਡੇ ਜਿਹੜਾ ਧਰਮ ਹੈ, ਸਿੱਖ ਧਰਮ ਦਾ ਮਤਲਬ ਹੀ ਇਹ ਸੀ ਕਿ ਇਸ ਚੀਜ਼ ਨੂੰ ਤੋੜਿਆ ਜਾਵੇ, ਔਰ ਅਸੀਂ ਵੀ ਇਹਨਾਂ ਦੀ ਸ਼੍ਰੇਣੀ 'ਚ ਹੀ ਆ ਗਏ, ਕਿਉਂਕਿ ਬਹੁਤ ਸੌਖਾ ਹੈ ਨਾ ਕੰਮ ਪੂਰਾ ਮੂਰਤੀ ਦੀ ਪੂਜਾ ਕਰਨੀ। ਹੁਣ ਨਿਰਗੁਣ ਨੂੰ ਲੱਭਣ ਜਾਊਗਾ ਤੇ ਆਮ ਬੰਦੇ ਨੂੰ ਤਾਂ ਪਤਾ ਕੁਛ ਨਹੀਂ, ਔਰ ਤੁਹਾਨੂੰ ਉਹਨੇ ਐਸੀਆਂ ਗੱਲਾਂ ਸੁਣਾਉਣੀਆਂ ਨੇ, ਗੱਲਾਂ ਕਿਉਂਕਿ ਉਹਨੂੰ ਪਤਾ ਹੀ ਨਹੀਂ। ਨਿਰਗੁਣ ਦੀ ਜਿਹੜੀ ਭਗਤੀ ਆ ਉਹੀ ਇੰਪੋਰਟੈਂਟ ਹੈ। ਤੁਹਾਨੂੰ ਆਤਮਾ ਦੇ ਕੋਲ ਉਹ ਬੰਦਾ ਲੈ ਕੇ ਜਾ ਸਕਦਾ ਜਿਹੜਾ ਖੁਦ ਆਤਮਾ ਦੇ ਲੀਨ ਹੋ ਚੁੱਕਿਆ, ਕਿਉਂਕਿ ਆਤਮਾ ਕੋਈ ਦਿਖਾਈ ਦੇਣ ਵਾਲਾ ਪਦਾਰਥ ਨਹੀਂ ਹੈ, ਔਰ ਗ੍ਰੰਥਾਂ 'ਚ ਵੀ ਉਹਦਾ ਭੇਦ ਨਹੀਂ ਹੈ। ਆਪ ਚੀਜ਼ ਨੂੰ ਸਮਝੋ, ਗ੍ਰੰਥਾਂ ਨੂੰ ਪੜ੍ਹਨ ਦੇ ਲਈ, ਸਮਝਣ ਦੇ ਲਈ ਤੁਹਾਡੀ ਅਵਸਥਾ ਚਾਹੀਦੀ ਹੈ ਪਹਿਲਾਂ, ਕਿਉਂਕਿ ਹਰ ਕੋਈ ਬੰਦੇ ਦੀ ਆਪਣੀ ਅਵਸਥਾ ਹੈ। ਹੁਣ ਜਿੱਦਾਂ ਮੇਰੀ ਅਵਸਥਾ ਵਾ, ਮੈਂ ਓਨਾ ਕੀ ਸਮਝਾਂਗਾ ਜਿੰਨਾ ਮੈਨੂੰ ਪਤਾ ਹੈ। ਇਹ ਥੋੜੀ ਕਰੋ ਗ੍ਰੰਥ ਨੂੰ ਪੜ੍ਹ ਕੇ ਤੇ ਮੈਂ ਸਮਝ ਲੂੰਗਾ ਕਿ ਗ੍ਰੰਥ ਦਾ ਅਸਲੀ ਮਤਲਬ ਕੀ ਆ। ਹਾਂ, ਉਸ ਬੰਦੇ ਦੀ ਅਵਸਥਾ ਨੂੰ ਸਮਝਣ ਦੇ ਲਈ ਸਾਨੂੰ ਵੀ ਉਸੇ ਅਵਸਥਾ 'ਚ ਜਾਣਾ ਪਊਗਾ। ਫਿਰ ਬਾਣੀ ਖੁੱਲੂਗੀ, ਫਿਰ ਬਾਣੀ ਦੱਸੂਗੀ ਕਿ ਹਾਂ ਬਈ ਹਾਂ
ਇਹ ਗੁਰੂਆਂ ਨੇ ਸਾਨੂੰ ਕੀ ਸਮਝਾਇਆ, ਕੀ ਕਹਿਣਾ ਚਾਹੁੰਦੇ। ਤੋ ਇਹ ਕਹਿੰਦੇ ਨੇ ਕਿ ਪਹਿਲੀ ਗੱਲ ਤੇ ਇਹ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਮੁਕਤ ਕਰ ਰਹੇ ਨੇ, ਕਹਿੰਦੇ ਕਿ ਇਹ ਕੁੰਗੂ ਕੇਸਰ ਆ ਗਿਆ, ਕੇਸਰ ਚੰਨਣ, ਚੰਨਣ ਮਤਲਬ ਚੰਦਨ, ਫੁੱਲ ਚੜਾਏ, ਚੰਦਨ ਫੁੱਲ ਚੜਾਇਆ, ਕੇਸਰ। ਹਾਂ, ਤੇ ਵੇਖ ਲਓ ਉੱਥੇ ਮੰਦਿਰ ਚ ਵੇਖੋ ਫੁੱਲ ਚੜਾ ਦਿੰਦੇ ਅਗਲੇ ਨੇ, ਤੇ ਉਹ ਸੋਚਦਾ ਕਿ ਇਹੀ ਧਰਮ ਦਾ ਕੰਮ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਹਾਂਜੀ, ਪੈਰੀ ਪੈ ਪੈ ਬਹੁਤ ਮਨਾਏ, ਕਹਿੰਦੇ ਬਹੁਤ ਮਨਾਉਂਦਾ ਹੈ ਪੈਰੀ ਪੈ ਪੈ, ਮੂਰਤੀ ਤੋਂ ਸਾਰਾ ਮੰਗਦਾ ਹੈ, ਮੂਰਤੀ ਨੂੰ ਰੱਬ ਸਮਝਦਾ ਵੀ ਇਹਨੇ ਸਾਰਾ ਕੁਝ ਮੇਰੀ ਦੇ ਰਹੀ ਹੈ, ਇਹੀ ਦਊਗੀ ਮੈਨੂੰ, ਤੇ ਜੋ ਕੁਝ ਵੀ ਲੈਣਾ ਹੈ ਉਹਨੇ ਆਪਣੀਆਂ ਜਿਹੜੀਆਂ ਹੈਗੀਆਂ, ਬਹੁਤ ਮੂਰਤੀ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ। ਹਾਂ ਬਿਲਕੁਲ, ਇਹ ਠੀਕ ਹੈ ਨਿੱਜਰ ਸਾਹਿਬ। ਇਹ ਤੇ ਬਹੁਤ ਲੋਕ ਮਾਨਸਿਕ ਪੀੜਤ ਨੇ, ਮੈਂ ਵੇਖਿਆ ਇਹ ਕਿੰਨੇ ਕਿੰਨੇ ਘੰਟੇ ਬਸ ਮੂਰਤੀ ਦੀ ਪੂਜਾ ਕਰੀ ਜਾਂਦੇ ਨੇ, ਔਰ ਇਹ ਨਹੀਂ ਸੋਚਦੇ ਕਿ ਇਸ ਮੂਰਤੀ ਨੂੰ ਤੇ ਇੱਕ ਬੰਦੇ ਨੇ ਬਣਾਇਆ, ਔਰ ਜਿਹੜੇ ਬੰਦੇ ਨੇ ਬਣਾਇਆ ਵਾ ਜੇ ਕਿਸੇ ਰੱਬ ਨੂੰ, ਤੇ ਉਹ ਕਿਹੋ ਜਿਹਾ ਰੱਬ ਹੋਊਗਾ ਕਿ ਤੈਨੂੰ ਤੇਰੇ ਮਨ ਦੀ ਸੰਤੁਸ਼ਟੀ ਹੋ ਸਕਦੀ। ਪਰ ਉਹ ਇਨਸਾਨ ਜਿਹਨੂੰ ਮੰਨਣ ਨੂੰ ਤਿਆਰ ਨਹੀਂ ਹੈਗਾ, ਕਿਉਂਕਿ ਉਹ ਮੂਰਤੀ ਪੈਸੇ ਨਿੱਜਰ ਸਾਹਿਬ ਉੱਥੋਂ ਕਮਾਈ ਆਉਂਦੀ ਹੈ ਮੂਰਤੀ ਤੋਂ, ਔਰ ਇਹ ਚੀਜ਼ ਹੈ ਹੀ। ਔਰ ਸੰਸਾਰ ਵੇਖੋ ਕਿੰਨਾ ਉਲਝਿਆ ਪਿਆ। ਠੀਕ ਹੈ ਨਿੱਜਰ ਸਾਹਿਬ ਅੱਗੇ, ਔਰ ਫਿਰ ਅੱਗੇ ਵੇਖੋ ਪੈਰੀ ਪੈ ਪੈ ਬਹੁਤੇ ਮਨਾਏ, ਫਿਰ ਹੱਥ ਵੀ ਜੁੜੀ ਜਾਂਦਾ, ਉਹਦੇ ਪੈਰਾਂ ਨੂੰ ਘੁੱਟੀ ਜਾਂਦਾ, ਉਹਦੇ ਪੱਥਰ, ਤੇ ਪੱਥਰ ਨੂੰ ਘੁੱਟ ਕੇ ਸੋਚਦਾ ਕਿ ਸ਼ਾਇਦ ਮੈਂ ਰੱਬ ਦੇ ਪੈਰ ਘੁੱਟਣੇ। ਹਾਂਜੀ ਨਿੱਜਰ ਸਾਹਿਬ। ਪੈਰੀ ਪੈ ਪੈ ਬਹੁਤ ਮਨਾਏ, ਮਾਣੂਆਂ ਮੰਗ ਮੰਗ ਪੈਨੇ ਖਾਏ, ਕਹਿੰਦੇ ਮਾਣੂਆਂ ਤੋਂ ਜਿਹੜੇ ਹੈਗੇ, ਮਨੁੱਖਾਂ ਤੋਂ ਆਪਣਾ ਗੁਜ਼ਾਰਾ ਜਿਹੜਾ ਹੈਗਾ ਮਨੁੱਖਾਂ ਤੋਂ ਮੰਗ ਮੰਗ ਕੇ ਜਿਹੜਾ ਹੈਗਾ, ਘਰ ਉਹਨਾਂ ਕੋਲੋਂ ਮੰਗ ਮੰਗ ਕੇ, ਜਜਮਾਨਾਂ ਤੋਂ, ਤੇ ਕੱਪੜੇ ਜਾਂ ਹੋਰ ਘਰ ਦੇ ਸਮਾਨ, ਜੇ ਘਰ ਦੇ ਜਿਹੜੀਆਂ ਜ਼ਰੂਰਤਾਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਪੂਰਾ ਕਰਦਾ ਹੈ, ਆਪ ਕੰਮ ਕਰਦਾ ਨਹੀਂ ਹੈ। ਮਾਣੂਆਂ ਮੰਗ ਮੰਗ ਪੈਨੇ ਖਾਏ, ਉਹਦੇ ਨਾਲ ਜਿਹੜਾ ਖਾਣਾ ਪੀਣਾ ਜੋ ਘਰ ਦੇ ਸਮੱਗਰੀ ਸਾਰੀ ਜਿਹੜੀ ਹੈਗੀ ਮੰਗ ਮੰਗ ਕੇ ਦੂਜਿਆਂ ਕੋਲ ਲਿਆ ਰਿਹਾ ਹੈ। ਔਰ ਜਿਹੜਾ ਹੈਗਾ ਮੂਰਤੀ ਨੂੰ ਕਹਿੰਦਾ ਹੈ ਕਿ ਇਹ ਰੱਬ ਹੈਗਾ, ਇਹ ਸਾਰਾ ਕੁਝ ਦੇਣ ਵਾਲੀ ਹੈ, ਇਹ ਸਾਰਾ ਕੁਝ ਦਿੰਦੀ ਹੈ ਮੈਨੂੰ, ਔਰ ਆਪ ਖਾਣ ਦੇ ਵਾਸਤੇ ਜਿਹੜਾ ਹੈਗਾ ਇਸ ਤਰ੍ਹਾਂ ਜਿਹੜਾ ਹੈਗਾ ਮੰਗ ਮੰਗ ਕੇ ਖਾ ਰਿਹਾ ਹੈ। ਫਿਰ ਅੱਗੇ ਕਹਿੰਦੇ ਆ ਅੰਧੀ ਕੰਮੀ ਅੰਧ ਸਜਾਏ, ਕਹਿੰਦੇ ਇਹ ਤਾਂ ਭਾਈ ਅੰਨੇ ਕੰਮ ਹੈਗੇ, ਅੰਨੀ ਸ਼ਰਧਾ ਹੈਗੀ ਆ, ਇਹ ਜਿਹੜੀ ਹੈਗੀ ਆ ਗਿਆਨ ਨਹੀਂ ਹੈਗਾ। ਗਿਆਨਹੀਣੰਗਾ ਗਿਆਨ ਪੂਜਾ, ਅੰਧ ਵਰਤਾਰਾ ਭਾਵ ਦੂਜਾ, ਕਹਿੰਦੇ ਅੰਨਾ ਕੰਮ ਹੈ, ਅੰਨੇ ਰਸਤੇ ਤੇ ਜਾ ਰਿਹਾ ਹੈ, ਇਹ ਰਸਤਾ ਕਿਤੇ ਜਾ ਹੀ ਨਹੀਂ ਰਿਹਾ, ਤੇ ਇਹਦੀ ਜਿਹੜੀ ਹੈ ਸਜ਼ਾ ਵੀ ਉਹੀ ਜੀ ਹੈ, ਇਹਦੀ ਤਾਂ ਸਜ਼ਾ ਮਿਲਣੀ ਹੈ। ਅੰਧੀ ਕੰਮੀ ਅੰਧ ਸਜਾਏ, ਕਹਿੰਦੇ ਦੇਖ ਲਓ ਕਿੰਨੇ ਜਿਹੜਾ ਹੈਗਾ ਇਨਸਾਨ ਨਿਕਲਦਾ ਹੀ ਨਹੀਂ ਹੈ ਬਾਹਰ, ਜਿਹੜਾ ਹੈਗਾ ਜਨਮ ਮਰਨ ਦੇ ਗੇੜ 84 ਲੱਖ ਜੂਨਾਂ ਦੇ ਵਿੱਚ ਜਿਹੜਾ ਹੈਗਾ ਇਨਸਾਨ ਨੂੰ ਜਿਹੜਾ ਹੈਗਾ ਘੁੰਮਣਾ ਪੈਂਦਾ ਹੈ, ਔਰ ਕਿੰਨਾ ਜਿਹੜਾ ਹੈਗਾ ਕਿਸ ਤਰ੍ਹਾਂ ਜਿਹੜੇ ਹੈਗੇ ਕਸ਼ਟ ਉਠਾਉਣੇ ਪੈਂਦੇ ਆ। ਸਜ਼ਾ ਜਿਹੜੀ ਆਹੀ ਸਜ਼ਾ ਹੈ, ਅੰਧੀ ਕੰਮੀ ਅੰਧ ਸਜਾਏ। ਹਾਂਜੀ ਗੁਰੂ ਸਾਹਿਬ। ਹਾਂਜੀ ਦੇਖ ਲਓ ਸਾਧ ਸੰਗਤ ਜੀ, ਉਹ ਕੀ ਇਹ ਕਹਿੰਦੇ ਕੀ ਕਰ ਰਿਹਾ ਵਾ, ਹੁਣ ਇੰਨਾ ਕੁਝ ਕਰਕੇ ਤੇ ਪੈਸੇ ਜਿਹੜਾ ਕਹਿੰਦਾ ਉਹ ਲੋਕਾਂ ਕੋਲ ਮੰਗਦਾ ਜਾ ਕੇ। ਇਹ ਤੇ ਸਾਰਿਆਂ ਨੂੰ ਫੜੀ ਜਾਂਦੇ ਨਾ, ਹੁਣ ਇਹਦਾ ਮਤਲਬ ਕਿ ਉਹਨਾਂ ਦੀ ਗੱਲ ਕਰ ਰਹੇ ਆ, ਇਹ ਤੇ ਪੈਸੇ ਆਪਣੇ ਵੀ ਤੇ ਧਰਮ ਦੇ ਵਿੱਚ ਇਹੋ ਹੀ ਚੱਲ ਰਿਹਾ। ਬਿਲਕੁਲ ਚੱਲ ਰਿਹਾ ਗੁਰੂ ਸਾਹਿਬ। ਜਿਹੜੀ ਜੇ ਆਪਾਂ ਸੱਚਾਈ ਕਹੀਏ ਨਾ, ਤੇ ਆਪਣੇ ਵੀ ਇਹੀ ਕੁਝ ਹੋ ਰਿਹਾ ਆ, ਆਪਾਂ ਵੀ ਮੂਰਤੀ ਪੂਜਾ ਹੀ ਕਰ ਰਹੇ ਆ, ਕਿਉਂਕਿ ਜਿਹੜਾ ਹੈਗਾ ਆਪਾਂ ਜਾ ਕੇ ਦੇਖੋ, ਹੁਣ ਬੀਬੀ ਹੈ ਜਾਂ ਕੋਈ ਵੀ ਹੈ ਜਾਂਦੀ ਹੈ, ਜਾ ਕੇ ਗੁਰਦੁਆਰੇ ਜਾ ਕੇ ਮੱਥਾ ਟੇਕ ਦਿੱਤਾ, ਉਹਨਾਂ ਨੇ ਚੜਾਵਾ ਚੜਾ ਦਿੱਤਾ, ਔਰ ਬਸ ਜੀ ਉੱਥੋਂ ਜਾ ਕੇ ਜਿਹੜਾ ਹੈਗਾ ਗੁਰੂ ਦੀ ਮੱਤ ਕੀ ਕਰ ਰਹੀ ਹੈ, ਗੁਰੂ ਦਾ ਗਿਆਨ ਕੀ ਰਿਹਾ ਹੈ, ਗੁਰੂ ਨੂੰ ਤਾਂ ਮਿਲੀ ਵੀ ਨਹੀਂ, ਜਿਹੜੀ ਹੈ ਬਾਣੀ ਸੁਣੀ ਵੀ ਨਹੀਂ, ਬਾਣੀ ਵਿਚਾਰੀ ਵੀ ਨਹੀਂ ਕੋਈ, ਕਿਉਂਕਿ ਉੱਥੇ ਤਾਂ ਬ੍ਰਹਮ ਬਾਣੀ ਹੈਗੀ ਆ, ਪਰਮਾਤਮਾ ਸਾਖਸ਼ਾਤਕਾਰ, ਉਹਦੇ ਪਰਮਾਤਮਾ ਦੇ ਬੋਲ ਹੈਗੇ, ਗੁਰੂਆਂ ਦੇ ਬੋਲ ਸਾਖਸ਼ਾਤਕਾਰ ਜਿਹੜੇ ਹੈਗੇ, ਉਹ ਤੇ ਉਸ ਤਰ੍ਹਾਂ ਗੁਰੂਆਂ ਦੇ ਬੋਲ ਆ ਜਿਵੇਂ ਉਹਨਾਂ ਦੇ ਮੂੰਹ ਤੋਂ ਆਏ। ਗੁਰੂ ਸਾਖਸ਼ਾਤਕਾਰ ਬੋਲਦੇ ਆ, ਜਦ ਵੀ ਆਪਾਂ ਪਾਠ ਕਰਦੇ ਆ ਤੇ ਬ੍ਰਹਮ ਗਿਆਨੀ ਬਿਲਕੁਲ ਬੋਲਦੇ ਆ, ਉਹ ਤਾਂ ਸੁਣਦੇ ਹੀ ਨਹੀਂ, ਆਪਾਂ ਉਹਨਾਂ ਦੀ ਗੱਲ ਤਾਂ ਸੁਣਦੇ ਹੀ ਨਹੀਂ ਆ। ਪ੍ਰਤੱਖ ਜਿਹੜੇ ਹੈਗੇ, ਪ੍ਰਤੱਖ ਕਹਿੰਦੇ ਨਾ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਆ, ਬਈ ਪ੍ਰਤੱਖ ਹੈ ਉਹ ਗੁਰੂ, ਤੇ ਉਹ ਪ੍ਰਤੱਖ ਤਾਂ ਕਰਦੇ ਹੀ ਨਹੀਂ, ਆਪਾਂ ਉਹਨਾਂ ਦੀ ਮੱਤ ਤਾਂ ਲੈਂਦੇ ਹੀ ਨਹੀਂ, ਆਪਾਂ ਉਹਨਾਂ ਤੋਂ ਜ਼ਿਆਦਾ ਜਿਹੜੇ ਹੈਗੇ ਆ ਦੇਖੋ ਮੂਰਤੀ ਪੂਜਕ ਹੋ ਗਏ ਆਪਾਂ ਆਪਣੇ ਆਪ ਨੂੰ ਦੇਖੀਏ ਨਾ, ਦੂਜੇ ਨੂੰ ਕਿਉਂ ਆਪਾਂ ਜਿਹੜੇ ਦੂਸਰੇ ਦੇ ਉੱਤੇ ਕਿਉਂ ਆਪਾਂ ਪਿੰਨ ਪੁਆਇੰਟ ਕਰੀਏ, ਆਪਾਂ ਆਪਣੀਆਂ ਕਮੀਆਂ ਜਿਉਂਦੇ ਜਾਗਦੇ ਸਮਝ ਲਓ ਗੁਰੂ ਨੂੰ, ਹਾਂ ਜੀਵਤ ਗੁਰੂ ਨੂੰ ਮੂਰਤੀ ਬਣਾਤਾ। ਬਸ ਬਹੁਤ ਵਧੀਆ ਜੀ, ਬਹੁਤ ਵਧੀਆ ਗੱਲ ਕਹੀ ਹੈ, ਕਿਉਂਕਿ ਆਪਾਂ ਤਾਂ ਆਪਣਾ ਸੋਚੀਏ ਨਾ। ਮਹਾਰਾਜ ਜਿਹੜੇ ਹੈਗੇ ਦੇਖੋ, ਮਹਾਰਾਜ ਪਹਿਲੀ ਪਾਤਸ਼ਾਹੀ ਬੋਲ ਰਹੀ ਆ, ਔਰ ਉਹਨਾਂ ਨੂੰ ਉਸ ਟਾਈਮ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਸਥਾਪਿਤ, ਉਹ ਹੁਣ ਜਿਹੜੇ ਹੈਗੇ ਆ ਆਪਾਂ ਨੇ ਜਿਹੜਾ ਹੈਗਾ
ਔਰ ਇਹ ਵੀ ਜਿਹੜਾ ਹੈਗਾ, ਇਹਦਾ ਵੀ ਜਿਹੜਾ ਹੈਗਾ ਦੇਖੋ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਹੈ ਨਾ, ਸੇਮ ਚੀਜ਼ ਹੋ ਰਹੀ ਹੈ। ਇਹਦੇ ਵਿੱਚ ਚੜਾਵਾ ਚਾਹੀਦਾ ਹੈ, ਪੁਜਾਰੀਆਂ ਨੇ ਲਾਏ, ਉਹਨਾਂ ਦੇ ਆਹੂ ਲੱਗ ਰਹੇ ਆ ਬਈ ਤੁਹਾਡਾ ਪੈਸਾ ਹੈਗਾ ਔਰ ਉਹਨਾਂ ਦੀ ਮਰਜ਼ੀ ਚੱਲਦੀ ਹੈ। ਦੇਖ ਲਓ ਕਿੰਨਾ ਕੁ ਬਜਟ ਹੈਗਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਹੈਗਾ, ਗੌਰਮੈਂਟ, ਪੰਜਾਬ ਗੌਰਮੈਂਟ ਤੋਂ ਜ਼ਿਆਦਾ ਤਾਂ ਬਜਟ ਹੈ ਉਹਨਾਂ ਦਾ। ਔਰ ਮਤਲਬ ਆਵਰ ਮਨੀ ਦੇਅਰ ਚੁਆਇਸ, ਉਹਨਾਂ ਦੀ ਚੁਆਇਸ ਹੈ, ਉਹਨਾਂ ਨੇ ਯੂਜ਼ ਕਰਨੀ ਹੈ। ਉਹ ਜਾਂ ਤਾਂ ਹੋਏ ਨਾ ਵੀ ਸਾਡੀ ਚੁਆਇਸ ਹੋਏ, ਸਾਡਾ ਪੈਸਾ ਹੈ, ਕਿਤੇ ਜਿਹੜਾ ਹੈਗਾ ਹੌਸਪੀਟਲ ਖੋਲ੍ਹਣ, ਕਿਤੇ ਜਿਹੜਾ ਹੈਗੇ ਆ ਕਾਲਜ ਖੋਲ੍ਹਣ, ਕਿਤੇ ਜਿਹੜਾ ਹੈਗਾ ਲੋਕਾਂ ਨੂੰ ਰੋਜ਼ੀ ਦੇਣ। ਆਪਾਂ ਤਾਂ ਪੰਜਾਬ ਜਿਹੜਾ ਹੈਗਾ ਉਹ ਪੰਜਾਬ ਪੂਰਾ ਦਾ ਪੂਰਾ ਨਿਊਜ਼ੀਲੈਂਡ ਬਣ ਜਾਏਗਾ। ਕਾਹਦੇ ਵਾਸਤੇ ਅਮਰੀਕਾ ਕੈਨੇਡਾ ਜਾਣਾ ਹੈ? ਆਪਣੇ ਕੋਲ ਲੋਕ ਆਉਣ ਬਾਹਰਲੇ, ਅਮਰੀਕੀ ਕੈਨੇਡੀਅਨ ਆਪਣੇ ਕੋਲ ਆਉਣ, ਇੰਨਾ ਧਨ ਹੈਗਾ ਆਪਣੇ ਅੰਦਰ, ਆਪਣੇ ਕੋਲ। ਪਰ ਇਹ ਚੀਜ਼ ਨਹੀਂ ਹੋ ਰਹੀ। ਇਹ ਜਿਹੜਾ ਹੈ ਨਾ, ਪਲੀਜ਼ ਮੈਂ ਥੋੜਾ ਜਿਹਾ ਜ਼ਿਆਦਾ ਜੋਸ਼ 'ਚ ਆ ਗਿਆ ਸੀਗਾ, ਮਰ ਗੱਲ ਜਿਹੜੀ ਹੈਗੀ, ਜਿਹੜੀ ਦੇਖੋ ਦਰਦ ਇੱਥੇ ਹੀ ਹੋ ਰਿਹਾ। ਦਿਸ ਇਜ਼ ਦੀ ਪਲੇਸ ਵੇਅਰ ਦੀ ਸ਼ੂ ਪਿੰਚਸ। ਆਹ ਗੱਲ ਗੋਰਖੀ ਸਾਹਿਬ ਬਿਲਕੁਲ ਮਤਲਬ ਸੱਚਾਈ ਹੈਗੀ ਆ। ਇਸ ਨੂੰ ਆਪਾਂ ਨਿੱਜਰ ਸਾਹਿਬ ਦੇਖੋ, ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੀਏ ਕਿ ਗੁਰੂਆਂ ਨੇ ਸਾਨੂੰ ਜਿਹੜੀ ਚੀਜ਼ ਤੋਂ ਕੱਢਿਆ, ਅਸੀਂ ਦੂਜਿਆਂ ਤੋਂ ਵੱਧ ਕਰ ਰਹੇ ਹਾਂ। ਔਰ ਇਹਦਾ ਗਿਆਨ ਆ, ਸਭ ਤੋਂ ਵੱਡੀ ਗੱਲ ਤੇ ਮੈਂ ਕਹਿੰਦਾ ਕਿ ਸਾਨੂੰ ਦੋ ਤਿੰਨ ਬਾਣੀਆਂ ਦੀ ਆਪਾਂ ਵਿਆਖਿਆ ਕੀਤੀ। ਬਾਣੀ ਤੇ ਸਾਡੀਆਂ ਅੱਖਾਂ ਖੋਲਣ ਦੀ ਹੈ। ਬਿਲਕੁਲ ਜੀ। ਉਹ ਕਹਿੰਦਾ ਮੇਰੇ ਗਾਹ 'ਚ ਹੀ ਪੱਥਰ ਫੜਿਆ, ਕਹਿੰਦਾ ਚੱਲ ਜਿੱਥੇ ਇਹ ਵੀ ਨਹੀਂ ਮੈਂ ਹੋਰ ਫੜ ਲੈਂਦਾ, ਕਹਿੰਦਾ ਇਹ ਵੀ ਨਹੀਂ, ਆ ਵੀ ਨਹੀਂ, ਆ ਵੀ ਨਹੀਂ, ਆ ਵੀ ਨਹੀਂ। ਉਹ ਤੇ ਕਈ ਜਦੀ ਛੱਡਦੇ ਇੱਕ ਛੱਡੀ ਜਾ। ਇਹ ਦੇਖੋ, ਇਹ ਲੋਕ ਪਤਾ ਕੀ ਆ ਅਸਲ ਦੇ ਵਿੱਚ, ਇਹ ਲੋਕ ਤੇ ਮੈਂ ਹੈਰਾਨ ਹੁੰਦਾ ਕਿ ਇਹ ਆਪ ਤੇ ਡੁੱਬਦੇ ਨੇ, ਦੂਜਿਆਂ ਨੂੰ ਵੀ ਡੁੱਬ ਦਿੰਦੇ ਨੇ, ਮਿਸਗਾਈਡ ਕਰ ਰਹੇ ਨੇ। ਹੁਣ ਦਸਵੰਧ ਦੀ ਗੱਲ ਹੈ, ਦਸਵੰਧ ਦਾ ਮਤਲਬ ਇਹ ਆ ਕਿ 24 ਘੰਟਿਆਂ ਚੋਂ ਅਸੀਂ ਨਾਮ ਲਈ ਦਸਵੰਧ ਕੱਢਣਾ ਹੈ, ਨਾ ਕਿ ਪੈਸਿਆਂ ਦਾ ਦਸਵੰਧ। ਪਰ ਲੋਕਾਂ ਨੂੰ ਇਹਨਾਂ ਹੁਣ ਸਟੇਜ ਤੇ ਕਹਿ ਦਿੰਦੇ ਆ, ਹਾਂਜੀ ਸਾਧ ਸੰਗਤ ਜੀ ਦਸਵੰਧ ਕੱਢੋ, ਬਸ ਦਸਵੰਧ ਕੱਢੋ, ਤੇ ਉਹ ਪੈਸਿਆਂ ਦਾ ਦਸਵੰਧ। ਕੋਈ ਇਹ ਪਰਮਾਤਮਾ ਨੇ ਤੇ ਕੀਤਾ। ਵੇਖੋ ਗੁਰੂਆਂ ਦੀ ਬਾਣੀ ਉੱਥੇ ਤੇ ਕਿਹਾ ਹੀ ਨਹੀਂ ਕਿ ਦਸਵੰਧ ਕੱਢੋ ਤੁਸੀਂ। ਔਰ ਜਿਹੜਾ ਆਲਰੇਡੀ ਇਹਨਾਂ ਕੋਲ ਇੰਨਾ ਜ਼ਿਆਦਾ ਪੈਸਾ ਵਾ, ਹੁਣ ਤੁਸੀਂ ਵੇਖੋ ਨੂਰ ਮਹਿਲੀ ਹੋਏ, ਨਿਰੰਕਾਰੀ ਹੋਏ, ਜਾਂ ਰਾਧਾ ਸਵਾਮੀ ਹੋਏ, ਜਾਂ ਹੋਰ ਕੋਈ ਵੀ, ਇਹਨਾਂ ਦੀਆਂ ਕਿੰਨੀਆਂ ਵੱਡੀਆਂ ਫੈਕਟਰੀਆਂ ਨੇ। ਇੰਨਾ ਜ਼ਿਆਦਾ ਇਹਨਾਂ ਦਾ ਉਹੀ ਪੈਸਾ ਜਿਹੜਾ ਵਾ ਤੇ ਉੱਥੋਂ ਲੋਕਾਂ ਤੋਂ ਪੈਸੇ ਲੈ ਰਹੇ, ਜਦਕਿ ਉਸ ਪੈਸੇ ਦੇ ਨਾਲ ਲੋਕਾਂ ਦਾ ਕਲਿਆਣ ਕਰਨਾ ਸੀ, ਕੋਈ ਭਲਾ ਕਰਨਾ ਸੀ, ਜਾਂ ਕਿਸੇ ਗਰੀਬ ਦੀ ਮਦਦ ਕਰਨੀ ਸੀ, ਜਾਂ ਕਿਸੇ ਦੀ ਬੱਚੇ ਦੀ ਪੜ੍ਹਾਈ ਦੇ ਪੈਸੇ ਦੇਣੇ ਸੀ, ਜਾਂ ਕਿਸੇ ਬੱਚੇ ਨੂੰ ਡਰੈਸ ਲੈ ਕੇ ਦੇਣੀ ਸੀ, ਜਾਂ ਕਿਸੇ ਗਰੀਬ ਦਾ ਘਰ ਬਣਾ ਦੇਣਾ ਸੀ। ਮਤਲਬ ਕੋਈ ਜਾਂ ਕੋਈ ਨੋ ਲਾਸ ਨੋ ਪ੍ਰੋਫਿਟ ਤੇ ਫੈਕਟਰੀ ਲਾ ਦਿੰਦੇ। ਪਰ ਉਹ ਜਿਹੜਾ ਪੈਸਾ ਵੇਖੋ ਮਿਸਯੂਜ਼ ਕਰ ਰਹੀ ਦੁਨੀਆ। ਚਲੋ ਕੋਈ ਨਹੀਂ, ਸਾਧ ਸੰਗਤ ਜੀ ਵੈਸੇ ਪਤਾ ਕੀ ਆ, ਇਹਦੇ ਵਿੱਚ ਅਸੀਂ ਵੀ ਜ਼ਿੰਮੇਵਾਰ ਹਾਂ। ਮੈਂ ਨਹੀਂ ਕਹਿੰਦਾ ਨਿੱਜਰ ਸਾਹਿਬ ਨੂੰ ਜਾਂ ਤੁਹਾਨੂੰ ਜਾਂ ਕਿਸੇ ਹੋਰ ਨੂੰ, ਜਿੱਥੇ ਸਾਨੂੰ ਕੋਈ ਗਲਤੀ ਨਜ਼ਰ ਆ ਰਹੀ ਹੈ, ਜੇਕਰ ਅਸੀਂ ਉਹਦੇ ਖਿਲਾਫ ਨਹੀਂ ਸਟੈਪ ਲੈਂਦੇ ਤੇ ਉਹਦੇ 'ਚ ਅਸੀਂ ਹਿੱਸੇਦਾਰ ਹਾਂ। ਮੈਂ ਤੇ ਕਹਿੰਦਾ ਗਲਤ ਐਮਐਲਏ ਨੂੰ ਜੇਕਰ ਵੋਟ ਪਾਉਂਦੇ ਜਾਂ ਐਮਪੀ ਨੂੰ ਵੋਟ ਪਾਉਂਦੇ ਆ, ਉਹ ਜੇ ਮਾੜੇ ਕੰਮ ਕਰੇਗਾ ਉਹਦੇ ਜ਼ਿੰਮੇਵਾਰ ਵੀ ਅਸੀਂ ਹੋਵਾਂਗੇ, ਕਿਉਂਕਿ ਗਲਤ ਬੰਦੇ ਨੂੰ ਵੋਟ ਪਾਈ, ਕਿਉਂਕਿ ਅਸੀਂ ਆਪਣੀ ਪਾਵਰ ਇੱਕ ਰੋਂਗ ਬੰਦੇ ਨੂੰ ਦਿੱਤੀ ਹੈ। ਤੇ ਬਾਣੀ ਕਹਿੰਦੀ ਆ ਕਿ ਤੂੰ ਕਰਮ ਕਰਨ ਤੋਂ ਪਹਿਲਾਂ ਵਿਚਾਰ ਕਰ, ਕਿ ਆਪਾਂ ਨੂੰ ਵਿਚਾਰ ਕਰਨ ਦੀ ਲੋੜ। ਆਪਾਂ ਵੇਖਣਾ ਹੈ ਕਿ ਸਹੀ ਬੰਦੇ ਵੀ ਹੁੰਦੇ ਨੇ, ਆਪਾਂ ਉਹਦੀ ਮਦਦ ਕਰੀਏ। ਠੀਕ ਹੈ ਨਿੱਜਰ ਸਾਹਿਬ, ਅੱਗੇ ਚਲੀਏ। ਹਾਂਜੀ, ਤੇ ਇਸ ਤੋਂ ਬਾਅਦ ਆਉਂਦਾ ਹੈ, ਭੁੱਖਿਆਂ ਦੇ ਨਾ ਮਰਦਿਆਂ ਰੱਖਾ, ਅੰਧਾ ਝਗੜਾ ਅੰਧੀ ਸੱਥਾ। ਕਹਿੰਦੇ ਦੇਖ, ਜਿਹਦੀ ਮੂਰਤੀ ਦੀ ਤੂੰ ਪੂਜਾ ਕਰ ਰਿਹਾ ਆ, ਇਹ ਭੁੱਖੇ ਨੂੰ ਭੋਜਨ ਨਹੀਂ ਦੇ ਸਕਦੀ। ਦੂਸਰਾ, ਮਰਦੇ ਨੂੰ ਨਹੀਂ ਰੱਖ ਸਕਦੀ, ਜਿਹੜਾ ਭੁੱਖ ਨਾਲ ਮਰ ਰਿਹਾ ਆ ਉਹਨੂੰ ਨਹੀਂ ਬਚਾ ਸਕਦੀ। ਭੁੱਖਿਆਂ ਦੇ ਨਾ ਮਰਦਿਆਂ ਰੱਖੈ, ਅੰਧਾ ਝਗੜਾ ਅੰਧੀ ਸੱਥੈ। ਕਹਿੰਦੇ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਅੰਧਾ ਝਗੜਾ, ਕਹਿੰਦੇ ਬਹੁਤ ਲੰਬਾ ਝਗੜਾ ਚਲਾ ਗਿਆ ਤੇਰਾ, ਪਤਾ ਨਹੀਂ 84 ਲੱਖ ਜੂਨਾ, ਕਿੰਨਾ ਕੁ ਦੂਰ ਤੱਕ ਤੇਰੀ ਗਤੀ ਰੁਕਣੀ ਨਹੀਂ ਹੈਗੀ। ਅੰਧੀ ਸੱਥ ਦੇ ਵਿੱਚ ਚਲਾ ਗਿਆ ਆ। ਸੱਥ ਕਹਿੰਦੇ ਆ ਵੀ ਸੱਥ ਨਹੀਂ ਹੁੰਦੀ ਵੀ ਯਾਰ ਪਿੰਡ ਦੇ ਵਿੱਚ ਜਿਹੜੀ ਫਲਾਨੀ ਸੱਥ ਹੈ ਜਿੱਥੇ ਬੈਠਦੇ ਆ ਲੋਕ, ਕਹਿੰਦੇ ਤੂੰ ਤਾਂ ਗਲਤ ਸੱਥ ਦੇ ਵਿੱਚ ਚਲਾ ਗਿਆ, ਜਾ ਕੇ ਗਲਤ ਸਾਥ ਲੈ ਲਿਆ ਤੂੰ। ਹਾਂਜੀ ਗੋਰਖੀ ਸਾਹਿਬ ਬਿਲਕੁਲ ਠੀਕ ਆ। ਤੇ ਬਾਣੀ ਤਾਂ ਆਪਾਂ ਨੂੰ ਇਹ ਸਮਝਾ ਰਹੀ ਆ ਕਿ ਇੱਕ ਤੇ ਉਹ ਮੂਰਤੀ ਆ, ਤੇ ਜੇ ਤੂੰ ਸੋਚੇ ਕਿ ਉਹਦੀ ਪੂਜਾ ਕੀਤੀ ਤੇਰੇ ਲਈ ਰੋਟੀ ਆ ਜਾਊਗੀ, ਉਹ ਨਹੀਂ ਕੰਮ ਹੋਣਾ। ਹੁਣ ਤੁਸੀਂ ਵੇਖੋ ਕਬੀਰ ਜੀ, ਰਵਿਦਾਸ ਜੀ, ਗੁਰੂ ਨਾਨਕ ਪਾਤਸ਼ਾਹ ਜੀ, ਦੇਖੋ ਕਿੰਨੇ ਸਾਲ ਉੱਥੇ ਕਰਤਾਰਪੁਰ ਜਾ ਕੇ ਖੇਤੀ ਕੀਤੀ ਉਹਨਾਂ ਨੇ। ਬਿਲਕੁਲ। ਕਿਉਂ ਕੀਤੀ? ਕਿਉਂਕਿ ਜੀਵਨ ਦਾ ਹਿੱਸਾ ਵਾ। ਇਹਨਾਂ ਨੂੰ ਕਿਹੜੀ ਚੱਟ ਜਿਹੜੇ ਢਿੱਡ ਛੱਡੇ।
ਹੁਣ ਸਾਡੇ ਲਾਗੇ ਉੱਥੇ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਬੰਦਾ ਲੰਘਦਾ, ਪਿੱਛੇ 4-5 ਪੁਲਿਸ ਵਾਲੇ, ਗੱਡੀ ਫਰੀ 'ਚ ਆ, ਪਤਾ ਨਹੀਂ ਕਿੰਨੇ ਕਿੰਨੇ ਲੱਖ ਦਾ ਤੇਲ ਫੂਕੀ ਜਾਂਦੇ। ਇਹਨਾਂ ਲੋਕਾਂ ਨੇ ਕੌਮ ਦਾ ਕੋਈ ਸਵਾਰਨਾ ਨਹੀਂ ਆ। ਜੇ ਸਵਾਰਨ ਜੋਗੇ ਹੋਣ ਤੇ ਆਹ ਜਿਹੜਾ ਦੇਸ਼ ਆ, ਕਿੰਨੇ ਸਾਲ ਹੋ ਗਏ ਆਜ਼ਾਦ ਹੋਏ ਨੂੰ, ਸਾਡੇ ਤੋਂ ਮਗਰੋਂ ਮਾਮੂਲੀ ਕੰਟਰੀਆਂ ਵੇਖੋ ਕਿੰਨੀ ਡਿਵੈਲਪਮੈਂਟ ਹੋਈ। ਹੁਣ ਦੁਬਈ ਦਾ ਸਾਰਾ ਜਿਹੜਾ ਸਿਸਟਮ ਹੈ ਨਾ, ਉਹ ਕੋਈ ਆਇਲ ਤੇ ਡਿਪੈਂਡ ਨਹੀਂ ਆ। ਉਹਨਾਂ ਨੇ ਐਸਾ ਹੁਣ ਸਿਸਟਮ ਕੀਤਾ ਵਾ, ਉਹਨਾਂ ਨੂੰ ਲੋੜ ਹੀ ਨਹੀਂ ਆਇਲ ਦੀ। ਆਇਲ ਤੋਂ ਬਿਨਾਂ ਵੀ ਉਹਨਾਂ ਦੀ ਇਕਨੋਮੀ ਸਟੈਂਡ ਕਰਦੀ ਹੈ। ਤੇ ਆਹ ਵੇਖੋ, ਸਭ ਤੋਂ ਬਾਅਦ 'ਚ ਇਹ ਹਾਂਗਕਾਂਗ ਨੂੰ ਛੱਡਿਆ ਸੀ ਗੋਰਿਆਂ ਨੇ, ਇੰਗਲੈਂਡ ਵਾਲਿਆਂ ਨੇ, ਤੇ ਉਹ ਵੇਖੋ ਕਿੰਨੀ ਡਿਵੈਲਪਮੈਂਟ ਹੋਈ। ਔਰ ਇਹ ਨਹੀਂ ਕਿ ਉਹਨਾਂ ਇਹ 'ਚ ਪਿੱਛੇ ਰਹਿਣ ਦਿੱਤਾ, ਬਹੁਤ ਜ਼ਿਆਦਾ ਡਿਵੈਲਪਮੈਂਟ ਕੀਤੀ। ਤੇ ਸਾਡੇ ਦੇਸ਼ 'ਚ ਮੈਂ ਇਹ ਨਹੀਂ ਕਹਿੰਦਾ ਕਿ ਕੱਲ੍ਹ ਨੂੰ ਮੈਂ ਸਾਡੀ ਦੀ ਕੋਸ਼ਿਸ਼ ਆ ਅਸੀਂ ਕੋਈ ਹੌਸਪੀਟਲ ਨਹੀਂ ਖੋਲ੍ਹਣਾ ਤੇ ਨਾ ਕਿ ਸਕੂਲ ਖੋਲ੍ਹਣਾ। ਹਾਂ, ਐਸੇ ਬੰਦੇ ਪੈਦਾ ਕਰ ਦਾਂਗੇ ਜਿਹੜਾ ਇਹ ਕੰਮ ਕਰਨਗੇ। ਐਸਾ ਹੀ ਇੱਕ ਕੋਸ਼ਿਸ਼ ਚੱਲ ਰਹੀ ਆ। ਇਹ ਨਹੀਂ ਕਿ ਆਪਾਂ ਕੋਈ ਫੈਕਟਰੀ ਲਾ ਦਾਂਗੇ, ਆਪਾਂ ਐਸੇ ਇਨਸਾਨ ਪੈਦਾ ਕਰ ਦਾਂਗੇ ਔਰ ਜਿਹੜਾ ਇਹ ਦੁਨੀਆ ਦੇ ਉੱਪਰ ਚੰਗਿਆਈ ਫੈਲਾਉਣਗੇ। ਜੋ ਸੱਚ ਚਾਹੁੰਦਾ ਹੈ, ਜੋ ਪਰਮਾਤਮਾ ਚਾਹੁੰਦਾ ਹੈ, ਉਹ ਹੋਣਾ ਚਾਹੀਦਾ। ਹਾਂਜੀ ਨੇਜਰ ਸਾਹਿਬ, ਅੰਧਾ ਕਹਿੰਦੇ ਅੰਧਾ ਝਗੜਾ, ਅੰਧੀ ਸੱਤ ਹੈ। ਹਾਂ, ਤੇ ਤੁਸੀਂ ਕੀ ਕਹਿ ਰਹੇ ਸੀ? ਮੈਂ ਇਹ ਕਹਿ ਰਿਹਾ ਸੀਗਾ ਵੀ ਇਹ ਜਿਹੜਾ ਹੈਗਾ ਅੰਧਾ ਝਗੜਾ ਜਿਹੜਾ ਹੈਗਾ, ਇਹ ਜਿਹੜਾ ਹੈਗਾ ਆਪਣਾ ਬਹੁਤ ਲੰਬਾ ਝਗੜਾ ਚਲਾ ਗਿਆ। ਇਹਦਾ ਅੰਤ ਨਹੀਂ ਹੈਗਾ ਝਗੜੇ ਦਾ ਜਿਹੜਾ ਹੈਗਾ। ਇਹ ਜੇ ਇਸ ਤਰ੍ਹਾਂ ਆਪਾਂ ਜਿਹੜੇ ਹੈਗੇ ਹਨੇਰੇ ਦੇ ਵਿੱਚ ਜਿਹੜਾ ਪੂਜਾ ਕਰਾਂਗੇ ਅਗਿਆਨਤਾ ਦੇ ਨਾਲ, ਜੇ ਸਹੀ ਜਿਹੜਾ ਹੈਗਾ ਆਪਾਂ ਬੰਦਗੀ ਨਹੀਂ ਕਰਾਂਗੇ, ਜਿਹੜਾ ਰਸਤਾ ਪਰਮਾਤਮਾ ਵੱਲ ਨੂੰ ਜਾ ਰਿਹਾ ਹੈ, ਅੰਦਰ ਵਾਲਾ ਰਸਤਾ ਜਿਹੜਾ ਨਹੀਂ ਫੜਾਂਗੇ, ਤੇ ਵੀ ਬਹੁਤ ਦੂਰ ਤੱਕ ਇਹ ਝਗੜਾ ਜਾਏਗਾ। ਪਤਾ ਨਹੀਂ ਕਿੰਨੇ ਕੁ ਜਨਮ ਜੇ ਅੱਗੇ ਤੂੰ ਲੈ ਚੁੱਕਾ ਹੈ ਔਰ ਕਿੰਨੀਆਂ ਕੁ ਜੂਨਾਂ ਦੇ ਵਿੱਚ ਜਾ ਚੁੱਕਾ ਹੈ ਇਸ ਅੰਧੇ ਸੱਥ ਦੇ ਨਾਲ, ਇਸ ਅਗਿਆਨਤਾ ਦੀ ਪੂਜਾ ਕਰਨ ਦੇ ਨਾਲ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ, ਲੰਮਾ ਸਮਾਂ ਲੱਗ ਜਾਏਗਾ। ਹਾਂਜੀ, ਅਗਲੀ ਬੋਲੋ ਜੀ ਹੁਣ ਬਾਣੀ। ਹਾਂਜੀ, ਅੱਗੇ ਸ਼ਲੋਕ ਪਹਿਲੀ ਪਾਤਸ਼ਾਹੀ ਦਾ ਫਿਰ ਸ਼ਲੋਕ ਆ ਗਿਆ, ਮਹੱਲਾ ਪਹਿਲਾ। ਹੁਣ ਦੇਖੋ ਮਹਾਰਾਜ ਕਹਿੰਦੇ ਆ ਇਹਦੇ ਵਿੱਚ, ਮਹਾਰਾਜ ਕਹਿੰਦੇ ਸਭੇ ਸੁਰਤੀ ਜੋਗ ਸਭੇ ਵੇਦ ਪੁਰਾਣ। ਕਹਿੰਦੇ ਜੋ ਕੁਛ ਵੀ ਹੈਗਾ, ਸਾਰੀਆਂ ਜਿਹੜੀਆਂ ਹੈਗੀਆਂ ਸਾਰੀਆਂ ਸੁਰਤੀਆਂ, ਸੁਰਤ ਦੇ ਨਾਲ ਇਨਸਾਨ ਸੁਰਤ ਦੇ ਨਾਲ ਚੱਲਦਾ ਹੈ, ਸੁਰਤ ਸੋਚ ਕੇ। ਕਹਿੰਦੇ ਸਾਰੀਆਂ ਸੁਰਤੀਆਂ, ਸਾਰੇ ਯੋਗ, ਸਾਰੇ ਵੇਦ ਪੁਰਾਣ, ਜਿਹੜੇ ਜਿੰਨੇ ਵੀ ਧਾਰਮਿਕ ਗ੍ਰੰਥ ਹੈਗੇ, ਸਾਰੇ ਦੇ ਸਾਰੇ, ਸਭੇ ਕਰਨੇ ਤਪ ਸਭੇ ਗੀਤ ਗਿਆਨ। ਕਹਿੰਦੇ ਸਾਰੇ ਦੇ ਸਾਰੇ ਕਰਨੇ, ਕਾਰਨ ਜੋ ਕੀਤੇ ਆ ਮਾਲਕ ਪਰਮਾਤਮਾ ਨੇ, ਜੋ ਵੀ ਇਨਸਾਨ ਕਰਮਕਾਂਡ ਕਰਦਾ ਹੈ, ਸਾਰੇ ਕੁਛ ਤਪ, ਸਾਰੇ ਤਪ ਸਭੇ ਗੀਤ ਗਿਆਨ, ਜਿੰਨੇ ਵੀ ਗਿਆਨ ਦੇ ਗੀਤ ਹੈਗੇ ਸਾਰੇ ਦੇ ਸਾਰੇ। ਸਭੇ ਬੁੱਧੀ ਸੁੱਧ ਸਭੇ ਤੀਰਥ ਸਭੇ ਥਾਨ। ਕਹਿੰਦੇ ਸਾਰੀਆਂ ਬੁੱਧੀਆਂ, ਜਿੰਨੀ ਵੀ ਬੁੱਧੀ ਹੈਗੀ ਸਾਰੀ ਸ੍ਰੇਸ਼ਟ ਤੋਂ ਸ੍ਰੇਸ਼ਟ ਬੁੱਧੀ ਲੈ ਲਓ। ਜਿੰਨੀ ਵੀ ਸੋਝੀ, ਸੁੱਧ ਮਤਲਬ ਸੋਝੀ, ਸਾਰੀ ਸੋਝੀ, ਸ੍ਰੇਸ਼ਟ ਤੋਂ ਸ੍ਰੇਸ਼ਟ ਸੋਝੀ, ਸਾਰੇ ਤੀਰਥ, ਸਾਰੇ ਥਾਨ ਜਿਹੜੇ ਹੈਗੇ ਆ, ਜਿੱਥੇ ਵੀ ਆਪਾਂ ਜਾਂਦੇ ਆ, ਭਰਮਣ ਕਰਦੇ ਆ, ਸਭ ਪਾਤਸ਼ਾਹੀਆਂ ਅਮਰ ਸਭ ਖੁਸ਼ੀਆਂ ਸਭ ਖਾਨ। ਕਹਿੰਦੇ ਸਾਰੀਆਂ ਪਾਤਸ਼ਾਹੀਆਂ, ਜਿੰਨੇ ਵੀ ਰਾਜੇ ਮਹਾਰਾਜੇ ਹੈਗੇ ਆ, ਕਹਿੰਦੇ ਸਾਰੀਆਂ ਪਾਤਸ਼ਾਹੀਆਂ ਅਮਰ ਸਾਰਿਆਂ ਉਹਨਾਂ ਦੇ ਹੁਕਮ, ਸਭ ਖੁਸ਼ੀਆਂ, ਸਾਰੀਆਂ ਖੁਸ਼ੀਆਂ, ਜਿੰਨੀਆਂ ਵੀ ਖੁਸ਼ੀਆਂ ਦੁਨੀਆ ਦੇ ਵਿੱਚ ਲੋਕੀ ਕਰ ਰਹੇ ਆ, ਸਭ ਖਾਨ, ਸਾਰੇ ਖਾਨ ਮਤਲਬ ਖਾਨ ਬਹਾਦਰ ਨਹੀਂ, ਖਾਨ ਮਤਲਬ ਸਾਰੇ ਦੇ ਸਾਰੇ ਖਾਣੇ, ਤਰ੍ਹਾਂ ਤਰ੍ਹਾਂ ਦੇ ਜੋ ਵੀ ਆਪਾਂ ਖਾ ਰਹੇ ਆ, ਸਾਰੇ ਦੇ ਸਾਰੇ। ਸਭੇ ਮਾਨਸ ਦੇਵ ਸਭੇ ਜੋਗ ਧਿਆਨ। ਕਹਿੰਦੇ ਸਾਰੇ ਇਨਸਾਨ, ਸਾਰੇ ਦੇਵਤੇ, ਸਾਰੇ ਜੋਗ ਧਿਆਨ, ਜੋਗੀ ਧਿਆਨ, ਸਾਰੇ ਧਿਆਨ। ਸਭੇ ਪੁਰੀਆਂ ਖੰਡ ਸਭੇ ਜੀ ਜਹਾਨ। ਕਹਿੰਦੇ ਸਾਰੀਆਂ ਪੁਰੀਆਂ ਮਤਲਬ ਜਿੱਥੇ ਧਰਤੀ, ਜਿਸ ਤਰ੍ਹਾਂ ਆਪਣੀ ਆਹ ਧਰਤੀ ਹੈ, ਉਸ ਤਰ੍ਹਾਂ ਹੋਰ ਵੀ ਬਥੇਰੀਆਂ ਧਰਤੀਆਂ ਹੈਗੀਆਂ। ਖੰਡ ਕਹਿੰਦੇ ਆ ਜਿਹੜੇ ਬ੍ਰਹਮੰਡ ਦੇ ਟੁਕੜੇ ਹੈਗੇ, ਜਿਹੜੇ ਪਲੈਨਟਸ ਕਹਿੰਦੇ ਆ। ਸਭੇ ਪੁਰੀਆਂ ਖੰਡ ਸਭੇ ਜੀ ਜਹਾਨ। ਕਹਿੰਦੇ ਸਾਰੀ ਸੰਸਾਰ ਦੇ ਜੀ ਜਹਾਨ, ਜੀਵ ਜਿੱਥੇ ਰਹਿੰਦੇ ਆ, ਸਾਰੇ ਦੇ ਸਾਰੇ। ਇਹ ਕਿੱਥੋਂ ਆ ਗਿਆ ਸਾਰਾ ਕੁਛ? ਇਹਦੇ ਬਾਅਦ ਹੁਣ ਆਖਰੀ ਲਾਈਨ ਦੇ ਵਿੱਚ ਮਹਾਰਾਜ ਗਿਆਨ ਦੇ ਰਹੇ ਵੀ ਕੀ ਗੱਲ ਕਰਨਾ ਚਾਹੁੰਦੇ ਆ। ਹੁਕਮ ਵਿੱਚ ਲਾਏ ਆਪਣੇ ਕਰਮੀ ਵਹਿ ਕਲਾਮ। ਕਹਿੰਦੇ ਮਾਲਕ ਦੇ ਹੁਕਮ ਦੇ ਵਿੱਚ ਹੈਗੇ ਇਹ। ਹੁਣ ਜਿਹੜੇ ਹੈਗੇ ਆ
ਮਾਲਕ ਨੇ ਅਗਿਆਨਤਾ ਦੇ ਵਿੱਚ, ਮੂਰਤੀ ਪੂਜਾ ਦੇ ਵਿੱਚ, ਹੋਰ ਜਿਹੜੇ ਹੈਗੇ ਕੰਮਾਂ ਦੇ ਵਿੱਚ ਇਨਸਾਨ ਨੂੰ ਲਾਇਆ ਹੋਇਆ ਆ। ਕਹਿੰਦੇ ਇਹ ਜਿਹੜੇ ਹੈਗੇ ਮਾਲਕ ਦੇ ਹੁਕਮ ਦੇ ਵਿੱਚ ਹੈਗੇ, ਉਹਦੀ ਹੁਕਮ ਦੇ, ਉਹਦੀ ਕਲਮ ਦੇ ਨਾਲ ਜੋ ਵੀ ਆਪਾਂ ਕਰਮ ਕਰਦੇ ਹਾਂ, ਉਹਦੀ ਕਲਮ, ਉਸ ਦੇ ਨਾਲ ਇਹ ਸਾਰਾ ਦਾ ਸਾਰਾ ਜਿਹੜਾ ਹੈਗਾ ਇਹਦੀ ਲਿਖਤ, ਇਹਦਾ ਫੈਸਲਾ ਜਿਹੜਾ ਹੈਗਾ ਆਪਣੇ ਕਰਮਾਂ ਦੇ ਨਾਲ ਹੋਣਾ ਹੈ। ਔਰ ਉਹੀ ਕਰਮ ਉਹ ਮਾਲਕ ਪਰਮਾਤਮਾ ਜਿਹੜਾ ਹੈ, ਜਿਹਨੂੰ ਆਪਾਂ ਮੁਕੱਦਰ ਕਹਿ ਦਿੰਦੇ ਹਾਂ, ਉਹ ਆਪਣੇ ਕਰਮਾਂ ਦੇ ਦੁਆਰਾ ਜਿਹੜਾ ਹੈਗਾ ਉਹ ਕਲਮ ਵਹਿੰਦੀ ਹੈ ਮਾਲਕ ਪਰਮਾਤਮਾ ਦੀ। ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ, ਉਹਦੇ ਮਾਲਕ ਦੀ ਬਖਸ਼ਿਸ਼ ਦੇ ਨਾਲ ਜਿਹੜੀ ਹੈਗੀ ਆ ਇਹ ਸਾਰਾ ਦਾ ਸਾਰਾ ਜਿਹੜਾ ਸਿਸਟਮ ਚੱਲ ਰਿਹਾ ਆ। ਇਹ ਪ੍ਰੋਵੀਜ਼ਨ ਹੈਗਾ ਮਾਲਕ ਪਰਮਾਤਮਾ ਦਾ। ਹੁਣ ਆਖਰੀ ਲਾਈਨ ਦੇ ਵਿੱਚ ਨਿਚੋੜ ਦੇ ਰਹੇ ਆਪਾਂ ਨੂੰ, ਨਾਨਕ ਸੱਚਾ ਸੱਚ ਨਾਏ। ਕਹਿੰਦੇ ਉਹ ਮਾਲਕ ਪਰਮਾਤਮਾ ਸੱਚਾ ਹੈਗਾ, ਉਹ ਮਾਲਕ ਪਰਮਾਤਮਾ ਹਮੇਸ਼ਾ ਰਹਿਣ ਵਾਲਾ ਹੈਗਾ। ਨਾਨਕ ਸੱਚਾ ਸੱਚ ਨਾਏ ਸੱਚ ਸਭਾ ਦੀਵਾਨ। ਕਹਿੰਦੇ ਉਹ ਮਾਲਕ ਪਰਮਾਤਮਾ ਸੱਚਾ ਹੈਗਾ ਹਮੇਸ਼ਾ, ਔਰ ਉਹਦੀ ਸਭਾ ਵੀ ਸੱਚ ਹੈਗੀ ਆ। ਆਖਰੀ ਮੈਂ ਲਾਈਨ ਆਖਰੀ ਪਹਿਲਾਂ ਲੈ ਰਿਹਾ, ਕਹਿੰਦੇ ਉਹ ਮਾਲਕ ਪਰਮਾਤਮਾ ਉਹ ਸੱਚਾ ਹਮੇਸ਼ਾ ਰਹਿਣ ਵਾਲਾ ਹੈ, ਉਹਦੀ ਸਭਾ ਵੀ ਹਮੇਸ਼ਾ ਰਹਿਣ ਵਾਲੀ ਆ, ਉਹਦੀ ਕਚਹਿਰੀ ਸੱਚੇ ਨਾਏ। ਇੱਥੇ ਸੱਚ ਨਹੀਂ ਲਿਖਿਆ, ਇੱਥੇ ਚੱਚੇ ਨੂੰ ਸਿਹਾਰੀ ਲਗਾ ਦਿੱਤੀ ਮਹਾਰਾਜ ਨੇ। ਕਹਿੰਦੇ ਜੇ ਮਾਲਕ ਦੇ ਕੋਲ ਜਾਣਾ ਆ, ਜੇ ਮਾਲਕ ਦੇ ਨੇੜੇ ਹੋਣਾ ਆ, ਤੇ ਨਾਮ ਦੇ ਦੁਆਰਾ ਹੋ ਸਕਦਾ ਹੈ, ਸੱਚੇ ਨਾਮ ਦੇ ਦੁਆਰਾ ਹੋ ਸਕਦਾ ਹੈ। ਨਾਨਕ ਨਾਮ ਨੂੰ ਪ੍ਰਗਟ ਕਰਨਾ ਪੈਣਾ ਹੈ। ਨਾਮ ਤੇਰੇ ਅੰਦਰ ਪਿਆ ਹੋਇਆ ਹੈ। ਨਾਮ ਪ੍ਰਗਟ ਕਰਨ ਵਾਸਤੇ ਤੈਨੂੰ ਇਹ ਮਨੁੱਖਾ ਸਰੀਰ ਮਿਲਿਆ ਹੈ, ਇਹ ਪ੍ਰਾਣ ਸ਼ਕਤੀ ਤੈਨੂੰ ਦਿੱਤੀ ਹੈ, ਜਿਹਨੂੰ ਤੂੰ ਵੇਸਟ ਕਰ ਰਿਹਾ ਹੈ। ਆਪਣਾ ਪੈਟਰੋਲ ਜਿਹੜਾ ਹੈਗਾ ਕਿਤੇ ਹੋਰ ਹੀ ਜਿਹੜਾ ਹੈਗਾ ਗੱਡੀ ਭਜਾ ਕੇ ਕਿਤੇ ਹੋਰ ਪਾਸੇ ਨੂੰ ਜਿਹੜਾ ਹੈਗਾ ਸਾਰਾ ਟੰਕੀ ਖਾਲੀ ਕਰ ਦੇਣਾ ਹੈ। ਕਹਿੰਦੇ ਨਾਮ ਦੇ ਵੱਲ ਨੂੰ ਜਿਹੜਾ ਪ੍ਰਾਣ ਸ਼ਕਤੀ ਨੂੰ ਉੱਪਰ ਅੰਦਰ ਧਿਆਨ ਸਿਮਰਨ ਕਰਕੇ ਜਿਹੜਾ ਹੈਗਾ ਇਹ ਨਾਮ ਨੂੰ ਪ੍ਰਗਟ ਕਰਨ ਵਾਸਤੇ ਤੈਨੂੰ ਜਿਹੜਾ ਹੈ ਜੀਵਨ ਮਨੁੱਖੀ ਜੀਵਨ ਮਿਲੀ ਹੋਈ ਆ। ਨਾਨਕ ਸੱਚਾ ਸੱਚ ਨਾਏ ਸੱਚ ਸਭਾ ਦੀਵਾਨ। ਕਹਿੰਦੇ ਜੇ ਉਹਦੀ ਸਭਾ 'ਚ ਸੱਚੀ 'ਚ ਜਾਣਾ ਆ, ਉਹ ਸੱਚੇ ਮਾਲਕ ਪਰਮਾਤਮਾ ਦੇ ਵਿੱਚ ਮਰਜ ਹੋਣਾ ਹੈ, ਤੇ ਉਹਦੇ ਨਾਮ ਦੇ ਦੁਆਰਾ ਆਹੀ ਰਸਤਾ ਇੱਕ ਜਾਂਦਾ ਹੈ ਭਾਈ। ਸੱਚ ਨਾਏ ਚੱਚੇ ਦੀ ਸਿਹਾਰੀ ਹੈ, ਸੱਚੇ ਨਾਮ ਦੇ ਦੁਆਰਾ ਜਿਹੜਾ ਹੈਗਾ ਪਹੁੰਚ ਸਕਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਿੱਜਰ ਸਾਹਿਬ, ਆ ਥੋੜੀ ਤੁਕ ਬੋਲ ਦਿਓ ਪਹਿਲੇ। ਸਭੇ ਸੁਰਤੀ ਜੋਗ ਸਭੇ ਵੇਦ ਪੁਰਾਣ। ਮਹਲਾ ਪਹਿਲਾ। ਸਾਰੀਆਂ ਸੁਰਤੀਆਂ, ਸਾਰੇ ਜੋਗ, ਸਾਰੇ ਵੇਦ ਪੁਰਾਣ, ਸਾਰਾ ਗਿਆਨ ਜਿਹੜਾ ਹੈਗਾ ਇਹ ਸਾਰੇ ਮਹਾਰਾਜ ਸਾਰੇ ਦੱਸੀ ਜਾ ਰਹੇ ਆਪਾਂ ਨੂੰ। ਬਸ ਇਹਦੇ ਵਿੱਚ ਜਿਹੜੀ ਹੈ ਵਿਚਾਰਨ ਵਾਲੀ ਗੱਲ ਨਹੀਂ ਹੈ। ਬਸ ਕਹਿੰਦੇ ਟੋਟਲ ਜੋ ਕੁਛ ਦੁਨੀਆ 'ਚ ਹੋ ਰਿਹਾ ਹੈ ਸਾਰਾ ਕੁਛ ਇਹਦਾ ਕੰਟਰੋਲਰ ਕੌਣ ਹੈ ਆਖਰੀ ਦੇ ਵਿੱਚ ਦੱਸਦੇ। ਹਾਂ ਬਿਲਕੁਲ ਠੀਕ ਹੈ। ਹੁਣ ਇਹ ਸਾਧ ਸੰਗਤ ਜੀ ਇੱਥੇ ਬਾਣੀ ਪਤਾ ਕੀ ਸਮਝਾ ਰਹੀ ਆ ਕਿ ਕਹਿੰਦੇ ਕਿ ਲਾਸਟ ਤੁਕ ਦੀ ਵਿਆਖਿਆ ਕਰਦੇ ਹੁਕਮ ਚਲਾਏ ਆਪਣੇ ਕਰਮੀ ਵਹੇ ਕਲਾਮ। ਉਹ ਕਹਿੰਦੇ ਕਿ ਇਹ ਜਿਹੜੇ ਲੋਕ ਏਦਾਂ ਦੇ ਕਰਮ ਕਰ ਰਹੇ ਆ ਨਾ, ਅਸਲ 'ਚ ਇਹਨਾਂ ਦੇ ਸੰਸਕਾਰ ਨੇ। ਬਿਲਕੁਲ ਇਹ ਇਹਨਾਂ ਦਾ ਦੋਸ਼ ਕੋਈ ਨਹੀਂ ਹੈਗਾ, ਕਿਉਂਕਿ ਉਹਨਾਂ ਨੇ ਉਹ ਚੀਜ਼ ਦੀ ਇੱਛਾ ਕਰ ਲਈ ਆ। ਉਹਨਾਂ ਦੇ ਮਨ 'ਚ ਸੀ ਇੱਛਾ ਕਿ ਏਦਾਂ ਮੈਂ ਧਾਰਮਿਕ ਸਥਾਨ ਤੇ ਬਣਾਂਗਾ, ਉੱਥੇ ਮੈਂ ਏਦਾਂ ਠੱਗੀਆਂ ਮਾਰਾਂਗਾ, ਏਦਾਂ ਪੈਸੇ ਕਮਾਵਾਂਗਾ। ਇਹ ਇੱਛਾ ਵਾ ਇਹਨਾਂ ਦੀ, ਤੇ ਜੋ ਇਹਨਾਂ ਨੇ ਇੱਛਾ ਕੀਤੀ ਆ ਉਸੇ ਤਰ੍ਹਾਂ ਦਾ ਇਹਨਾਂ ਨੂੰ ਇਹ ਮਿਲ ਗਿਆ, ਪ੍ਰਾਪਤੀ ਹੋ ਗਈ। ਕਿਉਂਕਿ ਸੰਸਾਰ ਤੇ ਮਾਇਆ ਹੁਣ ਦੇਖੋ ਮਾਇਆ ਇਹਦੇ ਹੈਗੀ ਹੈ, ਇੱਛਾਧਾਰੀ ਹੈਗੇ ਆਪਾਂ, ਇੱਛਾਧਾਰੀ। ਹਾਂ ਆਪਾਂ ਇੱਛਾਧਾਰੀ ਆ। ਇਹ ਲੋਕ ਜੇ ਏਦਾਂ ਦੇ ਮਾੜੇ ਕਰਮ ਕਰ ਰਹੇ ਆ ਕਿ ਮਹਾਰਾਜ ਕਹਿੰਦੇ ਕਿ ਇਹਦੇ ਵਿੱਚ ਇਹਨਾਂ ਦੀ ਇੱਛਾ, ਇਹਨਾਂ ਨੇ ਕੋਈ ਏਦਾਂ ਦਾ ਕੋਈ ਇੱਛਾਧਾਰੀ ਆ, ਇੱਛਾ ਧਾਰ ਲਈ ਆ, ਤੇ ਉਹਨਾਂ ਦੇ ਕਰਮਾਂ 'ਚ ਉਹ ਚਾਹ ਕੇ ਵੀ ਚੰਗੇ ਕੰਮ ਨਹੀਂ ਕਰ ਸਕਦੇ। ਉਹਨਾਂ ਨੇ ਉਹੀ ਗੰਦਮੰਦ ਖਾਣਾ ਵਾ। ਸਾਨੂੰ ਦਿਖਦਾ ਪਰ ਉਹਨਾਂ ਨੂੰ ਨਹੀਂ ਦਿਖਣਾ, ਕਿਉਂਕਿ ਉਹਨਾਂ ਨੇ ਇੰਨੇ ਪ੍ਰਚੰਡ ਲੈਵਲ ਤੇ ਇੱਛਾ ਜ਼ਾਹਰ ਕੀਤੀ ਸੀ। ਤੇ ਵੇਖ ਲਓ ਜਿਹੜੇ ਜਿਹਦੇ 100 ਮੁੰਡੇ ਸੀ, ਕੀ ਨਾਂ ਸੀ ਉਹਦਾ? ਯੁਧਿਸ਼ਟਰ। ਹਾਂ ਤੇ ਵੇਖੋ ਧ੍ਰਿਤਰਾਸ਼ਟਰ ਨੂੰ ਵੇਖੋ, ਧ੍ਰਿਤਰਾਸ਼ਟਰ ਨੇ ਉਹਨੇ ਕਹਿੰਦੇ ਸੀ ਕਿ ਉਹ ਤੁਹਾਨੂੰ ਪਹਿਲਾਂ ਵੀ ਕਹਾਣੀ ਸੁਣਾਈ ਸੀ। ਉਸ ਬੰਦੇ ਨੇ ਕੀ ਕੀਤਾ, ਕਹਿੰਦੇ ਕਿ ਇੱਕ ਰੁੱਖ ਤੇ ਅੱਗ ਲਾਤੀ ਸੀ ਤੇ ਛੋਟੇ ਛੋਟੇ ਚਿੜੀਆਂ ਸੀ ਕਿੰਨੀਆਂ ਸਾਰੀਆਂ ਬੈਠੀਆਂ, ਉਹ ਕਾਫੀ ਸੜ ਗਈਆਂ ਸੀ, 100 ਹੀ ਪਤਾ ਨਹੀਂ ਕਿੰਨੀਆਂ। ਫਿਰ ਵੇਖੋ ਉਸ ਬੰਦੇ ਨੂੰ ਕਿੰਨੇ ਸਾਲ, ਪਤਾ ਨਹੀਂ ਕਿੰਨੇ 1000 ਸਾਲ ਵੇਟ ਕਰਨਾ ਪਿਆ। ਫਿਰ ਵੇਖੋ, ਔਰ ਹੁਣ ਆਮ ਬੰਦੇ ਦੇ 100 ਬੱਚੇ ਕਿੱਥੋਂ ਹੋ ਜਾਣੇ ਆ? ਉਹ ਫਿਰ ਉਸਨੂੰ ਐਸਾ ਰਾਜੇ ਵਾਂਗੂ ਰਾਜ ਭਾਗ ਮਿਲਿਆ। ਫਿਰ 100 ਬੱਚੇ ਮਿਲੇ, ਫਿਰ 100 ਦੇ 100 ਬੱਚੇ ਦੇ ਸਾਹਮਣੇ ਮਰੇ। ਉਹ ਦੇਖੋ, ਇਹਦਾ ਮਤਲਬ ਕਿ ਕਰਮ ਫਲ ਜਿਹੜਾ ਹੁੰਦਾ ਵਾ ਕਿੰਨੀ ਦੂਰ ਤੱਕ ਬੰਦੇ ਨੂੰ ਖਿੱਚ ਕੇ ਲੈ ਆਉਂਦਾ। ਤੇ
ਇਹ ਵੇਖ ਕੇ ਵੈਸੇ ਮੈਂ ਮਹਿਸੂਸ ਕਰਦਾ ਨਿੱਜਰ ਸਾਹਿਬ, ਪਰਾਇਆ ਪੈਸਾ ਤੇ ਲਿਆਉਣ ਜੀ ਨਹੀਂ ਕਰਦਾ, ਤੇ ਜੇ ਕੋਈ ਲੈ ਕੇ ਆ ਰਿਹਾ ਨਾ ਉਹਦੀ ਅੱਖਾਂ ਤੇ ਪੜਦਾ ਪਿਆ ਵਾ, ਜਿੱਦਾਂ ਮਤਲਬ ਉਹਦੇ ਕਰਮ ਹੀ ਏਦਾਂ ਦੇ, ਉਹਨੂੰ ਦਿਖਦਾ ਨਹੀਂ ਵਿਚਾਰੇ ਨੂੰ। ਮੈਂ ਤੇ ਮਹਿਸੂਸ ਕਰਦਾ। ਬਿਲਕੁਲ ਉਹ ਬਤੋ ਬਾਣੀ ਤਾਂ ਹੀ ਉਹ ਕਿਹਾ ਮਾਇਆ ਧਾਰੀ ਅੰਨਾ ਬੋਲਾ, ਅੱਤ ਅੰਨਾ ਬੋਲਾ, ਅੱਤ ਅੰਨਾ ਬੋਲਾ। ਹਾਂ ਅੱਤ ਦਾ ਅੰਨਾ ਹੋ ਜਾਂਦਾ, ਜੇ ਕਦੇ ਅੰਨਾ ਹੁੰਦਾ ਨਾ ਉਹ ਅੱਤ ਦਾ ਅੰਨਾ ਹੋ ਜਾਂਦਾ, ਕਿਉਂਕਿ ਯਥਾਰਥ ਸੱਚ ਨੂੰ ਵੇਖਦਾ ਹੀ ਨਹੀਂ। ਹੁਣ ਤੁਸੀਂ ਵੇਖੋ ਸਾਧਨਾ ਕਰਦੇ ਜੋ ਤੁਸੀਂ, ਤੁਹਾਨੂੰ ਆਪਣੀਆਂ ਗਲਤੀਆਂ ਦਾ ਪਤਾ ਲੱਗਣ ਡਿਆ ਪੈਣਾ ਵਾ। ਜਿੱਥੇ ਤੁਸੀਂ ਲੋਕਾਂ 'ਚ ਗਲਤੀਆਂ ਕਹਿੰਦੇ ਸੀ ਨਾ, ਲੋਕਾਂ ਦਾ ਕਸੂਰ, ਹੁਣ ਜਦੋਂ ਤੁਹਾਡੀ ਅੰਤਰਮੁਖੀ ਸੁੱਟੀ ਗਈ, ਤੁਹਾਨੂੰ ਆਪਣੇ 'ਚ ਕਸੂਰ ਨਜ਼ਰ ਆਉਣੇ ਆ ਕਿ ਕਾਫੀ ਮੇਰਾ ਵੀ ਕਸੂਰ ਹੈਗਾ। ਆਪਣੇ ਹੀ ਬਹੁਤ ਜ਼ਿਆਦਾ ਹੈ ਜੀ, ਲੋਕਾਂ ਦੇ ਤਾਂ ਬਹੁਤ ਥੋੜੇ ਆ, ਲੋਕਾਂ ਦੇ ਬਹੁਤ ਥੋੜੇ ਆ, ਆਪਣੇ ਬਹੁਤ ਜ਼ਿਆਦਾ ਹੈ। ਹਾਂ, ਜਿਹੜਾ ਤੁਹਾਡਾ ਮਨ ਰੂਪੀ ਦਰਪਣ ਆ ਇਹ ਬੜਾ ਸ਼ਰਾਰਤੀ ਆ, ਇਹ ਲੋਕਾਂ ਦੇ ਔਗਣ ਵੀ ਦਿਖਾਉਂਦਾ, ਪਰ ਤੁਹਾਨੂੰ ਜਦੋਂ ਇਹਨੇ ਆਪਣੇ ਵਿਖਾਏ ਨਾ, ਤੁਹਾਨੂੰ ਲੋਕਾਂ ਤੋਂ ਵੱਧ ਆਪਣੇ ਆਪ 'ਚ ਔਗਣ ਨਜ਼ਰ ਆਉਣੇ ਆ। ਔਰ ਇਹ ਗੱਲ ਵੇਖੋ, ਧਿਆਨ ਸਿਮਰਨ ਸਮਾਧੀ ਤੋਂ ਬਿਨਾਂ ਤੁਹਾਨੂੰ ਉਹਨਾਂ ਔਗਣਾਂ ਤੋਂ ਮੁਕਤੀ ਨਹੀਂ ਮਿਲਣੀ। ਇਹ ਸਮਾਧੀ ਤੋਂ ਬਿਨਾਂ ਤਾਂ ਮੁਕਤੀ ਮਿਲਣੀ ਨਹੀਂ, ਕਿਉਂਕਿ ਉਹ ਸਾਡੇ ਜਿਹੜੇ ਸੂਖਮ ਸਰੀਰ 'ਚ ਹੈਗੇ ਨੇ, ਉਹ ਤੇ ਬਸ ਜਿੱਦਾਂ ਅੱਗ ਕਿਤੇ ਲੱਗੀ ਤੇ ਧੂੰਆਂ ਨਿਕਲ ਆਇਆ, ਜਦੋਂ ਵੀ ਅੱਗ ਲੱਗਦੀ ਧੂੰਆਂ ਨਿਕਲ ਆਉਂਦਾ, ਆਪਾਂ ਧੂਏ ਨਾਲ ਲੜਦੇ ਰਹਿੰਦੇ। ਇਹ ਜਿਹੜਾ ਸਾਰਾ ਸਾਡੇ ਅੰਤਰਾਕਰਨ 'ਚ ਹੈਗਾ ਵਾ, ਉੱਥੋਂ ਹੀ ਸਭ ਕੁਝ ਪ੍ਰਗਟ ਹੋ ਰਿਹਾ। ਤੇ ਇਹ ਜਦੋਂ ਆਪਾਂ ਧਿਆਨ ਸਿਮਰਨ ਕਰਦੇ ਹਾਂ ਤੇ ਸਾਨੂੰ ਫਿਰ ਉਹ ਚੀਜ਼ ਤੋਂ ਮੁਕਤੀ ਮਿਲ ਜਾਂਦੀ ਆ। ਇੱਥੇ ਵੀ ਕਲਾਉਸ ਆਉਂਦੀ ਆ ਕਿ ਜੇ ਕੋਈ ਬੰਦਾ ਇਹਨਾਂ 'ਚ ਉਲਝਿਆ ਨਾ, ਵੇਖੋ ਸਾਰੇ ਆਲੇ ਉਲਝੇ ਹੋਏ ਨੇ, ਇਹਨਾਂ ਨੂੰ ਵੀ ਮੁਕਤੀ ਮਿਲ ਸਕਦੀ ਆ ਜਦੋਂ ਨਾਨਕ ਸੱਚਾ ਸੱਚ ਨਾਈ ਸੱਚ ਸਭਾ ਦੀ। ਹਾਂ, ਇਹਦੀ ਦੁਬਾਰਾ ਵਿਆਖਿਆ ਕਰਦੇ ਨੇ ਜੱਸਾ, ਕਹਿੰਦੇ ਨਾਨਕ ਸੱਚਾ, ਉਹ ਮਾਲਕ ਪਰਮਾਤਮਾ ਸੱਚਾ ਹੈ। ਹਮੇਸ਼ਾ ਸੱਚਾ ਕੀ ਹੁੰਦਾ? ਜਿਹੜੀ ਚੀਜ਼ ਸੱਚ ਹੈ, ਜਿਹੜੀ ਹਮੇਸ਼ਾ ਰਹਿਣ ਵਾਲੀ ਇੱਕੋ ਜਿਹੀ ਹੈ, ਉਹਨੇ ਉਹ ਚੀਜ਼ ਨੇ ਹਮੇਸ਼ਾ ਹੀ ਰਹਿਣਾ ਹੈ ਔਰ ਇੱਕੋ ਜਿਹੀ ਰਹਿਣਾ ਹੈ, ਉਹਨੂੰ ਸੱਚ ਕਹਿੰਦੇ ਆ। ਤੇ ਕਹਿੰਦੇ ਪਰਮਾਤਮਾ ਸੱਚਾ ਹੈ, ਹਮੇਸ਼ਾ ਰਹਿਣ ਵਾਲਾ ਆ। ਤੇ ਆਖਰੀ ਲਾਈਨ ਜਿਹੜੀ ਆਖਰੀ ਤੁਕ ਮੈਂ ਪਹਿਲਾਂ ਲੈ ਰਿਹਾ, ਸੱਚ ਸਭਾ ਦੀਵਾਨ, ਉਹਦਾ ਦੀਵਾਨ ਵੀ ਸੱਚਾ ਹੈਗਾ। ਇਹ ਦੋਨੋਂ ਜਗ੍ਹਾ ਕਹਿੰਦੇ। ਇਸ ਤੋਂ ਬਾਅਦ ਕਹਿੰਦੇ ਆ ਸੱਚੇ ਨਾਏ, ਚੱਚੇ ਦੀ ਸਿਹਾਰੀ ਲਗਾ ਦਿੱਤੀ ਇੱਥੇ ਜਿਹੜਾ ਹੈਗਾ। ਕਹਿੰਦੇ ਉਹਨੇ ਮਿਲਣਾ ਹੈ ਤੇ ਸੱਚੇ ਨਾਮ ਦੇ ਦੁਆਰਾ ਮਿਲਣਾ ਹੈ, ਨਾਮ ਨੂੰ ਪ੍ਰਗਟ ਕਰਨਾ ਪੈਣਾ ਹੈ ਤੈਨੂੰ। ਅੰਮ੍ਰਿਤ ਰਸ ਜਿਹੜਾ ਹੈਗਾ ਤੇਰਾ ਨਾਮ ਪਦਾਰਥ, ਉਹਦੇ ਵਾਸਤੇ ਜਿਹੜੇ ਮਨੁੱਖੀ ਜੀਵਨ ਮਿਲੀ ਹੋਈ ਹੈ, ਤੈਨੂੰ ਸਰੀਰ ਮਿਲਿਆ ਹੈ, ਤੇ ਉਹਦੇ ਨਾਲ ਪ੍ਰਾਣ ਸ਼ਕਤੀ ਜਿਹੜੀ ਹੈਗੀ ਆ ਵੇਸਟ ਕਰਨੀ ਬੰਦ ਕਰ, ਔਰ ਉਹਨੂੰ ਜਿਹੜੀ ਹੈਗੀ ਆ 9 ਦਰਵਾਜ਼ਿਆਂ ਤੋਂ ਵੇਸਟ ਹੋ ਰਹੀ ਹੈ, ਉੱਪਰ ਲੈ ਕੇ ਜਾ, 10ਵੇਂ ਦੁਆਰ ਖੋਲਣ ਦੀ ਜਿਹੜੀ ਹੈਗੀ ਉਹਦੀਆਂ ਕੰਡੀਸ਼ਨਾਂ ਪੂਰੀਆਂ ਕਰ, ਔਰ ਉਸ ਤੋਂ ਬਾਅਦ ਜਿਹੜਾ ਹੈਗਾ ਤੇਰਾ ਤੂੰ ਵੀ ਉਹ ਮਾਲਕ ਪਰਮਾਤਮਾ ਦੇ ਵਾਂਗੂ ਸੱਚਾ ਹੋ ਜਾਏਗਾ, ਉਹਦੇ ਨਾਲ ਅਬਨਾਸੀ ਹੋ ਜਾਏਗਾ। ਹਾਂਜੀ, ਬਿਲਕੁਲ ਠੀਕ ਹੈ ਨਿੱਜਰ ਸਾਹਿਬ। ਹਾਂਜੀ, ਬਸ ਇਹੋ ਹੀ ਆ ਕਿ ਸਾਨੂੰ ਉਹ ਚਾਹੁੰਦੇ ਆ ਕਿ ਅਸੀਂ ਆਪਣਾ ਜੀਵਨ ਉੱਚਾ ਚੁੱਕੀਏ, ਤੇ ਜੇਕਰ ਅਸੀਂ ਸੱਚ ਵੱਲ ਗਤੀ ਕਰਾਂਗੇ ਤਾਂ ਸਾਨੂੰ ਸੱਚ ਦੀ ਪ੍ਰਾਪਤੀ ਹੋਈ ਨਹੀਂ। ਜੋ ਸੱਚ ਦੀ ਪ੍ਰਾਪਤੀ ਹੋਈ ਤੇ ਅਸੀਂ ਵੀ ਸੱਚੇ ਹੋ ਜਾਣਾ, ਕੋਈ ਵੱਖਰੇ ਥੋੜੀ ਰਹਿ ਜਾਣਾ। ਪਰਮਾਤਮਾ ਪਾਰਸ ਆ। ਜਦੋਂ ਵੀ ਕੋਈ ਬੰਦਾ ਪਾਰਸ ਦੇ ਕੋਲ ਜਾਊਗਾ ਤੇ ਸਾਡੇ ਔਗਣ ਕੋਈ ਮੈਟਰ ਨਹੀਂ ਕਰਦੇ, ਕਿਉਂਕਿ ਅਸੀਂ ਤੇ ਸ਼ੁੱਧ ਹੈਗੇ, ਚੇਤਨਾ ਹੈਗੇ ਆ। ਅਸੀਂ ਪੁਰਸ਼ ਹਾਂ, ਅਗਿਆਨ ਦੇ ਕਰਕੇ ਅਸੀਂ ਇੱਧਰ ਉੱਧਰ ਭੱਜ ਰਹੇ ਹਾਂ ਔਰ ਐਵੇਂ ਖਿੱਚਾ ਤੋਈ ਕਰ ਰਹੇ ਹਾਂ, ਜਦ ਕਿ ਸਾਡਾ ਨਿੱਜ ਸਰੂਪ ਹੈ ਸੱਚ ਤੇ ਆਨੰਦ ਆ। ਅਸੀਂ ਆਨੰਦ ਸਰੂਪ ਹੈ। ਤੁਸੀਂ ਵੇਖੋ ਤੁਹਾਨੂੰ ਆਨੰਦ ਦੀ ਪ੍ਰਾਪਤੀ ਹੋ ਰਹੀ ਹੈ, ਉਹ ਆਨੰਦ ਕਿਸੇ ਕਾਰਨ ਥੋੜੀ ਆ, ਉਹ ਅਕਾਰਨ ਆ। ਪਰਮਾਤਮਾ ਜਿਹੜਾ ਹੈ ਉਹ ਗਤੀਹੀਨ ਸ਼ਕਤੀ ਹੈ, ਆਤਮਾ ਜਿਹਨੂੰ ਕਹਿ ਦਿੰਦੇ ਆ। ਆਤਮਾ ਤੇ ਪਰਮਾਤਮਾ ਕੋਈ ਵੱਖਰਾ ਨਹੀਂ ਹੈ। ਜਿੱਦਾਂ ਲੋਕੀ ਕਹਿੰਦੇ ਨੇ ਕਿ ਆਤਮਾ ਨੂੰ ਸਜ਼ਾ ਮਿਲਦੀ ਆ, ਉੱਥੇ ਲੈ ਕੇ ਜਾਂਦੇ ਨੇ, ਆਤਮਾ ਨੂੰ ਨਹੀਂ ਕੋਈ ਲੈ ਕੇ ਜਾ ਸਕਦਾ। ਆਤਮਾ ਸਰਵ ਵਿਆਪਕ ਇੱਕ ਪਰਮਾਤਮਾ ਹੀ ਰੂਪੀ ਸ਼ਕਤੀ ਹੈ। ਜੀਵ ਨੂੰ ਲੈ ਕੇ ਜਾਂਦੇ ਨੇ, ਜਿਹੜਾ ਸਾਡੇ ਅੰਦਰ ਜੀਵ ਹੈਗਾ, ਔਰ ਜਦੋਂ ਜੀਵ ਦਾ ਜਿਹੜਾ ਅਗਿਆਨ ਖਤਮ ਹੋ ਜਾਂਦਾ ਹੈ ਉਹ ਸਾਚੀ ਹੋ ਜਾਂਦਾ। ਹਾਂਜੀ ਨਿੱਜਰ ਸਾਹਿਬ, ਅੱਗੇ ਚਲੀ। ਅੱਗੇ ਜਿਹੜਾ ਹੈਗੇ ਮਹਾਰਾਜ ਜਿਹੜੇ ਹੈਗੇ ਨਾਮ ਦੇ ਮੰਨਣ ਦੀ ਗੱਲ ਕਰ ਰਹੇ ਆ, ਪਹਿਲਾਂ ਸੁਣਨ ਦੀ ਗੱਲ ਕਰ ਰਹੇ ਸੀਗੇ, ਕਿਉਂਕਿ ਆਪਾਂ ਜਪ ਬਾਣੀ ਦਾ ਪਾਠ ਜਿਹੜਾ ਹੈਗਾ ਡੇਲੀ ਕਰਦੇ ਹਾਂ, ਜਪਜੀ ਸਾਹਿਬ ਦਾ। ਉਹਦੇ ਵਿੱਚ ਦੇਖ ਲਓ, ਸੁਣੈ ਸਿੱਧ ਪੀਰ ਸੁਰਨਾਥ, ਸਾਰੇ ਸੁਣੇ ਤਰਤਵਲ ਆਕਾਸ਼, ਸੁਣੇ ਦੀਪ ਲੋ ਪਤਾਲ। ਸੁਣਨ ਦੇ 4 ਅੰਗ ਆਏ ਆ, 4 ਦੇ 4 ਇੱਥੇ ਪੌੜੀਆਂ ਮਹਾਰਾਜ ਨੇ ਲਈਆਂ ਆ ਸੁਣਨ ਦੀਆਂ। ਔਰ ਉਸ ਤੋਂ ਬਾਅਦ ਕਿਉਂਕਿ ਉੱਥੇ ਜਿਹੜਾ ਹੈਗਾ ਉੱਥੇ ਨਹੀਂ ਦੱਸਿਆ ਵੀ ਕਿਹੜੀ ਚੀਜ਼ ਸੁਣਨ ਦੇ ਨਾਲ, ਉੱਥੇ ਜਿਹੜਾ ਹੈਗਾ ਇਹਨਾਂ ਕੋਲ ਚਾਂਸ ਹੈਗਾ ਉਹਨੂੰ ਜਿਹੜਾ ਨੈਰੋ ਡਾਊਨ ਕਰ ਦੇਣਗੇ। ਉਹਨਾਂ ਨੇ ਕਹਿਣਾ ਕਿ ਇਹ ਤਾਂ ਜੀ ਬਾਣੀ ਸੁਣਨ ਦੇ ਨਾਲ ਆ, ਇਹ ਤਾਂ ਜੀ ਪਾਠ ਸੁਣਨ ਦੇ ਨਾਲ, ਇਹ ਤਾਂ ਜੀ ਕੀਰਤਨ ਸੁਣਨ ਦੇ ਨਾਲ, ਇਹ ਤਾਂ ਜੀ ਕਥਾ ਸੁਣਨ ਦੇ ਨਾਲ, ਉਹਦੇ ਵਾਸਤੇ ਲਿਖਿਆ ਹੋਇਆ ਹੈ ਸੁਣਨ ਦੇ ਗੱਲ। ਕਿ ਨਹੀਂ ਭਾਈ, ਇੱਥੇ ਮਹਾਰਾਜ ਨੇ ਕਲੈਰੀਫਾਈ ਪੂਰਾ ਚੰਗੀ ਤਰ੍ਹਾਂ ਕਲੀਅਰ ਕਰ ਦਿੱਤਾ ਵੀ ਇਹ ਜਿਹੜੀ ਚੀਜ਼, ਕਿਉਂਕਿ ਆਪਾਂ ਹੁਣ ਕੀ ਕਰ ਰਹੇ ਹਾਂ, ਆਪਾਂ ਇਹ ਬਾਣੀ, ਇਹ ਕਥਾ, ਇਹ ਪਾਠ ਜਿਹੜਾ ਹੈਗਾ, ਇਹ ਸੰਕੀਰਤਨ, ਇਹ ਸਾਰਾ ਉਸੇ ਬਾਣੀ ਨੂੰ ਆਪਾਂ ਉਸੇ ਦੀ ਤਾਂ ਗੱਲ ਕਰ ਰਹੇ ਹਾਂ, ਇਹੀ ਤਾਂ। ਕੀਰਤਨ ਦੇ ਵਿੱਚ ਵੀ ਕੀ ਹੁੰਦਾ, ਕੀਰਤਨ ਦੇ ਨਾਲ ਬਾਰ-ਬਾਰ ਰਿਪੀਟ ਕਰਦੇ ਹਾਂ ਇੱਕ ਲਾਈਨ ਨੂੰ ਆਪਾਂ ਪਿਆਰ ਦੇ ਨਾਲ, ਤੇ ਉਹ ਆਪਣੇ ਅੰਦਰ ਵਸ ਜਾਂਦੀ ਆ। ਜੇ ਉਹ ਗਿਆਨ ਹੈਗਾ, ਜੇ ਆਪਣੇ ਅੰਦਰ ਵਸੇਗਾ ਤੇ ਉਹਦੇ ਨਾਲ ਆਪਾਂ ਚੱਲਾਂਗੇ। ਹੁਣ ਉਹੀ ਚੀਜ਼ ਆਪਾਂ ਇੱਥੇ ਕਹਿ ਰਹੇ ਹਾਂ
ਤੇ ਇਹ ਗੁਰੂ ਦੀ ਮੱਤ ਜਿਹੜੀ ਹੈਗੀ, ਗੁਰੂ ਦੀ ਬਾਣੀ ਜਿਹੜੀ ਹੈਗੀ, ਆਪਾਂ ਨੂੰ ਇਹੀ ਤਾਂ ਸੇਧ ਦੇ ਰਹੀ ਹੈ। ਚਾਨਣ ਤਾਂ ਇੱਥੋਂ ਮਿਲ ਰਿਹਾ ਸਾਨੂੰ ਬਈ ਜਿਹੜਾ ਹੈਗਾ ਇਹ ਨਾਮ ਦੇ ਸੁਣਨ ਦੀ ਗੱਲ ਹੈਗੀ ਆ, ਔਰ ਨਾਮ ਦੇ ਹੀ ਮੰਨਣ ਦੀ ਗੱਲ ਹੈਗੀ। ਹੁਣ ਮੰਨਣ ਦੀ ਪਹਿਲੀ ਜਿਹੜੀ ਪੌੜੀ ਚੱਲ ਰਹੀ ਆ, ਨਾਏ ਮੰਨੈ ਸੁਖ ਉਪਜੈ। ਕਹਿੰਦੇ ਜੇ ਤੂੰ ਨਾਮ ਨੂੰ ਮੰਨੇਗਾ, ਮੰਨਣ ਦਾ ਮਤਲਬ ਹੈ ਵੀ ਮੈਂ ਮੰਨ ਲਿਆ ਜੀ, ਹਾਂ ਜੀ ਮੈਂ ਐਡਮਿਟ ਕਰ ਲਿਆ। ਨਾ ਨਾ ਨਾ, ਇਹ ਮੰਨਣਾ ਨਹੀਂ, ਇਹ ਸੁਣਨਾ ਨਹੀਂ। ਮੰਨਣਾ ਹੈਗਾ ਤੇਰੇ ਮਨ ਦੇ ਵਿੱਚ ਉਤਰ ਜਾਏ ਨਾਮ, ਤੇਰੇ ਅੰਦਰ ਜਿਹੜਾ ਹੈਗਾ ਤੇਰੇ ਮਨ ਦੇ ਵਿੱਚ ਜਿਹੜੀ ਹੈ ਕੋਈ ਚੀਜ਼ ਪੂਰੀ ਤੇ ਪੂਰੀ ਇਨਸਾਨ ਦੇ ਮਨ ਦੇ ਵਿੱਚ ਚਲੀ ਗਈ, ਮਨ ਦੇ ਵਿੱਚ ਚਲੀ ਗਈ ਤੇ ਫਿਰ ਬਾਕੀ ਚੀਜ਼ਾਂ ਨਿਕਲ ਜਾਣੀਆਂ। ਧਿਆਨ ਉਹਦਾ ਲੱਗ ਜਾਣਾ ਹੈ, ਧਿਆਨ ਲੱਗ ਗਿਆ, ਮਨ ਦੇ ਵਿੱਚ ਚਲੀ ਗਈ ਤੇ ਧਿਆਨ ਲੱਗ ਜਾਣਾ ਹੈ। ਤੇ ਨਾਏ ਮੰਨੈ ਸੁਖ ਉਪਜੈ, ਕਹਿੰਦੇ ਤੇਰੇ ਲਾਜ਼ਮੀ ਹੈਗਾ ਵੀ ਇਨਸਾਨ ਸੁਖੀ ਹੋ ਜਾਏਗਾ। ਨਹੀਂ ਤਾਂ ਮਹਾਰਾਜ ਕਹਿੰਦੇ ਮੈਂ ਤਾਂ ਸੁਖ ਪਾਇਆ ਹੀ ਨਹੀਂ ਕਿਤੇ। ਇਹ ਧਿਆਨ ਸਿਮਰਨ ਦੇ ਦੁਆਰਾ ਜਦ ਨਾਮ ਮਨ ਦੇ ਵਿੱਚ ਜਾਏਗਾ ਤਾਂ ਹੀ ਸੁਖੀ ਹੋਏਗਾ, ਹੋਰ ਕੋਈ ਤਰੀਕਾ ਹੀ ਨਹੀਂ ਹੈ ਸੁਖੀ ਹੋਣ ਦਾ। ਨਾਏ ਮੰਨੈ ਸੁਖ ਉਪਜੈ ਨਾਮੇ ਗਤ ਹੋਈ, ਕਹਿੰਦੇ ਇਹਦੇ ਨਾਲ ਹੀ ਤੇਰੀ ਜਿਹੜੀ ਆ ਉੱਚੀ ਅਵਸਥਾ ਹੋਣੀ ਆ। ਚੌਥੇ ਪਦ ਦੇ ਵਿੱਚ ਇਸੇ ਦੇ ਨਾਲ ਤੁਰਿਆ ਅਵਸਥਾ ਮਿਲਣੀ ਆ ਤੈਨੂੰ, ਸਹਿਜ ਅਵਸਥਾ ਇਸੇ ਦੇ ਨਾਲ ਮਿਲਣੀ ਆ। ਨਾਏ ਮੰਨੈ ਸੁਖ ਉਪਜੈ, ਮੰਨੀਏ ਨਹੀਂ ਹੈ। ਮੰਨੀਏ ਹੋਏਗਾ ਤੇ ਬਈ ਮਹਾਰਾਜ ਕਹਿ ਰਹੇ ਵੀ ਨਾਮ ਨੂੰ ਮੰਨੋ, ਆਪਾਂ ਨੂੰ ਇੰਸਟਰਕਸ਼ਨ ਦੇ ਰਿਹਾ ਵੀ ਨਾਮ ਨੂੰ ਮੰਨੋ। ਇੱਥੇ ਸਿਹਾਰੀ ਹੈ, ਮੰਨਿਆ ਮਤਲਬ ਜਿਹੜਾ ਵੀ ਮੰਨੂਗਾ, ਮੰਨਣ ਦੇ ਬਾਅਦ ਆਹ ਗੱਲ ਹੋਣੀ ਆ। ਜਿਹਦੇ ਮਨ ਦੇ ਵਿੱਚ ਨਾਮ ਚਲਾ ਗਿਆ ਤਾਂ ਇਹ ਗੱਲ ਹੋਣੀ ਆ। ਦੇਖੋ ਇਹ ਸਿਹਾਰੀ ਔਰ ਬਿਹਾਰੀ ਦਾ ਕਿੰਨਾ ਫਰਕ ਹੈਗਾ। ਨਾਏ ਮੰਨੈ ਸੁਖ ਉਪਜੈ ਨਾਮੇ ਗਤ ਹੋਈ, ਨਾਮ ਦੇ ਨਾਲ ਹੀ ਉੱਚੀ ਅਵਸਥਾ ਹੋਣੀ ਹੈ, ਸੁਖ ਪੈਦਾ ਹੋਣਾ ਹੈ, ਸੁਖ ਪੈਦਾ ਹੋਣਾ ਹੈ। ਦੇਖੋ ਨਾਏ ਮੰਨੈ ਪਤ ਪਾਈਏ ਹਿਰਦੈ ਹਰ ਸੋਈ, ਔਰ ਨਾਮ ਦੇ ਮਨ ਦੇ ਵਿੱਚ ਵਸਣ ਦੇ ਨਾਲ ਹੀ ਲੋਕ ਪਰਲੋਕ ਦੇ ਵਿੱਚ ਇੱਜ਼ਤ ਹੋਣੀ ਆ, ਪਤ ਹੋਣੀ ਆ ਆਪਣੀ। ਔਰ ਹਿਰਦੇ ਦੇ ਵਿੱਚ ਮਾਲਕ ਪਰਮਾਤਮਾ ਨੇ ਆਉਣਾ ਹੈਗਾ। ਮਾਲਕ ਤਾਂ ਆਲਰੇਡੀ ਬੈਠਾ ਹੋਇਆ ਆਪਣੇ ਅੰਦਰ, ਆਪਣੇ ਹਿਰਦੇ 'ਚ। ਮਾਲਕ ਪ੍ਰਗਟ ਕਿਉਂ ਨਹੀਂ ਹੁੰਦਾ? ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਹੈ ਧਨ ਵਾਂਡੇ ਫਿਰ ਦੇਸ ਨਿਵਾਸੀ। ਧਨ ਤਾਂ ਵਾਂਡੇ ਗਈ ਹੋਈ ਆ, ਜੀਵ ਤਾਂ ਵਾਂਡੇ ਚੱਲੇ। ਆਪਾਂ ਤਾਂ 24 ਘੰਟੇ 24/7 ਬਾਹਰ ਮੁਖੀ ਹੈ, ਆਪਾਂ ਤਾਂ ਅੰਦਰ ਜਾ ਨਹੀਂ ਰਹੇ। ਫਿਰ ਦੇਸ ਨਿਵਾਸੀ ਆਪਣਾ ਫਿਰ ਪਤੀ ਪਰਮਾਤਮਾ ਜਿਹੜਾ ਹੈਗਾ ਅੰਦਰ ਆਪਣੇ ਦੇਸ਼ ਦੇ ਅੰਦਰ ਬੈਠਾ ਹੋਇਆ। ਨਾਏ ਮੰਨੈ ਪਤ ਆਈਐ ਹਿਰਦੇ ਹਰ ਸੋਈ। ਦੇਖ ਲਓ, ਜਾਂ ਕਹਿ ਦੋ ਕਿ ਆਤਮਾ ਹੈ ਨਹੀਂ ਤੁਹਾਡੇ ਅੰਦਰ, ਆਪਣੇ ਅੰਦਰ ਆਤਮਾ ਨਹੀਂ, ਆਤਮਾ ਬੋਲਦੀ ਨਹੀਂ। ਆਤਮਾ ਜਿਹੜੀ ਹੈ ਬਰਾਬਰ ਆਪਾਂ ਨੂੰ ਕੋਈ ਵੀ ਚੰਗਾ ਮਾੜਾ ਕਰਮ ਕਰਨ ਤੋਂ ਪਹਿਲਾਂ ਵਾਰਨਿੰਗ ਸਿਗਨਲ ਆਉਂਦਾ ਹੈ, ਆਪਾਂ ਇਗਨੋਰ ਕਰ ਦਿੰਦੇ ਹਾਂ। ਨਾਏ ਮੰਨੈ ਪਤ ਪਾਈਐ ਹਿਰਦੇ ਹਰ ਸੋਈ, ਕਹਿੰਦੇ ਹਿਰਦੇ ਦੇ ਵਿੱਚ ਉਹ ਮਾਲਕ ਪਰਮਾਤਮਾ ਹੈਗਾ, ਉਹ ਪ੍ਰਗਟ ਹੋ ਜਾਏਗਾ। ਨਾਏ ਮੰਨੈ ਭਵਜਲ ਲੰਘੀਐ ਫਿਰ ਵਿਘਨ ਨਾ ਹੋਈ, ਕਹਿੰਦੇ ਸੰਸਾਰ ਸਮੁੰਦਰ ਦੀ ਯਾਤਰਾ ਹੈ। ਭਵਜਲ ਜਿੱਥੇ ਹੈਗਾ, ਭਵਜਲ ਕਾਹਦਾ ਹੈਗਾ? ਮੋਹ ਦਾ ਹੈਗਾ। ਇਹਦੇ ਵਿੱਚ ਚਿੱਕੜ ਆ ਮੋਹ ਦਾ ਚੱਲ ਇੰਨਾ ਸੰਸਾਰ ਦੇ ਵਿੱਚ ਆਪਾਂ ਮੋਹ ਦੇ ਵਿੱਚ ਆ ਕੇ ਡੁੱਬ ਜਾਂਦੇ ਹਾਂ। ਹਰੇਕ ਨੂੰ ਡੁੱਬ ਲੈਂਦਾ ਹੈ ਮੋਹ। ਦੇਖ ਲਓ ਕਾਹਦਾ ਹੈ? ਆਕਾਰ ਦਾ ਮੋਹ ਹੈਗਾ, ਪਦਾਰਥਾਂ ਦਾ ਮੋਹ ਹੈਗਾ, ਘਰ ਵਾਲੇ ਬੱਚੇ ਹੋਰ ਜਿਹੜੇ ਹੈਗੇ ਸਾਰੇ ਜਿਹੜੇ ਜੋ ਕੁਝ ਦਿਸ ਰਿਹਾ ਆ, ਆਪਣੇ ਸਰੀਰ ਦਾ ਹੀ ਮੋਹ ਹੈਗਾ। ਨਾਏ ਮੰਨੈ ਭਵਜਲ ਲੰਘੀਏ ਫਿਰ ਵਿਘਨ ਨਾ ਹੋਈ, ਫਿਰ ਕਹਿੰਦੇ ਵਿਘਨ ਨਹੀਂ ਹੋਏਗਾ, ਕੋਈ ਰੁਕਾਵਟ ਨਹੀਂ ਆਏਗੀ ਜੇ ਨਾਮ ਤੇਰੇ ਮਨ ਦੇ ਵਿੱਚ ਚਲਾ ਗਿਆ। ਔਰ ਨਾਮ ਨੇ ਮਨ ਦੇ ਵਿੱਚ ਜਾਣਾ ਹੀ ਧਿਆਨ ਸਿਮਰਨ ਦੇ ਦੁਆਰਾ ਹੈਗਾ। ਪਹਿਲਾਂ ਜਿਹੜਾ ਹੈਗਾ ਨਾਮ ਜਿਹੜਾ ਹੈਗਾ ਇਹ ਸੁਣਨ ਵਾਲੀ ਅਵਸਥਾ ਆਉਣੀ ਆ, ਤੇ ਅੰਦਰ ਆਪਣੇ ਜਿਹੜਾ ਹੈਗਾ ਸਾਰਾ ਸ਼ੋਰ ਜਿਹੜਾ ਹੈਗਾ ਦੁਨੀਆ ਦਾ ਬੰਦ ਹੋ ਜਾਣਾ ਹੈ। ਅੰਦਰ ਜਿਹੜਾ ਹੈਗਾ ਆਪਣੇ ਅੰਦਰ ਜਿਹੜਾ ਹੈਗਾ ਉਹ ਜਿਹੜੀ ਅਨਹਦ ਧੁਨ ਹੈਗੀ ਉਹ ਚੱਲ ਪੈਣੀ ਆ। ਔਰ ਉਹਨੇ ਜਿਹੜਾ ਹੈਗਾ ਉਹ ਕਿਰਨ ਹੈਗੀ ਆ, ਕਿਰਨ ਨੂੰ ਲੈ ਜਾਓ, ਉਹਨੇ ਸਿੱਧਾ ਤੁਹਾਨੂੰ ਲਿਜਾ ਕੇ ਜਿਹੜਾ ਹੈਗਾ ਆਪਣੇ ਆਤਮਾ ਦੇ ਵਿੱਚ ਆਤਮਾ ਦੇ ਵਿੱਚ ਲੈ ਕੇ ਚਲੇ ਜਾਣਾ ਹੈ ਉਹਨੇ। ਬਿਲਕੁਲ ਸਿੰਪਲ ਹੈਗਾ, ਬਸ ਸੂਰਜ ਦੀ ਕਿਰਨ ਨੂੰ ਫੜ ਲਓ, ਬਿਲਕੁਲ ਸ਼ਾਰਟੈਸਟ ਜਰਨੀ ਹੈਗੀ, ਬਿਲਕੁਲ ਉਹਨੇ ਸੂਰਜ ਤੱਕ ਲੈ ਕੇ ਜਾਣਾ ਹੀ ਜਾਣਾ ਹੈਗਾ। ਔਰ ਉਹ ਕਿਉਂ ਨਹੀਂ ਸੁਣ ਰਿਹਾ ਨਾਮ? ਕਿਉਂਕਿ ਆਪਾਂ ਨੂੰ ਦੁਨੀਆ ਦੇ ਸ਼ੋਰ ਸੁਣ ਰਹੇ, ਆਪਾਂ ਦੁਨੀਆ ਦੀ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਸੁਣਨਾ ਪਸੰਦ ਕਰ ਰਹੇ ਹਾਂ, ਉਹਨੂੰ ਸੁਣਨਾ ਆਪਾਂ ਪਸੰਦ ਹੀ ਨਹੀਂ ਕਰਦੇ। ਦੁਨੀਆ ਦੇ ਇੰਨੇ ਵਿਚਾਰ ਚੱਲ ਰਹੇ ਆ ਔਰ ਵਿਚਾਰਾਂ ਨੂੰ ਆਪਾਂ ਪਾਸੇ ਕਰਦੇ ਹੀ ਨਹੀਂ ਹੈਗੇ, ਵਿਚਾਰਾਂ ਦੇ ਉੱਤੇ ਜਿਹੜੀ ਹੈਗੀ ਵਾਚ ਕਰਦੇ ਹੀ ਨਹੀਂ ਹੈ। ਨਾਏ ਮੰਨਿਆ ਭਵਜਲ ਲੰਘੀਏ ਫਿਰ ਵਿਘਨ ਨਾ ਹੋਈ, ਕਹਿੰਦੇ ਫਿਰ ਜਿਹੜਾ ਹੈਗਾ ਕੋਈ ਰੁਕਾਵਟ ਨਹੀਂ ਹੋਏਗੀ, ਕੋਈ ਵਿਘਨ ਨਹੀਂ ਹੋਏਗੀ, ਕੋਈ ਕਾਮ ਕ੍ਰੋਧ ਲੋਭ ਅਹੰਕਾਰ ਤੰਗ ਨਹੀਂ ਕਰੂਗਾ, ਕੋਈ ਜੂਨਾਂ ਦੇ ਵਿੱਚ ਜਿਹੜਾ ਧਰਮਰਾਜ ਨਹੀਂ ਲੈ ਕੇ ਜਾਏਗਾ। ਨਾਏ ਮੰਨੈ ਪੰਥ ਪ੍ਰਗਟਾ ਨਾਮੇ ਸਭ ਲੋਈ, ਕਹਿੰਦੇ ਨਾਮ ਦੇ ਮਨ ਦੇ ਵਿੱਚ ਵਸਾਉਣ ਦੇ ਨਾਲ ਹੀ ਪ੍ਰਗਟ ਪੰਥ ਹੋ ਜਾਂਦਾ ਹੈ, ਬਿਲਕੁਲ ਕ੍ਰਿਸਟਲ ਕਲੀਅਰ ਜਿਹੜਾ ਹੈਗਾ ਪੰਥ ਕਹਿੰਦੇ ਰਸਤਾ। ਨਾਏ ਮੰਨੈ ਪੰਥ ਪ੍ਰਗਟਾ ਨਾਮੇ ਸਭ ਲੋਈ, ਬਿਲਕੁਲ
ਬਿਲਕੁਲ ਜਿਹੜਾ ਹੈਗਾ ਇਨਸਾਨ ਪੂਰਾ ਬੇਫਿਕਰੀ ਦੇ ਨਾਲ ਜਿਹੜਾ ਹੈਗਾ ਗਤੀ ਕਰਦਾ ਹੈ ਫਿਰ ਆਤਮਾ ਦੇ ਵਿੱਚ। ਨਾਨਕ ਇਹ ਨਾਮ ਕਿਵੇਂ ਮੰਨਿਆ ਜਾਂਦਾ ਹੈ? ਹੁਣ ਦੇਖੋ ਲਾਸਟ ਲਾਈਨ ਦੇ ਵਿੱਚ ਮੰਨਣਾ ਨਹੀਂ ਲਿਖਿਆ ਹੋਇਆ, ਉੱਥੇ ਕਹਿੰਦੇ ਮੰਨੀਏ। ਨਾਨਕ ਸਤਿਗੁਰ ਮਿਲੈ, ਪਹਿਲਾਂ ਕਹਿੰਦੇ ਕੰਡੀਸ਼ਨ ਹੈਗੀ, ਸਤਿਗੁਰੂ ਨੂੰ ਮਿਲਣਾ ਪੈਣਾ ਆ, ਪਹਿਲੀ ਕੰਡੀਸ਼ਨ ਹੈਗੀ, ਕਿਉਂਕਿ ਤੈਨੂੰ ਪਤਾ ਹੀ ਨਹੀਂ ਹੈ ਕਰਨਾ ਕੀ ਆ, ਕਿਵੇਂ ਜਿਹੜਾ ਹੈਗਾ ਧਿਆਨ ਸਿਮਰਨ ਕਰਨਾ ਹੈ, ਕਿਵੇਂ ਆਪਣੇ ਅੰਦਰ ਦੀ ਯਾਤਰਾ ਕਰਨੀ ਹੈ। ਨਾਨਕ ਸਤਿਗੁਰ ਮਿਲੈ ਨਾਉ ਮੰਨੀਏ, ਤਾਂ ਨਾਮ ਮਨ ਦੇ ਵਿੱਚ ਕਹਿੰਦੇ ਸਤਿਗੁਰੂ ਨੂੰ ਪਹਿਲਾਂ ਮਿਲੇਗਾ, ਗੁਰੂ ਤੋਂ ਗਾਈਡੈਂਸ ਲਏਗਾ ਔਰ ਉਸ ਦੇ ਅਨੁਸਾਰ ਚੱਲੇਗਾ, ਤਾਂ ਜਿਹੜਾ ਹੈਗਾ ਇਹ ਨਾਮ ਜਿਹੜਾ ਹੈਗਾ, ਤਾਂ ਨਾਮ ਨੂੰ ਮਨ ਦੇ ਵਿੱਚ ਵਸਾਉਣਾ ਸ਼ੁਰੂ ਕਰੀ। ਨਾਉ ਮੰਨੀਏ, ਇੱਥੇ ਆਰਡਰ ਹੈਗਾ, ਮੰਨੀਏ ਜਿਨ ਦੇਵੈ ਸੋਈ। ਪਰ ਫਿਰ ਇੱਥੇ ਜਿਹੜਾ ਹੈਗਾ ਮਹਾਰਾਜ ਜਿਹੜੇ ਹੈਗੇ ਬਾਣੀ ਜਿਹੜੀ ਹੈਗੀ ਫਿਰ ਪਰਮਾਤਮਾ ਦੇ ਅੱਗੇ ਨਤਮਸਤਕ ਹੁੰਦੀ ਹੈ ਕਿ ਵੀ ਮਾਲਕ ਪਰਮਾਤਮਾ ਨੇ ਦਾਤ ਦੇਣੀ ਆ, ਤੂੰ ਜਿਹੜਾ ਹੈਗਾ ਇਹ ਜਿਹੜਾ ਹੈਗਾ ਤੇਰੀ ਹਉਮੈ ਹੰਕਾਰ ਦੇ ਨਾਲ ਨਾ ਕਿਤੇ ਗਤੀ ਕਰੀ, ਇੱਕਦਮ ਜਿਹੜਾ ਹੈਗਾ ਨਿਮਾਣਤਾ ਦੇ ਨਾਲ ਜ਼ਮੀਨ ਤੇ ਜਿਹੜਾ ਹੈਗਾ ਬਿਲਕੁਲ ਜਿਹੜਾ ਹੈਗਾ ਇਹ ਯਾਤਰਾ ਕਰੀ। ਹਾਂਜੀ ਗੁਰੂ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ ਸਾਹਿਬ। ਸਾਧ ਸੰਗਤ ਜੀ ਪਹਿਲਾਂ ਨਾਈ ਦਾ ਮਤਲਬ ਸਮਝ ਲਓ। ਨਾਈ ਦਾ ਮਤਲਬ ਹੈਗਾ ਪ੍ਰਮਾਤਮਾ ਦਾ ਧਿਆਨ ਸਿਮਰਨ। ਆਪ ਵਿੱਚ ਨੂੰ ਫੜੋਗੇ ਤੇ ਸਾਰੀ ਤੁਕ ਆਪਣੇ ਆਪ ਹੀ ਖੁੱਲ ਜਾਣੀ ਹੈ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਠੀਕ ਹੈ ਜੀ। ਹੁਣ ਜੇ ਤੁਕ ਬੋਲੋ ਪਹਿਲਾਂ ਤੁਸੀਂ। ਨਾਏ ਮੰਨੈ ਸੁਖ ਉਪਜੈ ਨਾਮੇ ਗਤ ਹੋਈ। ਬਿਲਕੁਲ ਠੀਕ ਹੈ। ਹੁਣ ਵੇਖ ਲਓ ਸਾਧ ਸੰਗਤ ਜੀ, ਪਹਿਲੇ ਕਹਿੰਦੇ ਕਿ ਤੁਸੀਂ ਪ੍ਰਮਾਤਮਾ ਦਾ ਧਿਆਨ ਸਿਮਰਨ ਕੀਤਾ, ਕੀ ਹੋਊਗਾ? ਸਭ ਤੋਂ ਪਹਿਲੀ ਗੱਲ ਸੁਖ ਆ ਜਾਣਾ ਜੀਵਨ ਚ। ਬਸ ਤੇ ਤੁਹਾਡੇ ਜੀਵਨ ਚ ਆ ਰਿਹਾ ਨਾ। ਬਿਲਕੁਲ ਠੀਕ ਹੈ ਜੀ। ਬਹੁਤ ਮੈਂ ਤਸਦੀਕ ਗੋਰਖੀ ਸਾਹਿਬ ਮੈਂ ਤਸਦੀਕ ਕਰਦਾ ਇਸ ਗੱਲ ਨੂੰ। ਮੈਂ ਆਪਣਾ ਜਿਹੜਾ ਹੈਗਾ ਢਿੱਡ ਨੰਗਾ ਕਰਕੇ ਦੱਸਦਾ ਵੀ ਆ ਰਿਹਾ ਹੈ। ਮੈਂ ਦੱਸਦਾ ਭਾਈ। ਹਾਂ ਨਿੱਜਰ ਸਾਹਿਬ ਸਾਰੇ ਸੁੱਖ ਲੈ ਰਹੇ ਜੋ, ਸਾਰੀ ਸੰਗਤ ਬਹੁਤ ਆਨੰਦ ਆ ਰਿਹਾ। ਹੁਣ ਵੇਖੋ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜੀਵਨ ਚ 3 ਚੀਜ਼ਾਂ ਆਉਣੀਆਂ ਨੇ, ਆਨੰਦ, ਸ਼ਾਂਤੀ ਤੇ ਸੰਤੋਖ। ਸੰਤੋਖ ਜਿਹੜਾ ਹੈ ਨਾ, ਸੰਜਮ ਇੱਕ ਅਵਸਥਾ ਹੈ, ਉਹਦੇ ਵਿੱਚ ਕੁਛ ਖਿੱਚਾ ਧੂਈ ਨਹੀਂ ਹੈਗੀ। ਮਿਲ ਕੇ ਤੇ ਠੀਕ, ਨਹੀਂ ਮਿਲ ਕੇ ਉਹ ਵੀ ਠੀਕ। ਕਿਉਂਕਿ ਤੁਸੀਂ ਇੱਕ ਚੀਜ਼ ਨੂੰ ਵੇਖੋ, ਜਦੋਂ ਵੀ ਤੁਸੀਂ ਆਤਮਾ ਚ ਪ੍ਰਵੇਸ਼ ਕਰ ਗਏ ਨਾ ਤੇ ਤੁਹਾਡੇ ਮਨ ਨੇ ਕੋਈ ਡਿਮਾਂਡ ਹੀ ਨਹੀਂ ਕਰਨੀ। ਇੱਕ ਚੀਜ਼ ਨੋਟਿਸ ਕਰੋਗੇ ਤੁਸੀਂ ਕੁਛ ਵੀ ਨਹੀਂ ਚਾਹਣਾ, ਕਿਉਂਕਿ ਜਿਹੜੀ ਚੀਜ਼ ਦੀ ਤਲਾਸ਼ ਸੀ ਉਹ ਤੇ ਮਿਲ ਗਈ। ਉਹਦੇ ਕਰਕੇ ਤੇ ਗਤੀ ਸੀ। ਬਾਹਰ ਕੀ ਲੱਭ ਰਿਹਾ ਸੀ? ਮਨ ਕੁਛ ਨਹੀਂ ਲੱਭਣ ਦਿਆ ਸੀ। ਮਨ ਨੂੰ ਆਤਮਾ ਚਾਹੀਦੀ ਸੀ, ਪਰ ਉਹ ਕੀ ਸੀ? ਮ੍ਰਿਗ ਤ੍ਰਿਸ਼ਨਾ। ਉਹ ਉਸ ਜਗ੍ਹਾ ਤੋਂ ਲੱਭ ਰਿਹਾ ਸੀ ਜਿਹੜੀ ਜਗ੍ਹਾ ਚ ਉਹ ਹੈ ਨਹੀਂ ਸੀ, ਭਰਮ ਸੀ। ਹੁਣ ਇੰਦਰੀਆਂ ਵੇਖੋ, ਆਪਾਂ ਕਰਨ ਕੀ ਰਹੇ? ਇੰਦਰੀਆਂ 2 ਤਰਫ ਜਾਂਦੀਆਂ, ਇੱਕ ਬਾਹਰ ਮੁਖੀ, ਇੱਕ ਅੰਦਰ ਮੁਖੀ। ਆਪਾਂ ਕੀਤਾ ਕਿ ਧਿਆਨ ਸਿਮਰਨ ਦੀ ਮਦਦ ਨਾਲ ਆਪਣੀਆਂ ਇੰਦਰੀਆਂ ਨੂੰ ਅੰਦਰ ਮੋੜ ਲਿਆ, ਮਨ ਨੂੰ ਵੀ ਅੰਦਰ ਮੋੜ ਲਿਆ। ਹੁਣ ਅੰਦਰ ਜਦੋਂ ਮੋੜਿਆ ਤੇ ਕੀ ਹੋਇਆ? ਸਾਡੇ ਤੇ ਦਿਵ ਦ੍ਰਿਸ਼ਟੀ ਪੈਦਾ ਹੋ ਗਈ। ਇਹ ਬਾਣੀ ਦੇ ਵਿੱਚ ਉਸੇ ਚੀਜ਼ ਨੂੰ ਦੱਸਣਗੇ ਆਪਾਂ ਨੂੰ ਗੁਰੂ ਜੀ। ਤੇ ਜੀਵਨ ਚ ਪਰਿਵਰਤਨ ਆਉਣ ਡਿਆ ਪੈਣਾ। ਨਾਮ ਆਇਆ ਅੱਜ ਪੂਰੀ ਕਿ 100 ਸਾਲ ਦਾ ਹਨੇਰਾ ਤੇ 100 ਸਾਲ ਲੱਗਣੇ ਆ ਉਹਦੇ ਪ੍ਰਕਾਸ਼ ਹੋਣ ਲਈ। ਦੀਵਾ ਜਗਾਇਆ ਨਾਲ ਹੀ ਤੇ ਪ੍ਰਕਾਸ਼ ਆ, ਹਨੇਰਾ ਹੋ ਗਿਆ। ਇਸ ਲਈ ਤੇ ਨਾਮ ਹੈ। ਕਹਿੰਦੇ ਨਾਮ ਮੰਨੀਏ ਸੁਖ ਉਪਜੇ। ਦੇਖੋ ਕਹਿਣ ਤੋਂ ਭਾਵ ਉੱਗੀ ਜਾਣਾ ਉਹਨੇ। ਇਹ ਨਹੀਂ ਕਿ ਆ ਗਿਆ, ਉਹ ਏਦਾਂ ਦਾ ਉਪਜੀ। ਜਿਵੇਂ ਜਿਵੇਂ ਤੂੰ ਧਿਆਨ ਸਿਮਰਨ ਕਰਦਾ ਗਿਆ ਚਰਨਜੀਤ, ਇਹ ਤੇਰੀ ਜ਼ਿੰਦਗੀ ਸੁੱਖ ਉਪਜੀ ਜਾਣਾ ਵਾ। ਹਰ ਤੈਨੂੰ ਸੱਜੇ ਖੱਬੇ ਉੱਪਰ ਥੱਲੇ, ਤੇਰੇ ਘਰ ਤੇਰੇ ਬਾਹਰ ਸੁੱਖ ਹੀ ਸੁੱਖ, ਆਨੰਦ ਹੀ ਆਨੰਦ ਉਪਜੀ ਜਾਣਾ ਹੈ। ਮਤਲਬ ਕਹਿਣ ਤੋਂ ਭਾਵ ਫਸਲ ਵਾਂਗੂ ਉੱਗੀ ਜਾਣਾ ਹੈ, ਹੋਰ ਵੱਧਦਾ ਜਾਣਾ ਹੈ। ਇਹ ਨਹੀਂ ਉਹਦੀ ਅਵਸਥਾ ਵੱਧਦੀ ਜਾਣੀ ਹੈ। ਜਿੱਦਾਂ ਉਪਜੀ ਦਾ ਮਤਲਬ ਉਹ ਉੱਗੀ ਜਾਣਾ ਉਹਨੇ। ਠੀਕ ਹੈ ਜੀ? ਬਿਲਕੁਲ। ਤੇ ਨਾਮੇ ਗਤ ਹੋਏ। ਹੁਣ ਗਤ ਦਾ ਮਤਲਬ ਕੀ ਹੁੰਦਾ? ਕਿ ਉੱਚੀ ਆਤਮਿਕ ਅਵਸਥਾ। ਤੇਰੀ ਜਿਹੜੀ ਆਤਮਿਕ ਅਵਸਥਾ ਜਿਹੜੀ ਬਣਨੀ ਆ, ਉਹ ਤੇਰੀ ਨਾਮ ਨੇ ਬਣਾਉਣੀ। ਨਾਮ ਤੋਂ ਬਿਨਾਂ ਉੱਚੀ ਆਤਮਿਕ ਅਵਸਥਾ ਕਿੱਦਾਂ ਬਣੂਗੀ? ਤੁਸੀਂ ਕਰਕੇ ਵੇਖ ਲਓ ਕਿਤੇ ਬਾਹਰ ਜਾ ਕੇ ਕੋਈ ਕੰਮ, ਕੋਈ ਵੀ ਧਾਰਮਿਕ ਕੰਮ ਕਰਕੇ ਵੇਖ ਲਓ, ਤੁਹਾਡੇ ਮਨ ਦੀ ਜਿਹੜੀ ਆਤਮਿਕ ਅਵਸਥਾ ਬੜੀ ਉੱਚੀ ਹੋ ਜਾਣੀ ਹੈ। ਉਹਨੂੰ ਤੁਹਾਡੇ ਨਾਮ ਨੇ ਕਰਨਾ ਹੈ। ਨਾਮ ਨੇ, ਪਰਮਾਤਮਾ ਦਾ ਨਾਮ ਜਦੋਂ ਆਪਾਂ ਧਿਆਨ ਸਿਮਰਨ ਕਰਦੇ ਹਾਂ ਤੇ ਫਿਰ ਪਰਮਾਤਮਾ ਕੀ ਕਰਦਾ ਹੈ? ਸਾਨੂੰ ਅਪਲਿਫਟ ਕਰਦਾ। ਸਾਡੀ ਜਿਹੜੀ ਮਾੜੀ ਮੋਟੀ ਬੁੱਧੀ ਆ ਉਹਦੀ ਜਗ੍ਹਾ ਸਾਨੂੰ ਵਿਵੇਕ ਬੁੱਧੀ ਦੇ ਦਿੰਦਾ। ਤੇ ਵਿਵੇਕ ਬੁੱਧੀ ਤੋਂ ਭਾਵ ਕਿ ਅਸੀਂ ਐਸੇ ਨੂੰ ਤੈਸੇ ਦੇ ਰੂਪ ਦੇਖ ਸਕਦੇ ਹਾਂ। ਅਸੀਂ ਹੁਣ ਪਹਿਲਾਂ ਮੂਰਖਤਾਈ ਜਿਹੜੀ ਕਰਦੇ ਹਾਂ ਬੰਦ ਕਰ ਦਿੰਦੇ ਹਾਂ। ਸਾਡੇ ਜੀਵਨ ਚ ਪਰਿਵਰਤਨ ਹੋਣ ਡਿਆ ਪੈਂਦਾ, ਸਾਨੂੰ ਪਤਾ ਲੱਗ ਜਾਂਦਾ। ਅਸੀਂ ਬੋਲਣ ਤੋਂ ਪਹਿਲਾਂ ਸੋਚਦੇ ਹਾਂ ਕਿ ਸੱਚਾ ਇਹ ਜ਼ਰੂਰੀ ਹੈ ਬੋਲਣਾ ਕਿ ਨਹੀਂ ਬੋਲਣਾ, ਨਹੀਂ ਤੇ ਚੁੱਪ ਹੋ ਜਾਈਦਾ। ਇੱਕ ਬੰਦਾ ਮੂਰਖ ਆ, ਲੜਨ ਦੀ ਕੋਸ਼ਿਸ਼ ਕਰ ਰਿਹਾ, ਆਪਾਂ ਕਹਿੰਦੇ ਕਿ ਆਪਾਂ ਥੋੜੀ ਇਹਦੇ ਨਾਲ ਲੜਨਾ, ਇਹ ਮੂਰਖ ਹੋ ਗਿਆ, ਆਪਾਂ ਥੋੜੀ ਮੂਰਖ ਹੋ ਗਏ।
ਕਿਉਂਕਿ ਸਾਡੇ ਅੰਦਰ ਵਿਵੇਕ ਆ ਰਿਹਾ, ਗਿਆਨ ਆ ਰਿਹਾ। ਦੇਖੋ ਝੁਕਦਾ ਪਤਾ ਕਿਹੜਾ ਜੇ, ਜਿਹਦੀ ਜਾਨ ਹੁੰਦੀ ਆ। ਜਿਹੜਾ ਮਰ ਗਿਆ ਉਹਨੇ ਕੀ ਝੁਕਣਾ, ਉਹ ਤੇ ਆਕੜ ਜਾਂਦਾ, ਉਹਨੇ ਨਹੀਂ ਝੁਕਣਾ। ਤੁਸੀਂ ਮੁਰਦੇ ਕੋਲ ਜਾ ਕੇ ਵੇਖੋ, ਉਹ ਆਕੜਿਆ ਹੋਊਗਾ, ਉਹਦੀ ਲੱਤ ਸੱਜੇ ਬੰਨੇ ਕਰੋਗੇ, ਉਹਨੇ ਫਿਰ ਵਾਪਸ ਆਪਣੀ ਜਗ੍ਹਾ ਚੱਲ ਜਾਣਾ। ਝੁਕਦਾ ਬੰਦਾ ਉਹ ਆ ਜਿਹਦੀ ਜਾਨ ਹੁੰਦੀ ਆ। ਝੁਕਣ ਦਾ ਮਤਲਬ ਕੀ ਹੁੰਦਾ, ਪ੍ਰਕਿਰਤੀ ਤੁਹਾਨੂੰ ਚੈੱਕ ਕਰ ਰਹੀ ਹੈ, ਤੁਹਾਡਾ ਇਮਤਿਹਾਨ ਲੈਂਦੀ ਆ ਕਿ ਬੰਦਾ ਸੱਚੀ ਅਸਲੀ ਹੈ, ਕਿਤੇ ਖੋਟਾ ਸਿੱਕਾ ਤੇ ਨਹੀਂ ਕਿਤੇ। ਉਹ ਬਹੁਤ ਵਧੀਆ ਮੌਕਾ ਹੁੰਦਾ ਤੁਹਾਨੂੰ ਕਿ ਅਪ ਸ਼ਬਦ ਬੋਲਦਾ, ਬੜਾ ਵਧੀਆ ਮੌਕਾ ਹੈ। ਜਦੋਂ ਬੰਦਾ ਤੁਹਾਨੂੰ ਵੀ ਅਪ ਸ਼ਬਦ ਬੋਲਦਾ ਹੈ, ਉਦੋਂ ਤੁਸੀਂ 10 ਮਿੰਟ ਬਹਿ ਕੇ ਉਹਦੇ ਸੁਣੋ। ਤੁਹਾਡੇ ਅੰਦਰ ਇੰਨੀ ਜ਼ਿਆਦਾ ਸ਼ਕਤੀ ਵੱਧਦੀ ਜਾਣੀ ਆ, ਤੁਹਾਡੇ ਅੰਦਰ ਵੇਖੋ ਕਿੰਨੀ ਮਜ਼ਬੂਤੀ ਆਉਂਦੀ ਹੈ। ਤੇ ਜੇ ਤੁਸੀਂ ਰਿਐਕਸ਼ਨ ਕਰਤਾ ਤਾਂ ਫਿਰ ਤੇ ਤੁਹਾਡੇ ਉਹ 'ਚ ਕੋਈ ਫਰਕ ਨਹੀਂ ਹੈਗਾ। ਠੀਕ ਹੈ ਨਿਜਰ ਸਾਹਿਬ, ਅੱਗੇ ਬੋਲੀਏ। ਨਾਏ ਮੰਨੇ ਪਤ ਪਾਈ ਹੈ ਹਿਰਦੇ ਹਰ ਸੋਈ। ਕਹਿੰਦੇ ਇੱਜ਼ਤ ਜਿਹੜੀ ਤੇਰੀ ਲੋਕ ਪਰਲੋਕ 'ਚ ਇੱਜ਼ਤ ਇਹਦੇ ਨਾਲ ਹੀ ਹੋਣੀ ਆ, ਔਰ ਪਰਮਾਤਮਾ ਨੇ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਣਾ ਹੈ। ਜਿਹੜਾ ਪਰਮਾਤਮਾ ਆਲਰੇਡੀ ਹੈਗਾ ਉਹਨੇ ਪ੍ਰਗਟ ਜਿੱਦਾਂ ਵੇਖੋ। ਹਾਂਜੀ ਹਾਂਜੀ, ਬੋਲੋ ਬੋਲੋ। ਸੌਰੀ, ਜਿਹੜਾ ਪਰਮਾਤਮਾ ਆਲਰੇਡੀ ਆਪਣੇ ਹਿਰਦੇ ਦੇ ਵਿੱਚ ਹੈਗਾ ਆ, ਉਹ ਬਸ ਪ੍ਰਗਟ ਹੋ ਜਾਏਗਾ ਫਿਰ। ਹਾਂ ਵੇਖੋ ਆਹ ਲਿਖਿਆ ਬਾਣੀ ਕੀ ਕਹਿੰਦੀ, ਨਾਏ ਮੰਨੀਏ ਪਤ ਪਾਈਏ। ਤੇ ਫਿਰ ਪਤ ਸਾਡਾ ਜਿਹੜਾ ਕੀ ਇੱਜ਼ਤ ਵੱਧਦੀ ਹੈ ਪਤੀ ਦੇ ਘਰ, ਪਰਮਾਤਮਾ ਦੇ ਘਰ। ਉਹ ਫਿਰ ਕੀ ਕਰਦਾ ਕਿ ਉਹ ਫਿਰ ਜਿਹੜਾ ਸਾਡੇ ਹਿਰਦੇ 'ਚ ਪ੍ਰਗਟ ਹੋ ਜਾਂਦਾ। ਉਦਾਂ ਹੈਗਾ ਵਾ ਪਰ ਪ੍ਰਗਟ ਨਹੀਂ ਆ। ਆਪ ਵਿੱਚ ਨੂੰ ਅੰਡਰਸਟੈਂਡ ਕਰੋ। ਪਰਮਾਤਮਾ ਤੇ ਜਿਹੜੀ ਇੱਜ਼ਤ ਕਿਉਂਕਿ ਬ੍ਰਹਮ, ਇਹ ਜਿਹੜੀ ਪ੍ਰਕਿਰਤੀ ਆ, ਦੇਖੋ ਚਾਹੇ ਸਤੂਰ ਹੈ, ਸੂਖਮ ਹੈ, ਪ੍ਰਕਿਰਤੀ ਹੈ, ਪਰ ਹੈ ਤੇ ਪਰਮਾਤਮਾ ਤੋਂ ਹੀ ਆਈ ਹੈ ਸਾਰਾ ਕੁਛ। ਆਪਾਂ ਵੀ ਤਾਂ ਪਰਮਾਤਮਾ ਤੋਂ ਹੀ ਆਏ ਹਾਂ। ਖੋਜ ਕਿੱਥੋਂ ਬਣ ਜੂਗੀ? ਸਾਡੇ ਘਰ ਜੇ ਟੂਟੀ 'ਚ ਪਾਣੀ ਹੈ, ਉਹ ਵੀ ਸਮੁੰਦਰ ਤੋਂ ਹੀ ਆਇਆ ਵਾ। ਉਹ ਕਿੱਥੋਂ ਆ ਜਾਊਗਾ? ਹੋਰ ਤੇ ਖੁਦ ਸੋਰਸ ਹੀ ਨਹੀਂ ਹੈਗਾ। ਇਹ ਬਾਣੀ ਜੋ ਕਹਿ ਰਹੀ ਹੈ ਵੀਰ ਜੀ, ਕਹਿੰਦੇ ਕਿ ਪ੍ਰਮਾਤਮਾ ਅੰਦਰ ਹੈ, ਪ੍ਰਗਟ ਨਹੀਂ। ਮਤਲਬ ਜਿਹੜਾ ਪ੍ਰਮਾਤਮਾ ਅੰਦਰ ਹੈ ਉਹ ਆਤਮਾ ਹੀ ਹੈ ਜੀ, ਆਤਮਾ ਹੀ ਹੈ। ਹਾਂ ਆਤਮਾ ਹੀ ਪਰਮਾਤਮਾ ਹੀ ਹੈ। ਪਰਮਾਤਮਾ ਕੋਈ ਵੱਖਰੀ ਸਤਾ ਨਹੀਂ ਹੈ, ਆਤਮਾ ਹੀ ਪਰਮਾਤਮਾ। ਸੱਚ ਤੇ ਆਨੰਦ ਤੁਹਾਨੂੰ ਜਿਹੜਾ ਸੁੱਖ ਮਿਲਣਾ ਤੁਹਾਡੀ ਆਤਮਾ 'ਚ ਮਿਲਣਾ। ਕੋਈ ਆਤਮਾ ਹੀ ਹੈ ਸਾਰੀ, ਸਾਰੇ ਬ੍ਰਹਮ ਨੂੰ ਉਹੀ ਚਮਕਾ ਰਹੀ ਹੈ, ਪਰ ਗੁਪਤ ਰੂਪ 'ਚ ਹੈ, ਆਕਾਸ਼ ਤੱਤ ਵਾਂਗੂ ਆ, ਦਿਖਦੀ ਨਹੀਂ। ਬਸ ਦੇਖ ਲਓ ਗੋਰਖੀ ਸਾਹਿਬ ਕਿੰਨਾ ਮਾਲਕ ਨੇ ਖੇਡ ਬਣਾਈ ਹੋਈ ਆ ਵੀ ਦੇਖੋ ਵੀ ਆਤਮਾ ਬਿਲਕੁਲ ਅੰਦਰ ਆਪਣੇ ਬੈਠੀ ਹੋਈ ਆ, ਔਰ ਆਪਾਂ ਬਿਲਕੁਲ ਨੇੜੇ ਦੀ ਯਾਤਰਾ ਕਰਨੀ ਆ, ਇੰਚਾਂ ਦੀ ਯਾਤਰਾ ਕਰਨੀ ਆ, ਉਹ ਵੀ ਕਰ ਨਹੀਂ ਪਾ ਰਹੇ। ਕਿੰਨੇ ਜਨਮ ਹੋ ਗਏ, ਕਰੋੜਾਂ ਜਨਮ ਹੋ ਜਾਂਦੇ ਆ। ਕਹਿੰਦੇ ਆਤਮਾ ਪਰਮਾਤਮਾ ਦੋਨੋਂ ਕਰੇ ਅੰਤਰ ਕੀ ਦੁਬਦਾ ਅੰਤਰੇ ਮਰੇ। ਦੇਖੋ ਪਤਾ ਕੀ ਹੈ, ਮੈਂ ਤੇ ਕਈ ਵਾਰੀ ਹੈਰਾਨ ਹੁੰਦਾ ਉਹਦੀ ਪਰਮਾਤਮਾ ਦੀ ਕਿਰਿਆ ਦੇਖ ਕੇ ਕਿ ਕਿੱਦਾਂ ਕੀੜੀਆਂ, ਚੂਹੇ, ਹਾਥੀ, ਨੇਚਰ ਸਭ ਉਹਨਾਂ ਨੂੰ ਇੰਨੀ ਸੈਂਸ ਦਿੱਤੀ ਹੈ ਕਿ ਆਪਣੇ ਘਰੇ ਵਾਪਸ ਜਾਣਾ। ਇੰਨੀ ਮੈਮਰੀ ਉਹਨਾਂ ਕੋਲ ਹੈਗੀ ਆ। ਜਿਹੜਾ ਡੂਣੇ ਦੀ ਮੱਖੀ ਆ, ਕਿੰਨੀ ਦੂਰ ਚੱਲ ਜਾਂਦੀ ਉਹ ਸ਼ਹਿਦ ਲੈਣ, ਪਰ ਇਹਨਾਂ ਨੂੰ ਪਤਾ ਕਿ ਮੇਰਾ ਘਰ ਕਿੱਥੇ ਆ। ਕਿੰਨੀ ਵੱਡੀ ਕੈਲਕੂਲੇਸ਼ਨ ਹੈ। ਕਿੱਦਾਂ ਉਹਨਾਂ ਦੀ ਇੱਕ ਰਾਣੀ ਮੱਖੀ ਬਣਾਈ ਹੈ ਜਿਹੜੀ ਉਹਨਾਂ ਨੂੰ ਕੰਟਰੋਲ ਕਰਦੀ ਹੈ। ਮਤਲਬ ਸੋ ਮਚ ਪਲੈਨਿੰਗ, ਇੱਕ ਚੀਜ਼ ਦੀ ਇੰਨੀ ਜ਼ਿਆਦਾ ਪ੍ਰਸਾਈਜ਼ਲੀ ਪਲੈਨਿੰਗ ਕੀਤੀ ਹੈ ਪਰਮਾਤਮਾ ਨੇ ਕਿ ਕੋਈ ਗਲਤੀ ਦੀ ਗੁੰਜਾਇਸ਼ ਨਹੀਂ ਹੈਗੀ। ਆਪ ਜਸਟ ਕਿਤੇ ਟਰਾਈ ਕਰੋ ਫਾਈਂਡ ਆਊਟ ਕਰਨ ਦੀ, ਤੁਸੀਂ ਪਰਮਾਤਮਾ ਦੇ ਇੱਕ ਗਲਤੀ ਨਹੀਂ ਲੱਭ ਸਕਦੇ। ਤੇ ਅਸੀਂ ਕੋਈ ਵੀ ਚੀਜ਼ ਬਣਾਉਂਦੇ ਹਾਂ 5-6 ਦਿਨਾਂ ਬਾਅਦ ਸਾਨੂੰ ਅਪਡੇਟ ਕਰਨਾ ਪੈਂਦਾ ਕਿਉਂਕਿ ਸਾਡੀ ਕੋਈ ਵੀ ਚੀਜ਼ ਜਿਹੜੀ ਫਾਈਨਲ ਨਹੀਂ ਹੈਗੀ। ਕੋਈ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਆਹ ਚੀਜ਼ ਜਿਹੜੀ ਆ ਫਾਈਨਲ। ਆਉਣ ਵਾਲੇ ਸਮੇਂ 'ਚ ਉਹ ਚੀਜ਼ ਫਿਰ ਖੰਡਨ ਹੋਈ ਨਹੀਂ, ਫਿਰ ਨਵੀਂ ਚੀਜ਼ ਆ ਜਾਏਗੀ। ਹਾਂਜੀ ਠੀਕ ਹੈ। ਤੇ ਹੁਣ ਕਹਿੰਦੇ ਆ ਕਿ ਇਹ ਨਾਏ ਮੰਨੀਏ ਪਤ ਪਾਈਏ ਹਿਰਦੇ ਹਰੀ ਸੋਈ। ਜਿਹੜਾ ਹਿਰਦੇ ਹਰ ਸੋਈ ਰਾਰਾ ਸਿਆਰੀ। ਮੈਂ ਹਰੀ ਬੋਲਦਾ। ਇਹਨੇ ਜੇ ਸਾਹਿਬ ਹਰੀ ਪਤਾ ਕਿਉਂ? ਮੈਂ ਨਾ ਕਾਫੀ ਟਾਈਮ ਪਹਿਲਾਂ ਨਾ ਸਾਧਨਾ ਜਦੋਂ ਕਰਦਾ ਤੇ ਮੈਂ ਹਰੀ ਦਾ ਜਾਪ ਬਹੁਤ ਕਰਦਾ ਤੇ ਉਹ ਮੇਰੇ ਮੂੰਹ 'ਚ ਹਰੀ ਆ ਜਾਂਦਾ ਬਦੋ ਬਦੀ, ਕਿਉਂਕਿ ਅਨਕੌਂਸ਼ੀਅਸ ਮਾਈਂਡ 'ਚ ਗਿਆ ਨਾ। ਤੇ ਠੀਕ ਹੈ। ਤੇ ਇਹਦਾ ਹਰ ਹੈ ਨਾ, ਹਰ ਸੋਈ ਬਿਲਕੁਲ ਫਿਰ ਉਹ ਪ੍ਰਗਟ ਹੋ ਜਾਂਦਾ। ਤੇ ਹਰ ਤੇ ਸੋਈ, ਹਰ ਤੇ ਹੈਗਾ ਵਾ। ਜਦੋਂ ਆਪਾਂ ਆਤਮ ਤੱਤ 'ਚ ਲੀਨ ਹੋ ਗਏ, ਆਪਣੇ ਅੰਦਰ ਆ ਕੇ ਬਹਿ ਗਏ, ਤੇ ਉਹ ਜੀਵਨ ਦਾ ਜਿਹੜਾ ਮੋਹ ਖਤਮ ਹੋ ਜਾਣਾ। ਤੁਹਾਨੂੰ ਮੌਤ ਦੀ ਕੋਈ ਪਰੇਸ਼ਾਨੀ ਹੈ, ਕਿਉਂਕਿ ਉਹ ਕੋਈ ਵੱਡੀ ਗੱਲ ਨਹੀਂ ਹੈਗੀ। ਕਿ ਉਹਨਾਂ ਚਿਰ ਅਗਿਆਨ ਹੈਗਾ ਜਿੰਨਾ ਚਿਰ ਤੱਕ ਹੀ ਅੰਤਰਮੁਖੀ ਨੇ। ਜਦੋਂ ਮਨ ਅੰਤਰਮੁਖੀ ਆਤਮ ਤੱਤ 'ਚ ਲੀਨ ਹੋ ਗਿਆ ਤੇ ਫਿਰ ਤੇ ਗੇਮ ਉਸੇ ਟਾਈਮ ਹੀ ਬੰਦ ਹੋ ਜਾਣੀ ਹੈ। ਮਨ ਨੇ ਬਾਹਰ ਨਹੀਂ ਹੋਣਾ ਮੁੜ ਕੇ। ਤੁਸੀਂ 2 ਸਾਲ ਬਾਅਦ ਸਾਧਨਾ ਕਰਕੇ ਮੁੜ ਕੇ ਤੁਸੀਂ ਦੱਸਿਓ ਹੁਣ ਤੁਹਾਡਾ ਮਨ ਕਰੂਗਾ ਪਤਾ ਨਹੀਂ ਕੀ ਲੈਣ, ਤੁਸੀਂ ਸੋਚੋਗੇ ਲੈਣ ਤੋਂ ਪਹਿਲਾਂ। ਇਹ ਨਹੀਂ ਕਿ ਹੁਣ ਤੁਰ ਪਏ, ਉਦੋਂ ਤੁਸੀਂ ਹੋਰ ਵਿਚਾਰ ਕਰੋਗੇ ਲੋੜ ਹੈ ਕਿ ਨਹੀਂ ਲੋੜ। ਜੇ ਲੋੜ ਹੈ ਤੇ ਮਤਲਬ ਆਪਣੀ ਕਿਹੜੀ ਮੁਸ਼ਕਲ ਦੂਰ ਹੋ ਸਕਦੀ ਹੈ। ਤੁਹਾਡੇ ਜੀਵਨ 'ਚ ਸਹਿਜ ਆ ਜਾਊਗਾ। ਮਿਲ ਗਿਆ ਤੇ ਬੜੀ ਵੱਡੀ ਗੱਲ ਨਹੀਂ ਹੈ, ਨਾ ਮਿਲਿਆ ਤੇ ਤਾਂ ਵੀ ਕੋਈ ਮੁਸ਼ਕਲ ਨਹੀਂ। ਏਦਾਂ ਦਾ ਜੀਵਨ ਆ ਜਾਣਾ, ਆਪਣੇ ਆਪ ਹੀ ਬਣੇਗਾ। ਕਿਉਂਕਿ ਆਤਮਾ ਤੱਤ ਦੇ ਕਰਕੇ ਹੀ
ਉਹ ਸਾਰਾ ਸਹਿਜ ਸਾਡੇ ਅੰਦਰ ਆਉਂਦਾ। ਹਾਂਜੀ ਨਿੱਜਰ ਸਾਹਿਬ ਅੱਗੇ ਬੋਲੀਏ। ਕਹਿੰਦੇ ਨਾ ਮੰਨੈ ਭਉਜਲ ਲੰਘੀਏ ਫਿਰ ਵਿਘਨ ਨਾ ਹੋਈ। ਕਹਿੰਦੇ ਇਹ ਸੰਸਾਰ ਸਮੁੰਦਰ ਜਿਹੜਾ ਹੈਗਾ, ਜਿਹੜੀ ਤੇਰੀ ਗਤੀ ਨਹੀਂ ਰੁਕ ਰਹੀ, ਜਿਹੜੀ ਹੈਗੀ ਹੈ ਜੂਨਾਂ ਦੇ ਵਿੱਚ 84 ਲੱਖ ਜੂਨਾਂ ਦੇ ਵਿੱਚ ਜਿਹੜੀ ਹੈਗੀ ਬਾਰ-ਬਾਰ ਜਨਮ ਲੈ ਰਿਹਾ, ਮਰਨ ਲੈ, ਮਾਂ ਦੇ ਪੇਟ 'ਚ ਜਿਹੜਾ ਪੁੱਠਾ ਲਟਕ ਕੇ ਆਉਣਾ ਹੈ, ਕਹਿੰਦੇ ਸਾਰਾ ਦਾ ਸਾਰਾ ਖਤਮ ਹੋ ਜਾਏਗਾ। ਇਸ ਭਉਜਲ ਸੰਸਾਰ ਲੰਘ ਜਾਏਗਾ। ਇਹ ਭਉਜਲ ਕੀ ਹੈ ਵੀ ਜੂਨਾਂ ਦਾ ਭਉਜਲ ਮਤਲਬ ਇਹ ਸੰਸਾਰ ਜਿਹੜਾ ਸਮੁੰਦਰ ਹੈਗਾ, ਕਾਹਦਾ ਸਮੁੰਦਰ ਹੈ? ਜੂਨਾਂ ਦਾ ਸਮੁੰਦਰ ਹੈ, 84 ਲੱਖ ਜੂਨਾਂ ਦਾ। ਆਹੀ ਤਾਂ ਭਉਜਲ ਹੈਗਾ। ਇਹ ਲੰਘ ਜਾਏਗਾ ਤੂੰ, ਫਿਰ ਵਿਘਨ ਨਾ ਹੋਈ। ਕਹਿੰਦੇ ਕਿ ਫਿਰ ਤੈਨੂੰ ਕੋਈ ਜਿਹੜੀ ਰੁਕਾਵਟ ਨਹੀਂ ਹੋਏਗੀ। ਹਾਂਜੀ ਗੋਲ। ਹਾਂ ਬਿਲਕੁਲ ਸਹੀ। ਆ ਦੇਖ ਲਓ ਭਉਜਲ ਦਾ ਮਤਲਬ ਸਾਧ ਸੰਗਤ ਜੀ ਇੱਥੇ ਇਹੋ ਹੀ ਆ, ਆਪਾਂ ਜੰਮੇ ਆ, ਆਪਾਂ ਉਹ ਥੋੜੀ ਰਹਿ ਗਏ, ਹੁਣ ਕਿੱਡੇ ਕਿੱਡੇ ਵੱਡੇ ਹੋ ਗਏ ਆ ਤੇ ਕੱਲ ਨੂੰ ਇਹ ਸਰੀਰ ਬੁੱਢਾ ਹੋ ਜਾਣਾ ਹਨਾ। ਮਤਲਬ ਕਿਰਿਆ ਤੇ ਚੱਲ ਰਹੀ ਆ। ਔਰ ਇਹ ਨਹੀਂ ਕਿ ਇਹ ਹੁਣ ਇਹ ਜਨਮ ਤੋਂ ਛੁਟਕਾਰਾ ਹੋ ਗਿਆ ਤੇ ਅੱਗੇ ਅਸੀਂ ਰੁਕ ਜਾਵਾਂਗੇ, ਅਸੀਂ ਫਿਰ ਤੁਰੇ ਜਾਵਾਂਗੇ। ਕਿ ਜੋ ਜੀ ਜੇ ਅਗਰ ਅਸੀਂ ਆਪਣੇ ਨੂੰ ਹੁਣ ਵੀ ਸਹੀ ਕਰ ਰਹੇ ਤੇ ਅੱਗੇ ਵੀ ਕੀ ਗਰੰਟੀ ਅਸੀਂ ਸਹੀ ਕਰ ਲਾਂਗੇ। ਯਥਾਰਥ ਸੱਚ ਦੀ ਪਰ ਇੱਥੇ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਆ ਕਿ ਨਾਮ ਧਿਆਉਣ ਦੇ ਨਾਲ ਪ੍ਰਮਾਤਮਾ ਦਾ ਜਿਹੜਾ ਮੰਨੇ ਦਾ ਮਤਲਬ ਉਸ ਪ੍ਰਮਾਤਮਾ ਦੀ ਸ਼ਰਨ ਜਾਣਾ ਪੈਣਾ। ਬਿਲਕੁਲ ਮੰਨੇ ਦਾ ਮਤਲਬ ਧਿਆਉਣਾ ਹੀ ਆ। ਬਿਲਕੁਲ ਸਹੀ ਗੱਲ ਕਹੀ, ਤੁਹਾਡੇ ਮੂੰਹ ਚੋਂ ਸਹੀ ਨਿਕਲਿਆ ਗੋਗੀ ਸਾਹਿਬ। ਹਾਂ ਠੀਕ ਹੈ। ਹੁਣ ਮੰਨੇ ਦਾ ਧਿਆਉਣਾ, ਉਹਦਾ ਧਿਆਵਾਂਗੇ ਤੇ ਫਿਰ ਕੀ ਹੋਊਗਾ? ਭਵਜਲ ਲੰਘੀਏ। ਭਵਜਲ ਦਾ ਮਤਲਬ ਕਿ ਆ ਜਿਹੜਾ ਆਪਾਂ ਅਗਿਆਨਤਾ ਪੂਰਾ ਕੰਮ ਕਰ ਰਹੇ ਹਾਂ ਬੰਦ ਹੋ ਜਾਊਗਾ। ਜਦੋਂ ਆਪਾਂ ਦੇਖੋ ਆਪ ਇੱਕ ਚੀਜ਼ ਅੰਡਰਸਟੈਂਡ ਕਰੋ, ਇੱਕ ਸਿੰਪਲ ਜਿਹਾ ਫੰਡਾ ਵਾ ਬ੍ਰਹਮ ਦੇ ਵਿੱਚ, ਭਾਵੇਂ ਮੈਂ 100 ਕਰੋੜਾਂ ਅਰਬਾਂ ਖਰਬਾਂ ਜਨਮਾਂ ਦੇ ਪਾਪ ਕੀਤੇ ਆ ਨਾ, ਮੈਂ ਅੱਜ ਜਦੋਂ ਮੈਂ ਨਵੇਂ ਸੰਸਕਾਰ ਇਕੱਠੇ ਨਹੀਂ ਨਾ ਕਰਦਾ, ਪੁਰਾਣੇ ਆਪਣੇ ਆਪ ਹੀ ਨਸ਼ਟ ਹੋ ਜਾਣੇ ਆ। ਆਪ ਜੀ ਨੂੰ ਅੰਡਰਸਟੈਂਡ ਕਰੋ। ਇੱਕ ਦੋ ਰਹਿ ਨਹੀਂ ਹੈਗੀਆਂ। ਮੈਂ ਜਦੋਂ ਸਾਧਨਾ ਕਰਦਾ ਤੇ ਫਿਰ ਮੇਰਾ ਜੀਵਨ ਦਾ ਜਿਹੜਾ ਦ੍ਰਿਸ਼ਟੀਕੋਣ ਬਦਲ ਜਾਂਦਾ, ਮੇਰਾ ਲੈਵਲ ਬਹੁਤ ਉੱਚਾ ਹੋ ਜਾਣਾ। ਤੁਸੀਂ ਵੇਖੋਗੇ ਨਾ ਤੁਹਾਡਾ ਜੀਵਨ ਪਹਿਲੇ ਵਰਗਾ ਨਹੀਂ ਰਹੇਗਾ, ਕਿਉਂਕਿ ਸੱਚ ਪ੍ਰਗਟ ਹੋ ਰਿਹਾ। ਔਰ ਜਿਵੇਂ ਜਿਵੇਂ ਸੱਚ ਪ੍ਰਗਟ ਹੋ ਗਿਆ, ਤੁਹਾਡੇ ਖਾਣ ਪੀਣ ਦਾ ਸਟਾਈਲ, ਤੁਹਾਡੇ ਚੱਲਣ ਦਾ ਸਟਾਈਲ, ਤੁਹਾਡੀਆਂ ਗੱਲਾਂ ਕਰਨ ਦਾ ਸਟਾਈਲ, ਤੁਹਾਡੇ ਕੱਪੜੇ ਪਾਉਣ ਦਾ ਸਟਾਈਲ, ਤੁਹਾਡੀ ਜੀਵਨ ਦੇ ਵਿੱਚ ਨਾ ਇੱਕ ਅਲੱਗ ਹੀ ਕਿਸਮ ਦੀ ਦ੍ਰਿਸ਼ਟੀਕੋਣ ਆ ਜਾਣਾ। ਤੁਸੀਂ ਦੇਖੋਗੇ ਜੀਵਨ ਨੂੰ, ਪਰ ਤੁਸੀਂ ਵੇਖੋਗੇ ਲੋਕਾਂ ਨੂੰ ਵੀ ਕਿ ਲੋਕ ਵੀ ਕੀ ਲੱਗੇ ਹੋਏ ਨੇ। ਪਰ ਇਹ ਨਹੀਂ ਕਿ ਲੋਕਾਂ ਦਾ ਕਸੂਰ ਹੈ, ਪਰ ਉਹਨਾਂ ਦਾ ਸੰਸਕਾਰ ਹੀ ਏਦਾਂ ਦੇ ਵਿਚਾਰਿਆਂ ਨੂੰ ਸਮਝ ਨਹੀਂ ਆ ਰਿਹਾ। ਔਰ ਅਗਿਆਨ ਦੇ ਵਕਤ ਚ ਏਦਾਂ ਕਰਦੇ ਨੇ ਉਹ ਲੋਕ, ਤੇ ਕਹਿੰਦੇ ਕਿ ਭਵਜਲ ਜੋ ਲੰਘ ਜਾਈਦਾ ਤੇ ਫਿਰ ਵਿਗੜ ਨਹੀਂ ਕੋਈ। ਫਿਰ ਇਸ ਰੁਕਾਵਟ ਕਾਹਦੀ ਹੈ? ਜਦੋਂ ਨਾਮ ਹੀ ਪ੍ਰਗਟ ਹੋ ਗਿਆ ਤੁਹਾਡੇ, ਤੁਸੀਂ ਸਵਾਹ ਚੁੱਕ ਕੇ ਬਾਹਰ ਮਾਰੀ ਆ ਤੇ ਨਾਮ ਰੂਪੀ ਪੰਡ ਭਰ ਲਈ ਆ। ਇਹ ਨਾਮ ਦੀ ਪੰਡ ਤੇ ਵੈਸੇ ਉਜਲਿਆਂ ਵਾਲੀ ਗੱਲ ਹੈ, ਵੱਡੀਆਂ ਹੀ ਗੱਲਾਂ ਨੇ। ਉਹ ਤੇ ਪਰਮੇਸ਼ਰ ਦੀ ਉਹਦੇ ਜਿਉਂਦੇ ਜੀ ਆਪਾਂ ਮੁਕਤ ਹੁੰਦੇ ਹਾਂ। ਹੁਣ ਵੇਖੋ ਆਪ ਇੱਕ ਚੀਜ਼ ਨੂੰ ਅੰਡਰਸਟੈਂਡ ਕਰੋ, ਜਿੰਨਾ ਚਿਰ ਨਾਰੀਅਲ ਦੀ ਗਿਰੀ ਕੱਚੀ ਹੈ ਨਾ, ਉਹ 'ਚ ਰੁੱਖ ਪੈਦਾ ਹੋ ਜਾਣਾ ਜੀ। ਪਰ ਜਦੋਂ ਨਾਰੀਅਲ ਪੱਕ ਗਿਆ, ਉਹਨੇ ਗਿਰੀ ਨੂੰ ਛੱਡਤਾ, ਫਿਰ ਦੁਬਾਰਾ ਜਨਮ ਨਹੀਂ ਹੁੰਦਾ। ਔਰ ਇਹ ਅਵਸਥਾ ਨਾਮ ਤੋਂ ਬਿਨਾਂ, ਪ੍ਰਮਾਤਮਾ ਦਾ ਧਿਆਨ ਸਿਮਰਨ ਕਰਨ ਤੋਂ ਬਿਨਾਂ ਨਹੀਂ ਬਣਦੀ। ਔਰ ਜਿਉਂਦੇ ਜੀ ਜਿਹੜਾ ਜੀਵ ਹੈ, ਜਿੰਨਾ ਚਿਰ ਤੱਕ ਦੇਖੋ, ਜਿੰਨਾ ਚਿਰ ਤੱਕ ਗਿਰੀ ਚਿੰਬੜੀ ਹੈ ਨਾ, ਇਹ ਗਤੀ ਨਹੀਂ ਬੰਦ ਹੋਣੀ। ਆਪ ਜੀ ਨੂੰ ਮੈਂ ਇੱਕ ਚੀਜ਼ ਕਲੀਅਰ ਕਰਨਾ ਚਾਹੁੰਦਾ, ਇਸ ਟਾਈਮ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਤੱਕ ਅਸੀਂ ਸੰਸਾਰ ਦੇ ਵਿੱਚ ਉਲਝੇ ਹਾਂ, ਕਹਿਣ ਤੋਂ ਭਾਵ ਆ ਕਿਸੇ ਵੀ ਤਰੀਕੇ ਨਾਲ, ਇਹ ਮੈਂ ਸਮਝਾਵਾਂਗਾ ਨਹੀਂ, ਤੁਹਾਨੂੰ ਪਤਾ ਲੱਗ ਜਾਣਾ ਕਿ ਮੈਂ ਉਲਝਿਆ ਕਿ ਨਹੀਂ ਉਲਝਿਆ। ਜੇਕਰ ਕਿਸ਼ਤੀ ਸਮੁੰਦਰ ਦੇ ਵਿੱਚ ਆ, ਕੋਈ ਪ੍ਰੋਬਲਮ ਨਹੀਂ ਆ। ਪਰ ਜੇ ਕਿਸ਼ਤੀ ਦੇ ਵਿੱਚ ਸਮੁੰਦਰ ਦਾ ਪਾਣੀ ਹੈ ਨਾ, ਤਾਂ ਬਹੁਤ ਵੱਡੀ ਪ੍ਰੋਬਲਮ। ਇਹ ਜਦ ਤੱਕ ਆਪਾਂ ਧਿਆਨ ਸਿਮਰਨ ਨਹੀਂ ਕਰਦੇ, ਤਦ ਤੱਕ ਜਿਹੜਾ ਨਾਰੀਅਲ ਦੀ ਗਿਰੀ ਦਾ ਜਿਹੜਾ ਕਨੈਕਸ਼ਨ ਆ, ਉਹ ਟੁੱਟਣਾ ਨਹੀਂ। ਜਦੋਂ ਆਪਾਂ ਧਿਆਨ ਸਿਮਰਨ ਕਰਨਾ ਸ਼ੁਰੂ ਕਰਤਾ, ਲਗਾਤਾਰ ਕਰਦੇ ਗਏ, ਹੌਲੀ ਹੌਲੀ ਕੀ ਹੋਣਾ ਹੈ ਕਿ ਇਹ ਜਿਹੜੀ ਗਿਰੀ ਹੈ, ਅਸੀਂ ਜਿਉਂਦੇ ਜੀ ਹੀ ਜੀਵਨ ਤੋਂ ਅਲੱਗ ਹੋ ਜਾਣਾ। ਔਰ ਜਦੋਂ ਬੰਦਾ ਅਲੱਗ ਹੋ ਗਿਆ ਤਾਂ ਬਸ ਉਹ ਜਿਉਂਦੇ ਜੀ ਮੁਕਤ ਹੋ ਗਿਆ। ਤੇ ਇੱਥੇ ਕਿਹਾ ਨਾ ਆਨੰਦ, ਉਸ ਬੰਦੇ ਨੇ ਆਨੰਦ ਤੇ ਸੱਚ ਚਿੱਤ ਆਨੰਦ ਦਾ ਹੀ ਰੂਪ ਹੋ ਜਾਣਾ, ਪ੍ਰਮਾਤਮਾ ਦਾ ਹੀ ਰੂਪ ਹੋ ਜਾਓਗੇ ਤੁਸੀਂ। ਤੁਹਾਡੇ 'ਚ ਤੇ ਪ੍ਰਮਾਤਮਾ 'ਚ ਕੋਈ ਫਰਕ ਨਹੀਂ, ਕਿਉਂਕਿ ਤੁਹਾਡਾ ਜੀਵਨ ਇੱਕ ਸੁੱਕੇ ਪੱਤੇ ਵਰਗਾ ਹੋ ਜਾਣਾ। ਹਵਾ ਆ ਗਈ ਤੇ ਸੱਜੇ ਬੰਨੇ, ਹਵਾ ਆ ਗਈ ਤੇ ਖੱਬੇ ਬੰਨੇ, ਆਪਣੀ ਕੋਈ ਮਰਜ਼ੀ ਨਹੀਂ ਹੈ। ਸੁੱਖ ਆ ਗਿਆ ਤਾਂ ਵੀ ਖਿੜੇ ਮੱਥੇ ਆ, ਦੁੱਖ ਆ ਗਿਆ ਤਾਂ ਵੀ ਖਿੜੇ ਮੱਥੇ ਆ। ਕੰਮ ਚੱਲ ਗਿਆ ਤਾਂ ਬਹੁਤ ਵਧੀਆ, ਨਹੀਂ ਚੱਲਿਆ ਤੇ ਤਾਂ ਵੀ ਬਹੁਤ ਵਧੀਆ। ਕਿੱਥੇ ਚੱਲੇ ਆ ਆਪਾਂ? ਸੰਸਾਰ ਕਿਤੇ ਚੱਲਿਆ? ਕਿਤੇ ਕੌਣ ਕਿੱਥੇ ਚੱਲ ਗਿਆ? ਤੁਸੀਂ ਨਜ਼ਰ ਮਾਰੋ ਆਪਣੇ ਭੈਣ ਭਰਾਵਾਂ ਨੂੰ, ਸਾਰੇ ਉੱਥੇ ਬੈਠੇ ਨੇ, ਕੋਈ ਨਹੀਂ ਕਿਤੇ ਗਿਆ। ਔਰ ਇਹ ਵੀ ਗਰੰਟੀ ਨਹੀਂ ਆ ਕਿ 50-60 ਸਾਲਾਂ ਬਾਅਦ ਉਹਨਾਂ ਕਿਤੇ ਚਲੇ ਜਾਣਾ, ਉਹ ਵੀ ਇੱਥੇ ਰਹਿਣੇ ਆ। ਕਿਉਂਕਿ ਇਹ ਜਗਤ ਇੱਕ ਤਮਾਸ਼ਾ ਹੈ, ਇੱਕ ਮਾਇਆ ਹੈ। ਇੱਥੇ ਬੰਦਾ ਚੱਲਦਾ ਤੇ ਬਹੁਤ ਆ, ਪਰ ਬੰਦਾ ਪਹੁੰਚਦਾ ਕਿਤੇ ਨਹੀਂ ਆ। ਤੁਸੀਂ ਹੁਣ ਰਾਈਟ ਟਾਈਮ ਤੇ ਯਾਤਰਾ ਸ਼ੁਰੂ ਕਰਤੀ ਆ ਤੇ ਤੁਸੀਂ ਵੇਖ ਲਓ ਤੁਹਾਡਾ ਜੀਵਨ ਕਿੰਨਾ ਜ਼ਬਰਦਸਤ ਹੋ ਜਾਂਦਾ। ਬੇਸ਼ੱਕ ਤੁਸੀਂ ਉਹਨੇ ਪੈਸੇ ਨਹੀਂ ਕਮਾ ਪਾਓਗੇ, ਪਰ ਤੁਹਾਡੇ ਵਰਗਾ ਸੁਖੀ ਬੰਦਾ ਸੰਸਾਰ 'ਚ ਨਹੀਂ ਮਿਲੇਗਾ। ਠੀਕ ਹੈ ਨਾ? ਸਭ ਅੱਗੇ ਕਹਿੰਦੇ ਵਿਗੜ ਨਹੀਂ ਆਉਂਦਾ ਕੋਈ।
ਕਿਉਂਕਿ ਉਹਨੇ ਕੀ ਕੀਤਾ ਹੈ, ਉਹਨੇ ਨਾਮ ਰੂਪੀ ਇੱਕ ਸ਼ਕਤੀ ਹੈ ਤੇ ਉਹ ਫਿਰ ਭਵ ਸਾਗਰ ਤੇ ਉਹਨਾਂ ਨੂੰ ਪਰੇਸ਼ਾਨ ਕਰ ਸਕਦਾ। ਡੁੱਬਦਾ ਤੇ ਬੰਦਾ ਉਹ ਆ ਜਿਹਨੇ ਗੰਦਮੰਦ ਕਿਸ਼ਤੀ ਚ ਪਾ ਲਿਆ ਤੇ ਜਿਹਨੇ ਆਪਣੀ ਕਿਸ਼ਤੀ ਸਾਫ਼ ਸੁਥਰੀ ਰੱਖੀ ਆ, ਆਪ ਇਕੱਲਾ ਬੈਠਾ ਵਾ, ਤੇ ਉਹਨੂੰ ਭਵ ਸਾਗਰ ਨੇ ਕੀ ਕਹਿਣਾ? ਜਦੋਂ ਮੋਹ ਚ ਹੀ ਆ ਕੇ ਬੰਦਾ ਪੰਗੇ ਲੈਂਦਾ, ਜਦੋਂ ਮੋਹ ਹੀ ਨਹੀਂ ਕਰਦਾ ਉਹ ਫਿਰ ਉਹਨੂੰ ਭਵ ਸਾਗਰ ਵੀ ਕੁਛ ਨਹੀਂ ਕਹਿ ਸਕਦਾ। ਹਾਂਜੀ ਨਿਜਰ ਸਾਹਿਬ ਅੱਗੇ ਚਲੀਏ। ਅਗਲੀ ਤੁਕ ਤਾਂ ਗੋਰਖੀ ਸਾਹਿਬ ਬਹੁਤ ਹੀ ਜ਼ਿਆਦਾ ਜਿਹੜੀ ਹੈ ਕੀਮਤੀ ਹੈਗਾ, ਇੰਨਾ ਜ਼ਿਆਦਾ ਜਿਹੜਾ ਹੈਗਾ ਉਹਦੇ ਵਿੱਚ ਗਿਆਨ ਹੈਗਾ ਨਾ, ਮੈਂ ਤਾਂ ਨਤਮਸਤਕ ਹੈਗਾ ਆ। ਕਹਿੰਦੇ ਨਾਏ ਮੰਨੈ ਪੰਥ ਪ੍ਰਗਟਾ ਨਾਮੇ ਸਭ ਲੋਈ। ਕਹਿੰਦੇ ਨਾਮ ਨੂੰ, ਕਿਉਂਕਿ ਹੁਣ ਜਿਹੜਾ ਹੈਗਾ, ਹੁਣ ਨਵੇਂ ਜਿਹੜੇ ਹੈਗੇ, ਮੰਨ ਲਓ ਕੋਈ ਜਿਹੜੇ ਹੈਗੇ ਨਵੇਂ ਆਏ ਆ ਸਾਧਕ ਜਿਹੜੇ ਹੈਗੇ ਆ, ਉਹਨਾਂ ਨੂੰ ਜਿਹੜਾ ਹੈਗਾ ਹਾਲੇ ਉਹਨਾਂ ਦੇ ਉੱਤੇ ਉਹਨਾਂ ਨੂੰ ਸ਼ਰਧਾ ਪੂਰੀ ਨਹੀਂ ਆਉਣੀ ਇਸ ਗੱਲ ਦੇ ਉੱਤੇ, ਇਹਨਾਂ ਧਿਆਨ ਸਿਮਰਨ ਦੇ ਉੱਤੇ। ਉਹਨਾਂ ਨੂੰ ਬਿਲਕੁਲ ਹਾਲੇ ਉਹਨਾਂ ਨੂੰ ਪੰਥ ਪ੍ਰਗਟ ਨਹੀਂ ਹੋਣਾ। ਕਹਿੰਦੇ ਹਾਲੇ ਉਹਨਾਂ ਨੇ ਮੰਨੇ ਮੱਗ ਨਾ ਚੱਲੇ ਪੰਥ। ਹਾਂ, ਮੰਨੇ ਮੱਗ ਨਾ ਚੱਲੇ ਪੰਥ। ਕਹਿੰਦੇ ਹਾਲੇ ਜਿਹੜਾ ਹੈਗਾ ਇਹ ਨਾਮ ਨੂੰ ਮਨ ਦੇ ਵਿੱਚ ਵਸਾ ਲਾਂਗੇ ਨਾ ਤੇ ਧਿਆਨ ਸਿਮਰਨ ਕਰਾਂਗੇ ਤੇ ਅੰਦਰੋਂ ਫਿਰ ਜਿਹੜਾ ਹੈਗਾ ਇਨਸਾਨ ਦਾ ਮਨ ਐਸਾ ਮੰਨਦਾ ਹੈ, ਐਸਾ ਉਹਨੂੰ ਇਹ ਪਤਾ ਲੱਗ ਜਾਂਦਾ ਵੀ ਆਹ ਰਸਤਾ ਤਾਂ ਆਹ ਸੀਗਾ, ਮੈਂ ਤਾਂ ਐਵੇਂ ਹੀ ਜਿਹੜਾ ਹੈਗਾ ਇੰਨਾ ਸਮਾਂ ਇੰਨਾ ਸਾਰਾ ਗੁਜ਼ਾਰ ਦਿੱਤਾ ਮੈਂ। ਕਹਿੰਦੇ ਪੂਰਾ ਕਲੀਅਰ ਰਸਤਾ ਪਤਾ ਲੱਗਦਾ ਹੈ। ਔਰ ਇਹ ਵੀ ਨਾ ਸੋਚੋ ਕਿ ਨਾਮ ਮਨ ਦੇ ਵਿੱਚ ਚਲਾ ਗਿਆ ਤੇ ਯਾਤਰਾ ਪੂਰੀ ਹੋ ਗਈ। ਨਹੀਂ, ਹਾਲੇ ਤਾਂ ਯਾਤਰਾ ਜਿਹੜੀ ਹੈਗੀ ਸ਼ੁਰੂ ਹੋਈ ਆ। ਨਾਏ ਮੰਨੈ ਪੰਥ ਪ੍ਰਗਟਾ ਨਾਮੇ ਸਭ ਲੋਈ। ਔਰ ਵਿਵੇਕ ਬੁੱਧ ਆ ਜਾਂਦੀ ਹੈ ਨਾ ਵੀਰ ਜੀ, ਫਿਰ ਉਹ ਦੁਚਿੱਤੀ ਦੂਜਾ ਭਾਵ ਖਤਮ ਹੋ ਜਾਂਦਾ। ਹਾਂਜੀ, ਇੱਕ ਹੋਰ ਚੀਜ਼ ਦੱਸ ਰਹੇ ਆ ਮਹਾਰਾਜ, ਬਹੁਤ ਵੱਡਾ ਨੁਕਤਾ ਦੇ ਰਹੇ ਆ। ਕਹਿੰਦੇ ਦੇਖੋ ਇਹ ਨਹੀਂ ਹੈ ਕਿ ਤੇਰੇ ਵਾਸਤੇ ਜਿਹੜਾ ਹੈਗਾ ਜਾਂ ਦੂਸਰੇ ਦੇ ਵਾਸਤੇ ਜਾਂ ਤੀਸਰੇ ਦੇ ਵਾਸਤੇ ਜਾਂ ਇਹ ਧਰਤੀ ਦੇ ਜੀਵਾਂ ਦੇ ਵਾਸਤੇ ਨਹੀਂ। ਕਹਿੰਦੇ ਨਾਮ ਜਿਹੜਾ ਹੈਗਾ ਇਹੀ ਰਸਤਾ ਮਨ ਦੇ ਵਿੱਚ ਵਸਾਉਣਾ, ਆਪਣੇ ਅੰਦਰ ਵੜਨਾ, ਧਿਆਨ ਸਿਮਰਨ ਵਾਲਾ ਰਸਤਾ। ਨਾਮੇ ਸਭ ਲੋਈ, ਸਾਰੀ ਲੁਕਾਈ ਜਿੰਨੀ ਵੀ ਸ੍ਰਿਸ਼ਟੀ ਹੈਗੀ ਆ, ਜੇ ਕੋਈ ਉਹਦੇ ਤੋਂ ਨਿਕਲਣਾ ਚਾਹੁੰਦਾ ਆ ਉਹਦੇ ਵਾਸਤੇ ਆਹੀ ਰਸਤਾ ਹੈਗਾ, ਹੋਰ ਕੋਈ ਰਸਤਾ ਹੈ ਹੀ ਨਹੀਂ। ਹਾਂਜੀ ਗੋਰਖੀ ਸਾਹਿਬ ਬਿਲਕੁਲ ਸਹੀ ਹੈ ਜੀ। ਸਾਧ ਸੰਗਤ ਜੀ ਇੱਥੇ ਕਹਿੰਦੇ ਕਿ ਨਾਏ ਮੰਨੀਏ ਪੰਥ ਪ੍ਰਗਟਾ। ਹੁਣ ਕਹਿੰਦੇ ਕਿ ਜਦੋਂ ਤੁਸੀਂ ਨਾਮ ਧਿਆਨ ਸਿਮਰਨ ਕੀਤਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਜ਼ਿੰਦਗੀ ਦਾ ਜਿਹੜਾ ਅਸਲ ਰਸਤਾ ਹੈ ਉਹਦੇ ਬਾਰੇ ਗਿਆਨ ਪ੍ਰਾਪਤ ਹੋਣਾ ਹੈ। ਜ਼ਿੰਦਗੀ ਨੂੰ ਜਿਉਣਾ ਕਿੱਦਾਂ? ਦੇਖੋ ਜ਼ਿੰਦਗੀ ਪ੍ਰਗਟ ਦਾ ਮਤਲਬ ਕੀ ਹੋਣਾ ਕਿ ਨਿਜਰ ਸਾਹਿਬ ਇਹ ਰਸਤਾ ਹੀ ਪ੍ਰਗਟ ਕਰਨੇ ਕਹਿੰਦੇ ਜੀਵਨ ਦਾ ਜਿਹੜਾ ਮਤਲਬ ਬਿਲਕੁਲ ਸਹੀ ਰਸਤਾ, ਆਹ ਰਸਤਾ ਜਾ ਰਿਹਾ, ਬਿਲਕੁਲ ਜੀਵਨ ਦਾ ਰਸਤਾ, ਅਸਲੀ ਮਕਸਦ ਕੀ ਹੈ ਔਰ ਕੀ ਮੈਂ ਉਸ ਰਸਤੇ ਤੇ ਤੁਰ ਪਿਆ ਆ, ਉਹ ਪਤਾ ਲੱਗੂਗਾ। ਹਾਂ, ਕਿ ਜੀਵਨ ਨੂੰ ਪਹਿਲੀ ਗੱਲ ਤੇ ਪਤਾ ਲੱਗਣਾ ਕਿ ਸਹੀ ਰਸਤਾ ਕੀ ਆ, ਕਿਉਂਕਿ ਨਾਮ ਨੇ ਪਰਮਾਤਮਾ ਨੂੰ ਮਿਲਦਾ ਜੀ, ਪਰਮਾਤਮਾ ਵੱਲ ਜਿਹੜਾ ਸਹੀ ਰਸਤਾ ਜਾਂਦਾ। ਹਾਂ, ਉਹਦਾ ਤੇ ਪਤਾ ਨਹੀਂ ਲੱਗਣਾ ਬੰਦੇ ਨੂੰ, ਉਹਦਾ ਕਿਤੇ ਪਤਾ ਲੱਗਦਾ। ਆਮ ਬੰਦੇ ਨੂੰ ਤੁਸੀਂ ਕਹਿ ਦਿਓ, ਲੋਕੀ ਤੇ ਕਹਿੰਦੇ ਜਾ ਕੇ ਮੱਥਾ ਟੇਕਿਆ 10 ਰੁਪਏ ਦਾ ਪ੍ਰਸ਼ਾਦ ਚੜਾਇਆ, ਬਈ ਇਹੋ ਧਰਮ ਹੈ। ਬਿਲਕੁਲ, ਧਰਮ ਦਾ ਮਤਲਬ ਹੈ ਕਿ ਜਦੋਂ ਤੂੰ ਨਾਮ ਧਿਆਨ ਸਿਮਰਨ ਕੀਤਾ ਤੇ ਤੇਰੇ ਅੰਦਰ ਤੇਰੇ ਵਿਵੇਕ ਬੁੱਧੀ ਤੇਰੇ ਅੰਦਰ ਗਿਆਨ ਪ੍ਰਗਟ ਹੋਣਾ, ਫਿਰ ਤੈਨੂੰ ਪਤਾ ਲੱਗ ਜਾਣਾ ਵਾ ਕਿ ਜ਼ਿੰਦਗੀ ਅਸਲੀ ਜ਼ਿੰਦਗੀ ਦਾ ਰਸਤਾ ਕੀ ਹੈ, ਉਹ ਜ਼ਿੰਦਗੀ ਹੈ ਕੀ, ਔਰ ਮੈਂ ਉਸ ਡਾਇਰੈਕਸ਼ਨ ਨਾਲ ਕਿੱਦਾਂ ਗਤੀ ਕਰਨੀ ਹੈ। ਠੀਕ ਹੈ ਜੀ। ਹਾਂਜੀ, ਚੱਲ ਪਿਆ ਇਹ ਚੱਲ ਪਿਆ, ਨਾਮ ਪ੍ਰਗਟ ਹੋ ਗਿਆ ਮਤਲਬ ਚੱਲ ਪਿਆ ਇਨਸਾਨ। ਹਾਂ, ਉਸ ਰਸਤੇ ਦੇ ਉਹ ਪਤਾ ਚੱਲ ਪੈਣਾ ਵਾ, ਉਸ ਤੋਂ ਬਾਅਦ ਫਿਰ ਤੂੰ ਚੱਲਣਾ ਸ਼ੁਰੂ ਕਰ ਦੇਣਾ। ਆਪਾਂ ਵੀ ਚੱਲ ਰਹੇ, ਤੁਸੀਂ ਆਪਣੇ ਜੀਵਨ ਨੂੰ ਪ੍ਰਗਟ ਕਰਕੇ ਤੁਸੀਂ ਵੀ ਚੱਲਦੇ ਜਾਣਾ, ਸਾਰੇ ਚੱਲਣਾ। ਪਰ ਆਪਾਂ ਨੂੰ ਪ੍ਰਗਟ ਕਰਨਾ ਪੈਣਾ, ਔਰ ਪ੍ਰਗਟ ਕਰਨ ਦਾ ਤਰੀਕਾ ਕਿ ਨਾਮ ਹੈਗਾ ਧਿਆਨ ਸਿਮਰਨ। ਠੀਕ ਹੈ ਨਿਜਰ ਸਾਹਿਬ? ਬਿਲਕੁਲ, ਔਰ ਧਿਆਨ ਸਿਮਰਨ ਮਨ ਦੇ ਵਿੱਚ ਵਸੇ ਤਾਂ ਪ੍ਰਗਟ ਹੋਏਗਾ। ਹਾਂ ਨਿਜਰ ਸਾਹਿਬ, ਉਹ ਦੇਖੋ ਪਤਾ ਕੀ ਹੈ, ਇਹ ਅਸਲ ਦੇ ਵਿੱਚ ਨਾ ਜਦੋਂ ਵੀ ਤੁਸੀਂ ਆਪਣੀ ਸੁਰਤੀ ਨੂੰ ਅੰਤਰਮੁਖੀ ਕੀਤਾ ਨਾ, ਆਟੋਮੈਟਿਕਲੀ ਪ੍ਰਗਟ ਹੋ ਜਾਣਾ। ਕਿਉਂਕਿ ਇਹਦੇ ਵਿੱਚ ਦੋ ਰਿਆਂ ਨਹੀਂ ਹੈਗੀਆਂ, ਕਿ ਉੱਥੇ ਤੇ ਬੈਠਾ ਹੋ। ਬਿਲਕੁਲ, ਉੱਥੇ ਤੇ ਉਹ ਬੈਠਾ ਵਾ। ਜਦੋਂ ਤਿੰਨ ਦਿਨ ਮੁੜ ਕੇ ਬਹਿ ਗਏ ਨਾ ਤੇ ਉਹ ਭੱਜ ਨਹੀਂ ਸਕਦਾ ਤੁਹਾਡੇ ਤੋਂ। ਉਹਨੇ ਸ਼ੁਰੂ ਚ ਭਜਾਉਣਾ ਤੁਹਾਨੂੰ ਵਿਚਾਰਾਂ ਵਿੱਚ ਚੁਰਾਉਂਦੇ ਰਹੇ, ਭੱਜੋ ਭੱਜੋ ਭੱਜੋ, ਪਰ ਤੁਸੀਂ ਢੀਠ ਹੋ ਕੇ ਬੈਠੇ ਰਹੇ ਤੇ ਅੱਜ ਨਹੀਂ ਤੇ 5-6 ਦਿਨਾਂ ਦੀ ਸਮਾਧੀ ਤੇ ਲੱਗ ਹੀ ਜਾਣੀ। ਪ੍ਰਗਟ ਹੋਣਾ ਹੀ ਹੋਣਾ ਵਾ। ਨਿਜਰ ਸਾਹਿਬ ਏਦਾਂ ਤਾਂ ਹੋ ਹੀ ਨਹੀਂ ਸਕਿਆ। ਜਦੋਂ ਹੀ ਕੋਈ ਬੰਦਾ ਪਰਮੇਸ਼ਰ ਦੇ ਦਰਵਾਜ਼ੇ ਚ ਗਿਆ, ਦੇਖੋ ਅੱਖਾਂ ਦੇ ਥੱਲੇ ਜਿਹੜਾ ਸੰਸਾਰ ਆ, ਅੱਖਾਂ ਦੇ ਪਿੱਛੇ ਤੇ ਬ੍ਰਹਮ ਹੈ, ਨਿਰਗੁਣ ਬ੍ਰਹਮ ਬੈਠਾ। ਤੁਸੀਂ ਉੱਥੇ ਚੱਲ ਗਏ ਨਾ, ਉਹਨੇ ਹੈਰਾਨ ਹੋ ਜਾਣਾ ਵਾ ਕਿ ਇਹ ਬੰਦਾ ਕਿੱਥੋਂ ਆ ਗਿਆ, ਇਹਨੂੰ ਕਿੱਦਾਂ ਪਤਾ ਲੱਗ ਗਿਆ, ਭੇਦ ਕਿਹਨੇ ਦੱਸਦਾ।
ਕਿਉਂਕਿ ਇਹ ਬੰਦਾ ਤੇ ਇਹਦੇ ਦਰਵਾਜ਼ੇ ਦੇ ਕੋਲ ਆ ਕੇ ਬਹਿ ਗਿਆ, ਕਿੱਥੇ ਬਾਹਰ ਤੁਰਿਆ ਫਿਰਦਾ ਹੈ, ਮੂਰਤੀਆਂ ਜਾਂਦਾ ਸੀ, ਧਾਰਮਿਕ ਸਥਾਨਾਂ ਤੇ ਤੁਰਿਆ ਫਿਰਦਾ ਸੀ, ਹੋਰ ਕਰਮਕਾਂਡ ਕਰੀ ਜਾਂਦਾ ਸੀ, ਪਰ ਇੱਥੇ ਆ ਕੇ ਬਹਿ ਗਿਆ। ਉੱਥੇ ਕੁਦਰਤ ਵੀ ਇੱਕ ਬਾਉਂਡ ਆ ਸਾਡੇ ਨਾਲ, ਕਿਉਂਕਿ ਪਰਮਾਤਮਾ ਵੀ ਪਤਾ ਕਿ ਜਿਹੜਾ ਬੰਦਾ ਇੱਥੇ ਆ ਕੇ ਬਹਿ ਗਿਆ ਮੇਰੇ ਦਰਵਾਜ਼ੇ ਤੇ, ਉਹਨੂੰ ਦੇਣਾ ਪੈਣਾ ਉਹਨੂੰ। ਦੇਖੋ ਕਮਿਟਮੈਂਟ ਹੋਈ ਹੈ, ਕਿਉਂਕਿ ਜਦੋਂ ਤੁਸੀਂ ਆਪਣੀ ਸੁਰਤੀ ਨੂੰ ਅੰਤਰਮੁਖੀ ਕਰਕੇ ਬਹਿ ਗਏ ਜੋ, ਇਸ ਤੋਂ ਬਾਅਦ ਕੁਛ ਕਰਨ ਦੀ ਲੋੜ ਹੀ ਨਹੀਂ ਨਾ ਅਜੇ ਤੱਕ ਇਸ ਸੰਸਾਰ ਤੇ। ਦੇਖੋ ਆਪ ਜੀ ਨੂੰ ਅੰਡਰਸਟੈਂਡ ਕਰੋ, ਸੁਰਤੀ ਅੰਤਰਮੁਖੀ ਕਰਨ ਤੋਂ ਇਲਾਵਾ ਅਸੀਂ ਵੱਧ ਕੁਛ ਕਰ ਨਹੀਂ ਸਕਦੇ। ਇੱਕੋ ਹੀ ਤੇ ਕੰਮ ਹੈ, ਆਪਣੇ ਧਿਆਨ ਨੂੰ ਜਿਹੜਾ ਬਾਹਰ ਮੁਖੀ ਹੈ, ਇੰਦਰੀਆਂ ਦੇ ਪਿੱਛੇ ਆ ਕੇ ਬਹਿ ਜਾਓ। ਕਿੱਥੇ ਬਹਿ ਜਾਓ? ਮਨ ਦੇ ਵਿੱਚ। ਤੁਹਾਡੇ ਪਿੱਛੇ ਮਨ ਹੈਗਾ, ਇੱਕ ਵਿਚਾਰਾਂ ਦਾ ਮਨ ਹੈ, ਉਹਦਾ ਮਨ ਹੈ, ਮਨ ਦੇ ਅੰਦਰ ਨਾਮ ਹੈ। ਔਰ ਜਦੋਂ ਵੀ ਤੁਸੀਂ ਆਪਣੀ ਮਨ ਦੇ ਅੰਦਰ ਸੁਰਤੀ ਕਾਗਰ ਕੀਤੀ ਤੇ ਦਰਵਾਜ਼ਾ ਖੁੱਲ ਜਾਣਾ। ਇਹ ਤੇ ਔਖਾ ਕੰਮ ਤੇ ਕੁਛ ਨਹੀਂ ਹੈਗਾ, ਪਰ ਜੇ ਔਖਾ ਕਰਨਾ ਹੈ ਤੇ ਫਿਰ ਗ੍ਰੰਥ ਪੜ੍ਹੀ ਜਾਓ, ਜਿੰਨੇ ਮਰਜ਼ੀ ਪੜ੍ਹ ਲਓ। ਆਖਰ ਤੇ ਗੱਲ ਇਹੋ ਹੀ ਨਿਬੜਨੀ ਆ, ਧਿਆਨ ਸਿਮਰਨ ਹੀ ਕਰਨਾ ਪੈਣਾ। ਨਾਮ ਤੋਂ ਬਿਨਾਂ ਤੁਹਾਨੂੰ ਮੁਕਤੀ ਨਹੀਂ ਮਿਲ ਸਕਦੀ ਤੇ ਨਾ ਹੀ ਭਵ ਜਲ ਸਾਗਰ ਤੋਂ ਪਾਰ ਹੋ ਸਕਦੇ। ਠੀਕ ਹੈ ਨਾ? ਜੋ ਆਖਰੀ ਤੋਂ ਕੀ ਕਹਿੰਦੀ ਹੈ? ਨਾਮੇ ਸਭ ਲੋਈ, ਕਹਿੰਦੇ ਇਹ ਤੇਰੇ ਵਾਸਤੇ ਨਹੀਂ, ਮੇਰੇ ਵਾਸਤੇ ਨਹੀਂ ਆ, ਤੇਰੀ ਧਰਤੀ ਦੇ ਸਾਰੇ ਜੀਵਾਂ ਵਾਸਤੇ ਨਹੀਂ ਆ, ਸਾਰੀ ਸ੍ਰਿਸ਼ਟੀ ਦੇ ਵਾਸਤੇ ਮਾਲਕ ਨੇ ਆਹੀ ਇੱਕ ਰਸਤਾ ਰੱਖਿਆ ਹੈ, ਧਿਆਨ ਸਿਮਰਨ ਵਾਲਾ, ਬਸ। ਹਾਂ ਨਿੱਜਰ ਸਾਹਿਬ, ਵੈਸੇ ਹੋਰ ਕੋਈ ਰਸਤਾ ਹੈ ਹੀ ਨਹੀਂ। ਪਰਮਾਤਮਾ ਦਾ ਰਸਤਾ ਨਹੀਂ ਬਦਲ ਸਕਦਾ ਕੋਈ। ਇਹ ਥੋੜੀ ਕਿ ਚਰਨਜੀਤ ਵਾਂਗੂ ਕੋਈ ਉੱਥੇ ਰਹਿਣਾ ਵਾ, ਮੁੜ ਕੇ ਮੈਂ 2 ਮਹੀਨੇ ਬਾਅਦ ਘਰ ਚੇਂਜ ਕਰ ਲਿਆ ਤੇ ਪਰਮਾਤਮਾ ਘਰ ਥੋੜੀ ਬਦਲਦਾ ਰਹਿੰਦਾ। ਉਹ ਤੇ ਆਤਮਾ ਵਾ। ਬਿਲਕੁਲ। ਆਪ ਅੱਖਾਂ ਬੰਦ ਕਰੋ ਤੇ ਆਪ ਅੱਖਾਂ ਬੰਦ ਕਰਕੇ ਕਿਸੇ ਵੀ ਚੀਜ਼ ਨੂੰ ਟੱਚ ਕਰੋ, ਤੁਹਾਨੂੰ ਪਤਾ ਉੱਥੇ ਚੀਜ਼ ਹੈ ਨਹੀਂ ਆ। ਇਹ ਤੇ ਸਭ ਤਮਾਸ਼ਾ ਹੈ, ਜਗਤ ਇੱਕ ਤਮਾਸ਼ਾ ਹੈ। ਆਪ ਅੱਖਾਂ ਬੰਦ ਕਰੋ, ਸਾਰੀ ਸੰਗਤ ਜੀ ਕੰਧ ਨੂੰ ਟੱਚ ਕਰੋ, ਹੱਥ 'ਚ ਪੈਨ ਫੜੋ, ਵੇਖੋ ਤੇ ਹੈ ਹੀ ਨਹੀਂ ਕੁਛ। ਨਾ ਤੁਹਾਡੀ ਬਾਂਹ ਹੈਗੀ ਆ, ਨਾ ਤੁਹਾਡਾ ਸਰੀਰ ਹੈਗਾ। ਇਹ ਸੰਸਾਰ ਆ, ਮੈਨੂੰ ਲੱਗਦਾ ਨਹੀਂ, ਮੈਨੂੰ ਹੈ ਹੀ ਇਹ ਸੱਚ ਹੈ, ਇਹ ਪਰਮਾਤਮਾ ਦਾ ਸੁਪਨਾ ਹੈ। ਔਰ ਜਿੱਦਾਂ ਇਹ ਸੁਪਨੇ ਚ ਇਹ ਸਾਰਾ ਸੰਸਾਰ ਹੈ, ਇਹ ਜਿਹੜਾ ਦੇਖਣਾ ਹੈ ਜਗਤ ਦਾ ਤਮਾਸ਼ਾ, ਇਹ ਇੱਕ ਸੰਸਾਰ ਇੱਕ ਜਸਟ ਜਾਦੂ ਦਾ ਤਮਾਸ਼ਾ ਹੈ। ਔਰ ਜਿਹੜਾ ਬੰਦਾ ਟਾਈਮ ਤੇ ਸਮਝ ਲੈਂਦਾ ਉਹ ਇੱਥੋਂ ਬਾਹਰ ਆ ਜਾਂਦਾ, ਨਹੀਂ ਤੇ ਭਾਵੇਂ ਜਿੰਨੇ ਕੀ ਕਰੋੜਾਂ ਕੀ ਅਰਬਾਂ ਖਰਬਾਂ ਸਾਲ ਤੁਰੇ ਉਹ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਧਰਤੀ ਤਾਂ ਬਹੁਤ ਪੁਰਾਣੀ ਹੈ, ਸੂਰਜ ਵੀ ਬਹੁਤ ਪੁਰਾਣਾ ਹੈ। ਹਾਂਜੀ ਨਜਰ ਸਾਹਿਬ, ਤੇ ਉਹ ਫਿਰ ਕਹਿੰਦੇ ਕਿ ਜਿੰਨੇ ਵੀ ਆਉਣਾ ਵਾ ਉਹ ਕੋਈ ਇੱਕੋ ਹੀ ਤਰੀਕਾ ਹੈ, ਨਾਮ ਦੇ ਰਾਹੀਂ ਹੀ ਉਸ ਨੂੰ ਇਹ ਗੇਮ ਚੋਂ ਮੁਕਤੀ ਪ੍ਰਾਪਤ ਹੋ ਸਕਦੀ ਹੈ। ਅੱਗੇ ਨਜਰ ਸਾਹਿਬ ਅੱਗੇ ਕਹਿੰਦੇ ਹੁਣ ਜੇ ਦੇਖ ਤੈਨੂੰ ਮੁਕਤੀ ਪ੍ਰਾਪਤ ਕਰਨੀ ਆ ਤੇ ਤੈਨੂੰ ਇੱਕ ਕੰਡੀਸ਼ਨ ਹੈਗੀ ਭਾਈ, ਬਈ ਬ੍ਰਹਮ ਗਿਆਨ ਲੈਣਾ ਪਊਗਾ, ਸਤਿਗੁਰੂ ਨੂੰ ਮਿਲਣਾ ਪਊਗਾ। ਸਤਿਗੁਰੂ ਤੋਂ ਮਿਲ ਕੇ ਬ੍ਰਹਮ ਗਿਆਨੀਆਂ ਤੋਂ, ਇਹ ਜਿਹੜਾ ਜਿਨ੍ਹਾਂ ਨੇ ਯਾਤਰਾ ਪੂਰੀ ਕਰ ਲਈ ਆ, ਜਿਹੜੀ ਬੂੰਦ ਸਾਗਰ ਦੇ ਵਿੱਚ ਮਿਲ ਗਈ ਆ, ਉਹਦੇ ਤੋਂ ਨੁਕਤੇ ਲੈਣੇ ਪਊਗੇ। ਉਹਦੇ ਤੋਂ ਜਿਹੜੀ ਹੈ ਇਹਦਾ ਧਿਆਨ ਸਿਮਰਨ ਕਿਸ ਤਰ੍ਹਾਂ ਕਰਨਾ ਹੈ, ਇਹਦੇ ਬਾਰੇ ਪੂਰੀ ਜਾਣਕਾਰੀ ਲੈਣੀ ਪਊਗੀ। ਔਰ ਹਾਂਜੀ ਬਿਲਕੁਲ ਸਹੀ ਹੈ। ਹਾਂਜੀ। ਤੇ ਅਗਲੀ ਲਾਈਨ ਕਹਿੰਦੀ ਨਾਉ ਮੰਨੀਏ, ਕਹਿੰਦੇ ਬਈ ਤੈਨੂੰ ਹੁਣ ਇੱਥੇ ਕਹਿੰਦੇ ਸਤਿਗੁਰੂ ਨੂੰ ਮਿਲਣਾ ਤੈਨੂੰ ਪੈਣਾ ਹੈ ਤੇ ਤੈਨੂੰ ਮਿਲਣਾ ਚਾਹੀਦਾ ਹੈ। ਕਹਿੰਦੇ ਨਾਮ ਨੂੰ ਮਨ ਦੇ ਵਿੱਚ ਵਸਾਉਣ ਦਾ ਹੀਲਾ ਕਰਨਾ ਚਾਹੀਦਾ ਹੈ ਤੈਨੂੰ। ਨਾਨਕ ਸਤਿਗੁਰੂ, ਕਿਉਂਕਿ ਜੀਵਨ ਬਹੁਤ ਥੋੜਾ ਹੈ ਤੇਰਾ, ਸਵਾਸ ਤੇਰੇ ਜਾ ਰਹੇ ਆ, ਟਾਈਮ ਤੇਰਾ ਖਤਮ ਹੋ ਰਿਹਾ ਹੈ। ਨਾਨਕ ਸਤਿਗੁਰ ਮਿਲਿਆ, ਨਾਉ ਮੰਨੀਏ, ਕਹਿੰਦੇ ਨਾਮ ਨੂੰ ਮੰਨਣਾ ਪੈਣਾ। ਭਾਈ ਮੰਨ ਲਾ, ਅੱਛੀ ਐਡਵਾਈਸ ਹੈਗੀ ਆ, ਪਰ ਇੱਕ ਗੱਲ ਯਾਦ ਰੱਖੀ, ਜਿਨ ਦੇਵੈ ਸੋਈ, ਜਿਨ੍ਹਾਂ ਨੂੰ ਮਾਲਕ ਪਰਮਾਤਮਾ ਦਿੰਦਾ ਹੈ ਤੇ ਉਹੀ ਜਿਹੜੇ ਹੈਗੇ ਆ ਇਹਦੇ ਵੱਲ ਨੂੰ ਆਉਂਦੇ ਆ, ਨਹੀਂ ਤਾਂ ਬਾਕੀਆਂ ਨੇ ਤਾਂ ਮੋਢਾ ਫੇਰ ਦੇਣਾ ਭਾਈ। ਉਹਨੇ ਕਹਿਣਾ ਇਹ ਕਾਹਦੇ ਵਾਸਤੇ, ਜਿਹੜਾ ਖਾਓ ਪੀਓ ਕਰੋ ਆਨੰਦ, ਖਸਮਾਂ ਨੂੰ ਖਾਏ ਪਰਮਾਨੰਦ, ਬਸ। ਹਾਂਜੀ ਬਿਲਕੁਲ ਠੀਕ ਹੈ। ਸਾਧ ਸੰਗਤ ਜੀ, ਇੱਥੇ ਬਾਣੀ ਆਪਾਂ ਨੂੰ ਇਹ ਸਮਝਾਉਂਦੀ ਆ ਕਿ ਗੁਰਮੁਖਾਂ ਦੀ ਸੰਗਤ ਉਹ ਹੈ ਜਿਹੜੀ ਸਾਨੂੰ ਸਾਡੇ ਮਨ ਤੋਂ ਮੁਕਤ ਕਰਦੀ ਹੈ। ਜਿਹੜਾ ਮਨ ਦਾ ਅਗਿਆਨ ਹੈ ਉਹਨੂੰ ਨਸ਼ਟ ਕਰਨ ਦੇ ਵਿੱਚ ਸਾਡੀ ਸਹਾਇਤਾ ਕਰਦੀ ਹੈ, ਉਹ ਗੁਰਮੁਖਾਂ ਦੀ ਸੰਗਤ ਹੈ। ਜਦੋਂ ਤੁਹਾਡਾ ਧਿਆਨ ਤੁਹਾਡੇ ਖੁਦ ਦੇ ਉੱਪਰ ਜਾਣਾ ਸ਼ੁਰੂ ਹੋ ਗਿਆ, ਤੁਹਾਨੂੰ ਆਪਣੇ ਔਗਣ ਨਜ਼ਰ ਆਉਣ ਲੱਗ ਪਏ ਔਰ ਤੁਹਾਡੇ ਜੀਵਨ ਦੀ ਡਾਇਰੈਕਸ਼ਨ ਚੇਂਜ ਹੋ ਗਈ, ਬਾਹਰ ਮੁਖੀ ਤੋਂ ਤੁਸੀਂ ਅੰਤਰਮੁਖੀ ਹੋਣਾ ਸ਼ੁਰੂ ਹੋ ਗਏ, ਤੇ ਸਮਝ ਲਓ ਕਿ ਤੁਹਾਡੇ ਜੀਵਨ ਦੇ ਵਿੱਚ ਜਿਹੜਾ ਉਹ ਸੰਜਮ ਆ ਜਾਣਾ। ਦੇਖੋ ਧਿਆਨ ਸਿਮਰਨ ਕੀ ਹੈ? ਧਿਆਨ ਸਿਮਰਨ ਮਤਲਬ ਇਹ ਹੈ ਕਿ ਜਿਹੜੀ ਗੱਡੀ ਭੱਜ ਰਹੀ ਸੀ ਉੱਥੇ ਬ੍ਰੇਕ ਮਾਰਨੀ, ਕੁਛ ਵੀ ਨਹੀਂ ਹੈਗਾ। ਆਪ ਚੀਜ਼ ਨੂੰ ਅੰਡਰਸਟੈਂਡ ਕਰੋ। ਧਿਆਨ ਸਿਮਰਨ ਦਾ ਮਤਲਬ ਇਹ ਹੈ ਪਰਮਾਤਮਾ ਨੂੰ ਸਾਡੀ ਭਗਤੀ ਦੀ ਲੋੜ ਨਹੀਂ ਆ। ਧਿਆਨ ਸਿਮਰਨ ਅਸੀਂ ਇਸ ਲਈ ਕਰਨਾ ਹੈ ਕਿ ਜਿਹੜੀ ਸਾਡੀ ਬਾਹਰ ਮੁਖੀ ਹਾਂ, ਅਸੀਂ ਬਹੁਤ ਸਪੀਡ ਨਾਲ ਗਤੀ ਕਰ ਰਹੇ ਤਾਂ ਉਸ ਚੀਜ਼ ਨੂੰ ਰੋਕਿਆ ਜਾਵੇ। ਫਿਰ ਰੋਕ ਕੇ ਅਸੀਂ ਆਪਣੇ ਜੀਵਨ ਦੇ ਵੱਲ ਵੇਖੀਏ ਕਿ ਵਾਕਿਆ ਹੀ ਅਸੀਂ ਸਹੀ ਦਿਸ਼ਾ ਦੇ ਵੱਲ ਗਤੀ ਕਰ ਰਹੇ ਹਾਂ, ਕਿਤੇ ਅਸੀਂ ਕੋਈ ਬੇਵਕੂਫੀ ਤੇ ਨਹੀਂ ਕਰ ਰਹੇ। ਸੱਚੀ ਜ਼ਰੂਰਤ ਹੈ ਜੋ ਆਪਾਂ ਕਰ ਰਹੇ ਜੀਵਨ ਦੇ ਵਿੱਚ,
ਕਿਤੇ ਇਹ ਤਾਂ ਨਹੀਂ ਕਿਤੇ ਮਾਨਸਿਕ ਬਿਮਾਰੀ ਦੇ ਪੀੜਤ ਹੋਈਏ ਤੇ ਅਸੀਂ ਲੋਕਾਂ ਨੂੰ ਵੇਖ ਕੇ ਸਾਰਾ ਕੁਝ ਕਰਨਾ ਸ਼ੁਰੂ ਕਰ ਦਈਏ। ਧਿਆਨ ਸਿਮਰਨ ਦਾ ਮਤਲਬ ਹੈ ਆਪਣੇ ਜੀਵਨ ਦੇ ਵਿੱਚ ਬ੍ਰੇਕ ਮਾਰ ਕੇ ਸਹਿਜ ਲੈ ਆਉਣਾ ਔਰ ਉਸ ਚੀਜ਼ ਤੋਂ ਅਲੱਗ ਹੋ ਜਾਣਾ ਜਿਹੜੀ ਚੀਜ਼ ਫਾਲਤੂ ਦੀ ਹੈ। ਬਸ ਬਾਕੀ ਜੀਣਾ ਤੇ ਆਪਾਂ ਹੈ ਹੀ ਹੈ, ਸੰਸਾਰ 'ਚ ਹੀ ਰਹਿਣਾ, ਆਪਾਂ ਪਰਿਵਾਰ ਪਾਲਣਾ, ਆਪਣੀਆਂ ਜ਼ਿੰਮੇਵਾਰੀਆਂ ਹੈਗੀਆਂ, ਕੰਮ ਵੀ ਕਰਨਾ, ਡਿਊਟੀ ਵੀ ਕਰਨੀ, ਨੌਕਰੀ ਤੇ ਵੀ ਜਾਣਾ, ਕੱਪੜੇ ਵੀ ਚੰਗੇ ਪਾਉਣੇ, ਚੰਗੇ ਘਰਾਂ 'ਚ ਰਹਿਣਾ। ਇਹ 'ਚ ਕੋਈ ਪ੍ਰੋਬਲਮ ਥੋੜੀ ਹੈ। ਪਰਮਾਤਮਾ ਥੋੜੀ ਕਹਿੰਦੇ ਆ ਕਿ ਨਾ ਰਹੋ ਚੰਗੇ ਘਰਾਂ 'ਚ, ਚੰਗਾ ਜੀਵਨ ਨਾ ਬਤੀਤ ਕਰੋ। ਪਰਮਾਤਮਾ ਕਹਿੰਦਾ ਹੈ ਕਿ ਤੁਹਾਨੂੰ ਹੱਥ ਪੈਰ ਦਿੱਤੇ, ਮਿਹਨਤ ਕਰੋ, ਕਮਾਈ ਕਰੋ, ਤੁਸੀਂ ਸੋਹਣਾ ਜੀਵਨ ਬਤੀਤ ਕਰੋ, ਪਰ 24 ਘੰਟਿਆਂ 'ਚ ਘੱਟੋ ਘੱਟ ਕੁਝ ਸਮਾਂ ਆਪਣੇ ਆਪ ਨੂੰ ਦਿਓ ਤਾਂ ਜੋ ਤੇਰੇ ਜੀਵਨ ਦੀ ਗੱਡੀ ਥੋੜੀ ਰੁਕ ਜੇ ਤੇ ਫਿਰ ਤੈਨੂੰ ਚੰਗੀ ਤਰ੍ਹਾਂ ਦਿਖਾਈ ਦੇਵੇਗਾ। ਕਿ ਧਿਆਨ ਸਿਮਰਨ ਦਾ ਮਤਲਬ ਹੈ ਕਿ ਸੰਸਾਰ ਤੋਂ ਅਲੱਗ ਹੋ ਜਾਣਾ, ਆਪਣੇ ਨਾਲ ਬਹਿ ਜਾਣਾ, ਆਪਣੇ ਅੰਤਰਾਕਰਨ ਦੀ ਜੋ ਚਿੰਤਨ ਚੱਲ ਰਿਹਾ ਉਹਨੂੰ ਦੇਖਣਾ ਕਿ ਅੰਦਰ ਮੈਂ ਕਿੱਦਾਂ ਦਾ ਇਨਸਾਨ ਆ, ਮੈਂ ਕਿੱਦਾਂ ਦੀ ਸੋਚ ਰੱਖਦਾ। ਤੇ ਉਹ ਜਦੋਂ ਜਿਵੇਂ ਤੁਸੀਂ ਅੰਤਰ ਪ੍ਰਵੇਸ਼ ਕੀਤਾ ਉਸ ਸਮੇਂ ਲਈ ਤੁਹਾਨੂੰ ਵਿਚਾਰ ਮਿਲਣਗੇ। ਵਿਚਾਰਾਂ ਤੋਂ ਅੱਗੇ ਇੱਕ ਟਾਪੂ ਹੈਗਾ, ਉਹਨੂੰ ਸੱਚ ਚਿੱਤ ਆਨੰਦ ਕਹਿੰਦੇ ਆ। ਔਰ ਜਦੋਂ ਵੀ ਤੁਹਾਨੂੰ 1-2 ਮਿੰਟ ਦੀ ਸਮਾਧੀ ਮਿਲ ਗਈ ਤੇ ਬਸ ਕੰਮ ਸ਼ੁਰੂ ਹੋ ਗਿਆ। ਇੰਨਾ ਤੇ ਕੰਮ ਹੈ। ਇੱਕ ਵੀ ਵਿਚਾਰ ਮੰਡਲ ਤੋਂ ਅੱਗੇ ਲੰਘਣਾ ਜ਼ਰੂਰੀ ਹੁੰਦਾ, ਉਸ ਤੋਂ ਅੱਗੇ ਕੋਈ ਮੁਸ਼ਕਲ ਨਹੀਂ ਹੁੰਦੀ। ਕਿਉਂਕਿ ਪਰਮਾਤਮਾ ਨਾ ਤੇ ਸਾਨੂੰ ਕਹਿੰਦਾ ਆ ਜਾਓ ਤੇ ਨਾ ਕਹਿੰਦਾ ਨਾ ਆਓ। ਕਿਉਂਕਿ ਪਰਮਾਤਮਾ ਤੇ ਕਹਿੰਦਾ ਜੇ ਤੂੰ ਖੁਸ਼ ਹੈ ਤੇ ਖੇਡੀ ਜਾ, ਪਰ ਹਾਂ ਜਦੋਂ ਅਸੀਂ ਪਰਮਾਤਮਾ ਕੋਲ ਚੱਲ ਜਾਂਦੇ ਹਾਂ ਤੇ ਉਹ ਫਿਰ ਸਾਨੂੰ ਇਸ ਸਿਸਟਮ ਤੋਂ ਬਾਹਰ ਕੱਢ ਦਿੰਦਾ, ਸਾਨੂੰ ਮੁਕਤੀ ਦੇ ਦਿੰਦਾ। ਮੁਕਤੀ ਦਾ ਮਤਲਬ ਮਰਨਾ ਜੰਮਣਾ ਇੱਕ ਪੀੜਾ ਹੀ ਤੇ ਹੈਗੀ ਹੈ। ਤੁਸੀਂ ਦੇਖੋ ਤੁਸੀਂ ਜੀਵਨ 'ਚ ਜਿਹੜੀ ਚੀਜ਼ ਨੂੰ ਪ੍ਰਾਪਤ ਕੀਤਾ, ਤੁਸੀਂ ਸੁੱਖ ਦੇ ਲਈ ਪ੍ਰਾਪਤ ਕੀਤਾ, ਕੁਝ ਸਮੇਂ ਬਾਅਦ ਉਸੇ ਚੀਜ਼ ਨੇ ਤੁਹਾਡੇ ਲਈ ਦੁੱਖ ਦਾ ਕਾਰਨ ਬਣ ਜਾਣਾ ਔਰ ਬਣ ਗਈ ਹੋਊਗੀ। ਤੁਸੀਂ ਦੇਖੋਗੇ, ਤੁਸੀਂ ਕਿਸੇ ਚੀਜ਼ ਨੂੰ ਲਿਆਂਦਾ, ਤੁਹਾਨੂੰ ਸੁੱਖ ਦੀ ਪ੍ਰਾਪਤੀ ਹੋਈ ਔਰ ਉਸੇ ਚੀਜ਼ ਨੇ ਕੁਝ ਸਮੇਂ ਬਾਅਦ ਤੁਹਾਨੂੰ ਦੁੱਖ ਦੇਣਾ ਸ਼ੁਰੂ ਕਰ ਦੇਣਾ। ਇਹ ਨਹੀਂ ਤੁਹਾਡੇ ਨਾਲ, ਹਰ ਇੱਕ ਜੀਵ ਦਾ ਇਹੋ ਹੀ ਹਿਸਾਬ ਹੈ। ਤੇ ਬਸ ਜੀਵਨ ਏਦਾਂ ਹੀ ਚੱਲਦਾ ਹੈ। ਜੀਵਨ ਹੈ ਬੜਾ ਸੁਥਰਾ, ਪਰ ਜਿੰਨਾ ਚਿਰ ਤੱਕ ਸਾਡੇ ਕੋਲ ਧਿਆਨ ਸਿਮਰਨ ਨਹੀਂ ਹੈ ਉਹ ਤੇ ਇੱਕ ਬੇਹੋਸ਼ੀ ਹੈ ਔਰ ਉਹਦੇ ਵਿੱਚ ਕੋਈ ਮਜ਼ਾ ਨਹੀਂ। ਉਹ ਜੀਵਨ ਇੱਕਦਮ ਫਾਲਤੂ ਜਿਹਾ ਤੇ ਘਟੀਆ ਜਿਹੀ ਕਿਸਮ ਦਾ। ਔਰ ਜਿੱਦਣ ਵੀ ਨਾਮ ਪ੍ਰਗਟ ਹੋ ਰਿਹਾ ਸਾਡੇ ਅੰਦਰ ਤੇ ਸਾਨੂੰ ਅਸਲ ਤੇ ਪਤਾ ਉਹਦਾ ਲੱਗਣਾ ਕਿ ਜੀਵਨ ਹੈ ਕੀ ਹੈ ਔਰ ਇਹਨੂੰ ਜੀਵਨ ਦਾ ਸਹੀ ਤਰੀਕਾ ਕੀ ਹੈ, ਫਿਰ ਪਤਾ ਲੱਗਣਾ। ਔਰ ਇਹ ਕੋਸ਼ਿਸ਼ ਇਹੋ ਚੱਲ ਰਹੀ ਹੈ, ਸਾਧਨਾ ਕਰਿਆ ਕਰੋ, ਧਿਆਨ ਸਿਮਰਨ ਕਰਿਆ ਕਰੋ ਤੇ ਆਪ ਵੀ ਕਰੋ, ਆਪਣੇ ਪਰਿਵਾਰ ਦੇ ਕੇ ਬੱਚੇ ਨੂੰ ਵੀ ਨਾਲ ਲਾਓ, ਆਪਣੇ ਪਤੀ ਨੂੰ ਨਾਲ ਲਾਓ ਜਾਂ ਪਤਨੀ ਨੂੰ ਨਾਲ ਲਾਓ, ਤਾਂ ਜੋ ਤੁਹਾਡੇ ਘਰ 'ਚ ਆਨੰਦ ਆਵੇ, ਕੋਈ ਸ਼ਾਂਤੀ ਆਵੇ। ਉਹ ਜਿਹੜਾ ਕਾਰਜ ਆਪਾਂ ਕਰਨ ਵਾਸਤੇ ਆਏ ਆ ਜਾਂ ਬੈਠੇ ਆਪਾਂ ਸੰਗਤ ਕਰ ਰਹੇ ਹਾਂ, ਉਹ ਪੂਰਾ ਕੀਤਾ ਜਾਵੇ। ਤੇ ਬਹੁਤ ਸੋਹਣਾ ਟਾਈਮ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ। ਪਰਮਾਤਮਾ ਤੇ ਖੁਦ ਹੀ ਕਹਿ ਰਿਹਾ ਕਲਯੁਗ ਦਾ ਟਾਈਮ ਹੈ ਜੀ, ਥੋੜੀ ਜਿਹੀ ਭਗਤੀ ਕਰੋਗੇ ਤੇ ਨਾਲ ਹੀ ਮੁਕਤੀ ਹੋ ਜਾਂਦੀ ਬੰਦੇ ਦੀ। ਤੇ ਔਰ ਮੁਕਤੀ ਇਕੱਲੀ ਨਹੀਂ ਹੈਗੀ, ਪਰਮ ਜੀਵਨ ਦੀ ਪ੍ਰਾਪਤੀ ਵੀ ਹੁੰਦੀ ਹੈ। ਅਸੀਂ ਜਿਉਂਦੇ ਜੀ ਉਸ ਜੀਵਨ ਨੂੰ ਹੰਡਾਉਂਦੇ ਹਾਂ ਜਿਹੜਾ ਇੱਕ ਸਹਿਜ ਅਵਸਥਾ ਹੈ। ਸਹਿਜ ਦਾ ਮਤਲਬ ਬਿਲਕੁਲ ਐਫੋਰਟਲੈਸ, ਕੁਛ ਕਿਰਿਆ ਨਹੀਂ, ਔਰ ਜੋ ਹੋ ਰਿਹਾ ਉਹਦੇ ਨਾਲ ਜੀਵਨ ਬਤੀਤ ਕਰਨਾ, ਉਹ ਸਭ ਤੋਂ ਵੱਡਾ ਆਨੰਦ ਹੈ। ਔਰ ਏਦਾਂ ਨਹੀਂ ਮਿਲੇਗਾ, ਕਹਿਣ ਦੀ ਗੱਲ ਇਹ ਨਹੀਂ ਹੈਗੀ, ਉਹ ਗੱਲ ਹੈਗੀ ਅਨੁਭਵ ਦੀ। ਉਹ ਧਿਆਨ ਸਿਮਰਨ ਦੇ ਨਾਲ ਉਹ ਅਵਸਥਾ ਪ੍ਰਾਪਤ ਹੋਊਗੀ ਔਰ ਜ਼ਰੂਰ ਹੋਊਗੀ, ਇਹ 'ਚ ਗਰੰਟੀ ਹੈ, ਡਾਊਟ ਨਹੀਂ ਹੈਗਾ। ਜੇਕਰ ਤੁਸੀਂ ਤਿਆਰ ਜੋ ਪਰਮਾਤਮਾ ਦੇ ਘਰ ਦੇ ਗਾੜੀ ਖਲੋ ਜਾਂਦੇ ਜੋ ਅੰਤਰਮੁਖੀ ਹੋ ਕੇ, ਇੱਕ ਨਾ ਇੱਕ ਦਿਨ ਉਹ ਖੈਰ ਜ਼ਰੂਰ ਪਾ ਜਾਂਦਾ। ਕਿਉਂਕਿ ਉਹਦੇ ਘਰ ਦੇ ਅੰਦਰ ਜੋ ਵੀ ਗਿਆ, ਪਹਿਲੀ ਗੱਲ ਤਾਂ ਕੋਈ ਜਾਂਦਾ ਨਹੀਂ। ਜੇ ਮੈਂ ਤੁਹਾਨੂੰ ਐਵੇਂ ਕਹਾਂ ਗਲਤ ਆ। ਲੋਕੀ ਮੂਰਤੀਆਂ 'ਚ, ਮੰਦਿਰਾਂ 'ਚ, ਗੁਰਦੁਆਰਿਆਂ 'ਚ, ਗ੍ਰੰਥਾਂ 'ਚ ਲੱਭਦੇ ਨੇ, ਪਰ ਪਰਮਾਤਮਾ ਦੇ ਘਰ ਕੋਈ ਨਹੀਂ ਗਿਆ, ਉਹ ਤੁਹਾਡੇ ਅੰਦਰ ਹੈ। ਅੱਖਾਂ ਬੰਦ ਕਰਕੇ ਆਪਣੇ ਧਿਆਨ ਨੂੰ ਆਪਣੇ ਮਸਤਕ ਦੇ ਵਿਚਕਾਰ ਲੈ ਆਓ ਔਰ ਉੱਥੇ ਦਾ ਇੰਤਜ਼ਾਰ ਕਰੋ। 1-2 ਦਿਨ 4-5 ਦਿਨ ਤੁਸੀਂ ਇੰਤਜ਼ਾਰ ਕੀਤਾ, ਉਸਨੇ ਆਪਣੇ ਆਪ ਹੀ ਬੂਹਾ ਖੋਲ ਦੇਣਾ। ਉਹ ਤੇ ਤਿਆਰ ਹੈ ਬੂਹਾ ਖੋਲਣ ਨੂੰ, ਬਸ ਸਾਡੀ ਡਿਮਾਂਡ ਨਹੀਂ ਹੈ। ਆਪਾਂ ਜਿਹੜੀ ਵੀ ਇੱਛਾ ਕਰਦੇ ਹਾਂ ਉਹ ਪੂਰੀ ਹੋ ਜਾਂਦੀ ਹੈ। ਜਦੋਂ ਤੁਸੀਂ ਪਰਮਾਤਮਾ ਦੀ ਇੱਛਾ ਕੀਤੀ ਤੇ ਤੁਹਾਡੀਆਂ ਸਾਰੀਆਂ ਇੱਛਾ ਜਿਹੜੀਆਂ ਨੇ ਉਹ ਖਤਮ ਹੋ ਜਾਣਗੀਆਂ ਤੇ ਤੁਸੀਂ ਜਿਉਂਦੇ ਜੀ ਹੀ ਬ੍ਰਹਮ 'ਚ ਲੀਨ ਹੋ ਜਾਓ। ਠੀਕ ਹੈ ਨਿੱਜਰ ਸਾਹਿਬ? ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਓਕੇ ਸਾਧ ਸੰਗਤ ਜੀ, ਅੱਜ ਆਪਾਂ ਸਮਾਧੀ ਵਿੱਚ ਪ੍ਰਵੇਸ਼ ਕਰਾਂਗੇ ਔਰ ਤੁਹਾਡਾ ਬਹੁਤ ਧੰਨਵਾਦ। ਤੁਸੀਂ ਵਿਚਾਰ ਸੁਣਨ ਵਾਸਤੇ ਆਉਂਦੇ ਜੋ। ਪਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਸਮੱਤ ਬਖਸ਼ੇ ਔਰ ਤੁਸੀਂ ਆਪਣੇ ਜੀਵਨ ਨੂੰ ਉੱਚਾ ਚੁੱਕੋ ਤੇ ਤਾਂ ਜੋ ਇਹ ਪ੍ਰਕਾਸ਼ ਜਿਹੜਾ ਹੈ ਉਹ ਤੁਹਾਡੇ ਜੀਵਨ 'ਚ ਪ੍ਰਵੇਸ਼ ਕਰੇ।